श्री अकाल जी। हमदर्द टीवी देखने वाले सारे दर्शकों का बहुत बहुत स्वागत है प्रोग्राम न्यूज़ एंड व्यूज़ ਵਿੱਚ। मैं हाँ तरनजीत कौर ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਤੇ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਜਿਨ੍ਹਾਂ ਤੇ ਕਰਾਂਗੇ ਡਿਸਕਸ਼ਨ, ਜਾਣਾਂਗੇ ਤੁਹਾਡੇ ਵਿਚਾਰ ਤੇ ਨਾਲ ਦੀ ਨਾਲ ਜੇਕਰ ਤੁਹਾਡੇ ਕੋਲ ਵੀ ਇਸ ਵਕਤ ਕੋਈ ਲੇਟੈਸਟ ਨਿਊਜ਼ ਹੈ ਜੋ ਕਿ ਅਸੀਂ ਨਹੀਂ ਸ਼ਾਮਲ ਕਰ ਪਾਏ ਤਾਂ ਸਾਨੂੰ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਸਾਡੇ ਵੀ ਗਿਆਨ 'ਚ ਵਾਧਾ ਕਰ ਸਕਦੇ ਹੋ, ਸਾਡੇ ਦਰਸ਼ਕਾਂ ਦੇ ਗਿਆਨ 'ਚ ਵੀ ਵਾਧਾ ਕਰ ਸਕਦੇ ਹੋ ਤੇ ਨਾਲ ਹੀ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਵੀ ਮੋਸਟ ਵੈਲਕਮ ਹੈ ਜੀ। ਸਾਨੂੰ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ 'ਚ ਸੁਝਾਅ ਵੀ ਦੇ ਸਕਦੇ ਹੋ। ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਜੋੜ ਲੈਣੇ ਮੇਰੇ ਸਹਿਯੋਗੀ ਮਰਕਿੰਦ ਨਾਚੀ ਨੂੰ ਬਹੁਤ स्वागत है सर। तो मेरे वालों ਤੁਹਾਨੂੰ ਸਾਰੇ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ ਜੀ। ਤਾਂ ਹਾਲ ਤਾਂ ਦੱਸੋ, ਅੱਜ ਕੱਲ ਅੱਗੇ ਵੀ ਆਪਾਂ ਗੱਲ ਕਰਦੇ ਹਾਂ। ਅੱਜ ਜੀ ਸਾਡੇ ਮੈਂ ਸਾਊਥ ਵਾਲਿਆਂ ਨੂੰ ਦੱਸਦਾ, ਜਿਹੜੇ ਸਾਡੇ ਅਮਰੀਕਨ ਦਰਸ਼ਕ ਨੇ ਜੀ, 100 ਤੋਂ ਉੱਪਰ ਹੈ ਜੀ ਅੱਜ ਸਾਡੇ 34-35 ਡਿਗਰੀ ਹੈ ਜੀ ਇੱਥੇ, ਹਿਊਮਿਡਿਟੀ ਦੇ ਨਾਲ 40 ਦੇ ਨੇੜੇ ਤੇ ਚਲਾ ਜਾਂਦਾ ਜੀ। ਅੱਜ ਕੱਲ ਗਰਮੀ ਬਹੁਤ ਹੈ ਜੀ, ਮੀਂਹ ਨਹੀਂ ਪੈ ਰਿਹਾ। ਅੱਜ ਸੀਗੀ ਆਸ ਥੋੜੀ ਜੀ ਟੋਰਾਂਟੋ ਦੇ ਵਿੱਚ ਪੈਣ ਦੀ, ਕੁਝ ਏਰੀਏ ਦੇ ਵਿੱਚ ਥੋੜਾ ਝੱਖੜ ਚੱਲਿਆ, ਮੀਂਹ ਜ਼ੋਰ ਦੀ ਆਇਆ, ਬਾਕੀ ਥਾਵਾਂ ਅਜੇ ਸੁੱਕੀਆਂ ਪਈਆਂ ਨੇ ਜੀ। ਮੇਰੇ ਖਿਆਲ ਵੀਕਐਂਡ ਤੱਕ ਸ਼ਾਇਦ ਹੀ ਮੀਂਹ ਪਵੇ। ਬਿਲਕੁਲ ਸਰ, ਅੱਜ ਮੌਸਮ ਨੇ ਸਾਡੇ ਨਾਲ ਬੜੀ ਬੇਈਮਾਨੀ ਕੀਤੀ ਤੇ ਗੁੱਸਾ ਵੀ ਬਹੁਤ ਆਇਆ। ਦੇਖੋ ਗੱਲ ਇਉਂ ਹੈ, ਇੰਜੋਏ ਕਰੋ, ਇਹ ਬਹੁਤਾ ਦੇਰ ਰਹਿਣਾ ਨਹੀਂ ਹੈ, ਇਹ ਚਲਾ ਜਾਣਾ। ਤੁਸੀਂ ਫਿਰ ਠੁੱਠੁਰ ਕਰਨਾ, ਉਦੋਂ ਤੁਸੀਂ ਕਹਿਣਾ ਵੀ ਆਹ ਮੌਸਮ ਚੰਗਾ ਸੀਗਾ। ਇਹ ਗੱਲ ਕਰ ਰਹੇ ਜੀ, ਅੱਜ ਬਾਹਰ ਗਏ ਸੀ ਜੀ ਬਾਈਟਸ ਲੈਣ ਵਾਸਤੇ ਤਰਨ ਹੁਣੀ। ਫਿਰ ਦੇਖੋ ਬਾਹਰ ਵੀ ਜਾਣਾ ਪੈਂਦਾ, ਉੱਥੇ ਜਾ ਕੇ ਬਾਈਟਸ ਲੈਣੀਆਂ ਹੁੰਦੀਆਂ ਨੇ, ਸਾਰਾ ਕੁਝ ਕਵਰੇਜ ਕਰਨੀ ਹੁੰਦੀ ਹੈ। ਅੱਜ ਮੌਸਮ ਫਿਰ ਥੋੜਾ ਜਿਹਾ ਗਰਮ ਸੀਗਾ, ਚੰਗਾ ਨਹੀਂ ਲੱਗਿਆ ਇਹਨਾਂ ਨੂੰ, ਪਰ ਕੋਈ ਗੱਲ ਨਹੀਂ। ਜਦੋਂ ਸਰ ਗੱਲ ਇਹ ਸੀਗੀ ਕਿ ਅਸੀਂ ਬਿਲਕੁਲ ਤਪਤੀ ਧੁੱਪ ਦੇ ਵਿੱਚ ਅਸੀਂ ਕੰਮ ਕਰ ਰਹੇ ਸੀ, ਜਦੋਂ ਅਸੀਂ ਵਾਪਸ ਆਉਣ ਲੱਗੇ ਆਪਣੀ ਕਾਰ 'ਚ ਵਾਪਸ ਬੈਠੇ, ਉਸੇ ਟਾਈਮ ਇੱਕਦਮ ਬੱਦਲ ਹੋ ਗਏ, ਹਨੇਰੀ ਸ਼ੁਰੂ ਹੋ ਗਈ। ਫਿਰ ਸਾਨੂੰ ਇਹ ਲੱਗਿਆ ਕਿ ਸਾਡੇ ਨਾਲ ਬੇਈਮਾਨੀ ਕੀਤੀ ਗਈ ਹੈ। ਜੇ ਤੁਸੀਂ ਪਹਿਲਾਂ ਆਉਣ ਬਾਰੇ ਸੋਚ ਰਹਿੰਦੇ ਤਾਂ ਸ਼ਾਇਦ ਪਹਿਲਾਂ ਝੱਖੜ 'ਚ ਹਨੇਰੀ ਆ ਜਾਂਦੇ, ਥੋੜੀ ਟਾਈਮਿੰਗ ਤੁਹਾਡੇ ਨਾਲ ਹੀ ਸੈੱਟ ਹੋਣੀ ਸੀਗੀ ਜੀ। ਕਿਤੇ ਕਿਤੇ ਉਹ ਵੀ ਹੋ ਜਾਂਦਾ। ਬਿਲਕੁਲ ਜੀ। ਖਬਰਾਂ ਦੀ ਸ਼ੁਰੂਆਤ ਕਰੀਏ ਸਰ, ਤੇ ਮੇਰੇ ਦਰਸ਼ਕਾਂ ਨੂੰ ਦੱਸ ਦਈਏ ਇਸ ਵਕਤ ਜਿਹੜੀਆਂ ਖਬਰਾਂ ਤੁਸੀਂ ਦੇਖ ਸਕਦੇ ਹੋ ਉੱਪਰ ਦੀ ਹੈਡਲਾਈਨਸ ਵੀ ਚੱਲਦੇ ਨੇ, ਸੋ ਇਹਨਾਂ ਵਿੱਚੋਂ ਕਿਸੇ ਵੀ ਖਬਰ ਦੇ ਉੱਤੇ ਤੁਸੀਂ ਆਪਣੇ ਵਿਚਾਰ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਹੇਠ ਲਿਖੇ ਨੰਬਰ ਦੇ ਉੱਤੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਅੱਜ ਦਾ ਵਿਸ਼ਾ, परसों जी सिटी हॉल की एक मीटिंग हुई सी जिस दौरान ये विषय भी काफ़ी ज़्यादा उठा, तो इस विषय उत्ते अज असीं गलबात करांगे, अपने दर्शकों की कॉल्स लवांगे। सिर्फ ब्रैम्पटन का मुद्दा नहीं है, ये पूछना चाहांगे कि की तुहाडे जिथे तुसीं रहिंदे हो तुहाडे शहर दे विच भी एक घर दे विच समर्था तो वध लोग रह रहे हैं। जिवें असीं देखदे हां हमेशा ये मुद्दा चुक्या जांदा कि एक एक घर दे विच जेकर उहनूं रेंट ते दित्ता जांदा आ या फिर किसी बेसमेंट नूं रेंट दे उत्ते दित्ता जांदा तां उहदे विच समर्था तो वध लोकां नूं उहदे विच रखिया जांदा आ। सो तुहाडे इस संबंधी की विचार ने, अपने विचार साडे नाल हेठ लिखे नंबर दे उत्ते कॉल करके साझे कर सकदे हो। सर पहली खबर दे वाल जे असीं अगे वधीए तां कल आपां न्यूज़ लगाई सी मिस्टर एंड्रयू शीर कि जिहड़े कि एयरपोर्ट दे उत्ते बिना मास्क तो देखे गए सी, फाइनली उन्हां दी स्टेटमेंट भी जिहड़ी आ जारी हो चुकी है। इस उत्ते की उन्हां ने इस बारे कोई माफीनामा जारी कीता है? नहीं जी, माफीनामा तो कोई नहीं है। उन्होंने ये गल जरूर की, किड्डी गल है, फिर की हो गया जो तुसीं मैनूं देख लिया बिना तो, हालांकि उन्होंने ऑफिस ने ये गल कही है भी वो उस वेले फोन ते सी कि इस करके उन्होंने मास्क लाया है सीगा। वैसे ਜਿਹੜੀਆਂ 4 ਕੰਡੀਸ਼ਨਾਂ ਨੇ ਜਿਨ੍ਹਾਂ ਦੇ ਕਾਰਨ ਤੁਸੀਂ ਮਾਸਕ ਲਾ ਸਕਦੇ ਹੋ 에ਅਰਪੋਰਟ ਦੇ ਉੱਤੇ, ਫੋਨ ਕੰਡੀਸ਼ਨ ਨਹੀਂ ਹੈਗੀ ਆ। ਸੋ ਐਂਡਰਿਊ ਸ਼ੀਰ ਸਾਹਿਬ ਨੇ ਇਸ ਗੱਲ ਨੂੰ ਟਾਲ ਮਟੋਲ ਕੀਤੀ ਹੈ। ਵੈਸੇ ਜਿਹੜੇ ਉਹਨਾਂ ਪ੍ਰੀਮੀਅਰ ਸੀਗੇ ਜੀ, ਮੇਰੇ ਮੈਨੀਟੋਬਾ ਦੇ ਪ੍ਰੀਮੀਅਰ ਸੀਗੇ, ਉਹਨਾਂ ਨੇ ਕਿਹਾ ਵੀ ਮੇਰੀ ਮਿਸਟੇਕ ਸੀ, ਮੈਨੂੰ ਉਹ ਨਹੀਂ ਕਰਨਾ ਚਾਹੀਦਾ ਸੀ ਤੇ ਅੱਗੇ ਤੋਂ ਇਹ ਨਹੀਂ ਹੋਵੇਗਾ। ਇੰਨੀ ਕੁ ਗੱਲ ਸ਼ੀਰ ਸਾਹਿਬ ਵੀ ਕਹਿ ਸਕਦੇ ਸੀ, ਪਰ ਹੁਣ ਇਉਂ ਲੱਗਦਾ ਸ਼ੀਰ ਸਾਹਿਬ ਨੂੰ ਪਤਾ ਕਿ ਉਹਨਾਂ ਨੇ ਪ੍ਰਾਈਮ ਮਿਨਿਸਟਰ ਤਾਂ ਬਣਨਾ ਨਹੀਂ ਹੈ, ਉਹ ਇਸ ਲਾਈਨ ਦੇ ਵਿੱਚ ਬਾਹਰ ਹੋ ਚੁੱਕੇ ਨੇ ਤੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈ। ਪਰ ਤਰਨ ਉਹਨਾਂ ਦੀ ਪਾਰਟੀ ਨੂੰ ਜ਼ਰੂਰ ਫਰਕ ਪਏਗਾ। ਜਿਹੜੇ ਲੋਕ ਅਜਿਹਾ ਸੋਚਦੇ ਆ ਕਿ ਸਾਨੂੰ ਸਾਰਿਆਂ ਨੂੰ ਮਾਸਕ ਲਾਉਣਾ ਚਾਹੀਦਾ ਔਰ ਇਹ ਇੱਕ ਜ਼ਰੂਰਤ ਬਣ ਗਈ ਹੈ, ਜੇ ਅਸੀਂ ਉਹ ਜ਼ਰੂਰਤ ਨੂੰ ਅਸੀਂ ਐਜ਼ ਅ ਲੀਡਰ ਬਣ ਕੇ ਫੋਲੋ ਨਹੀਂ ਕਰਦੇ ਤਾਂ ਅਸੀਂ ਕੀ ਪ੍ਰੈਸੀਡੈਂਟ ਸੈੱਟ ਕਰ ਰਹੇ ਹਾਂ। ਅਸੀਂ ਜਿਹੜੇ ਤੁਹਾਨੂੰ ਵੋਟ ਪਾ ਰਹੇ ਨੇ ਉਹਦੇ ਵਾਸਤੇ, ਆਪਣੇ ਬੱਚਿਆਂ ਵਾਸਤੇ, ਆਪਣੀ ਫੈਮਿਲੀ ਵਾਸਤੇ, ਫਰੈਂਡਸ ਵਾਸਤੇ ਤੁਸੀਂ ਕੀ ਪ੍ਰੈਸੀਡੈਂਟ ਸੈੱਟ ਕਰ ਰਹੇ ਹੋ। ਸੋ ਗੱਲ ਥੋੜੀ ਜਿਹੀ ਏਡੀ ਹੋਈ ਸੀ ਕਿ ਕਿਹਾ ਜਾਂਦਾ ਵੀ ਕੋਈ ਗੱਲ ਨਹੀਂ, ਵੀ ਸੌਰੀ, ਇਟਸ ਸੌਰੀ ਬਹੁਤ ਕੁਝ ਢੱਕ ਦਿੰਦਾ। ਔਰ ਅਸੀਂ ਇਸ ਮੁਲਕ ਦੇ ਵਿੱਚ ਜੇ ਕੋਈ ਸੌਰੀ ਕਹਿੰਦਾ ਅਸੀਂ ਸੌਰੀ ਮੰਨ ਵੀ ਲੈਂਦੇ ਆ, ਕਿ ਐਸੀ ਗੱਲ ਨਹੀਂ ਹੈ ਵੀ ਅਸੀਂ ਕਈ ਥਾਵਾਂ ਤੇ ਐਸੀ ਹੁੰਦੀ ਵੀ ਕੋਈ ਸੌਰੀ ਕਹਿੰਦਾ ਨਹੀਂ ਤੂੰ ਸੌਰੀ ਹੋਰ ਢੰਗ ਚ ਕਹਿ, ਤੇਰੇ ਕਹਿਣ ਦਾ ਢੰਗ ਚੰਗਾ ਨਹੀਂ ਸੀ, ਨਹੀਂ ਜੋ ਵਾਂਸ ਯੂ ਸੈਡ ਸੌਰੀ ਸੇ ਸੌਰੀ। ਬਿਲਕੁਲ ਜੀ। ਇੱਕ ਦਰਸ਼ਕ ਪਹਿਲਾਂ ਜੁੜ ਚੁੱਕੇ ਨੇ, ਉਹਨਾਂ ਦੇ ਅਸੀਂ ਰਾਏ ਲੈ ਲਈਏ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਇਹ ਜਿਹੜੀ ਤੁਸੀਂ ਰੂਮਿੰਗ ਦੀ ਪ੍ਰੋਬਲਮ ਦੀ ਗੱਲ ਕੀਤੀ ਵੀ ਹਾਊਸਿੰਗ ਦੇ ਇੱਕ ਇੱਕ ਘਰ 'ਚ ਬਹੁਤ ਸਾਰੇ ਲੋਕ ਰਹਿੰਦੇ ਨੇ ਜੀ। ਦੇਖੋ ਇਹਦਾ ਸਿਟੀ ਦਾ ਕੰਮ ਬੰਦਾ, ਇਹਦਾ ਇੰਸਪੈਕਸ਼ਨ ਕੀਤੀ ਜਾਏ ਤੇ ਫਾਈਨ ਲਾਏ ਜਾਣ। ਜਦੋਂ ਤੁਸੀਂ ਕੁਝ ਲੋਕਾਂ ਦੇ ਉੱਪਰ ਫਾਈਨ ਲਾਓਗੇ ਤਾਂ ਫਿਰ ਕੰਮ ਰੁਕ ਸਕਦਾ ਜੀ। ਜਦੋਂ ਸਿਟੀ ਇਸ ਵੱਲ ਚੀਜ਼ ਵੱਲ ਧਿਆਨ ਹੀ ਨਹੀਂ ਦੇ ਰਹੀ। ਦੇਖੋ ਕਈ ਜਿਹੜੀ 1 ਬੈਡਰੂਮ ਦੇ ਹੈਗੇ ਘਰ ਚ 5 ਬੰਦੇ ਰਹਿ ਰਹੇ ਨੇ ਤੇ ਇਸ ਤਰ੍ਹਾਂ ਜਿਹਦਾ ਬੇਸਮੈਂਟ ਹੈ ਤੁਸੀਂ ਦੱਸ ਰਹੇ 20 25 ਵੀ ਲੋਕ ਰਹਿ ਰਹੇ ਤੁਸੀਂ ਜੋ ਦੱਸਿਆ। ਤਾਂ ਇਹ ਗਲਤ ਗੱਲਾਂ ਹੈ, ਓਵਰ ਕਰਾਊਡਿੰਗ ਕਰ ਰਹੇ ਹੋ।
ਤੇ ਇਹਦੇ ਵਿੱਚ ਜੇ ਸਿਟੀ ਦਾ ਫਰਜ਼ ਸਿਟੀ ਦਾ ਬਣਦਾ, ਦੇਖੋ ਲੋਕੀ ਨਹੀਂ ਮੰਨਦੇ, ਪਹਿਲੇ ਤਾਂ ਫਰਜ਼ ਦੇਖੋ ਲੋਕਾਂ ਦਾ ਹੀ ਹੈ, ਪਰ ਜੇ ਲੋਕੀ ਇਸ ਚੀਜ਼ ਨੂੰ ਨਹੀਂ ਅਵੇਅਰ ਕਰਦੇ ਤਾਂ ਫਿਰ ਸਿਟੀ ਦਾ ਬਣਦਾ ਕਿ ਨਾ ਫਾਈਨ ਵਗੈਰਾ ਕੀਤਾ ਜਾਵੇ। ਤਾਂ ਦੂਸਰੀ ਇੱਕ ਖਬਰ ਜਿਹੜੀ ਆ ਰਹੀ ਹੈ ਵੀ ਬਰੈਂਪਟਨ ਦੇ ਵਿੱਚ ਬਈ ਵਾਪਸ ਦਿੱਤੇ ਜਾਣਗੇ, ਘਰਾਂ ਦੇ ਵਿੱਚ ਸਫਾਈ ਕੀਤੇ ਜਾਣਗੇ ਬਾਈ ਮੇ, ਇਹ ਗੱਲ ਸਹੀ ਹੈ? ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੀ 25 ਸਟੂਡੈਂਟਸ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਅਸੀਂ ਗੱਲ ਨਹੀਂ ਕਰ ਰਹੇ ਜੀ, ਇਹ ਸਾਡੇ ਕਾਉਂਸਲਰਸ ਦੇ ਵੱਲੋਂ ਵੀ ਜਿਹੜੀ ਪਰਸੋਂ ਮੀਟਿੰਗ ਹੋਈ ਸੀ ਬਰੈਂਪਟਨ ਦੇ ਸਿਟੀ ਕਾਉਂਸਲ ਦੀ ਮੀਟਿੰਗ ਹੋਈ ਸੀ। ਕਾਉਂਸਲਰ ਸਾਡੇ ਮਿਸਟਰ ਪਿਲੈਸਚੀ, ਉਹਨਾਂ ਨੇ ਵੀ ਇਹ ਗੱਲ ਆਖੀ ਹੈ ਤੇ ਉਸ ਤੋਂ ਬਾਅਦ ਮਿਸਟਰ ਗੁਰਪ੍ਰੀਤ ਢਿੱਲੋਂ ਜੋ ਕਿ ਰੀਜਨਲ ਕਾਉਂਸਲਰ ਨੇ, ਉਹਨਾਂ ਨੇ ਪਿਛਲੇ ਸਾਲ ਵੀ ਇਹ ਮੁੱਦਾ ਚੁੱਕਿਆ ਸੀ, ਉਹਨਾਂ ਨੇ ਇਸ ਵਾਰ ਵੀ ਇਹ ਮੁੱਦਾ ਚੁੱਕਿਆ ਤੇ ਉਹਨਾਂ ਦੇ ਬਿਆਨ ਖੁਦ ਆਏ ਨੇ। ਤੁਸੀਂ ਬਰੈਂਪਟਨ ਗਾਰਡੀਅਨ ਦੀ ਰਿਪੋਰਟ ਜਿਹੜੀ ਹੈ ਇਸ ਬਾਰੇ ਪੜ੍ਹ ਸਕਦੇ ਹੋ। ਸੋ ਇਸ ਦੇ ਵਿੱਚ ਹਮਦਰਦ ਟੀਵੀ ਆਪਣੀ ਭੂਮਿਕਾ ਨਹੀਂ ਕਰ ਰਿਹਾ, ਇਹ ਜਿਹੜੀ ਆ ਸਿੱਧਾ ਫੈਕਟਸ ਆਏ ਨੇ, ਉਹਨਾਂ ਦੀਆਂ ਸਟੇਟਮੈਂਟਸ ਸਾਹਮਣੇ ਆਈਆਂ ਨੇ ਕਿ ਜਦੋਂ ਉਹ ਇਲੈਕਸ਼ਨਸ ਦੇ ਦੌਰਾਨ ਵੀ ਘਰਾਂ ਵਿੱਚ ਗਏ ਸੀ, ਉਸ ਦੌਰਾਨ ਇੱਕ ਘਰ ਦੇ ਵਿੱਚ 25 ਸਟੂਡੈਂਟਸ ਉਹਨਾਂ ਨੇ ਖੁਦ ਦੇਖੇ ਨੇ। ਜੀ ਸਰ। ਤਰਨ ਉਹਦੇ ਚ ਚਲੋ ਆਪਾਂ ਇਕੱਲੇ ਸਟੂਡੈਂਟਸ ਨਹੀਂ ਕਹਿ ਸਕਦੇ, ਹੋਰ ਲੋਕ ਵੀ ਹੈਗੇ ਨੇ। ਇੱਕ ਘਰ ਦੇ ਵਿੱਚ ਜਿਵੇਂ ਤੁਸੀਂ 25 ਦਾ ਨੰਬਰ ਕੀਤਾ, ਇੰਨੇ ਨੰਬਰ ਤੱਕ ਐਸੇ ਲੋਕ ਦੇਖੇ ਗਏ ਨੇ। ਅੱਛਾ, ਇੱਕ ਲੌਜਿੰਗ ਕਹਿੰਦੇ ਉਸ ਚੀਜ਼ ਨੂੰ ਤਰਨ, ਉਹ ਘਰ ਨੂੰ ਜਿਵੇਂ ਕਮਰਾ ਰੈਂਟ ਕੀਤਾ ਜਾਂਦਾ, ਜਿਹੜੀ ਬੇਸਮੈਂਟ ਅਪਾਰਟਮੈਂਟ, ਦੈਟਸ ਅ ਡਿਫਰੈਂਟ ਸਟੋਰੀ। ਉਹਦੇ ਨਾਲ ਬਾਕੀ ਦਾ ਘਰ ਵੀ ਇਕੱਲਾ ਕਮਰਾ ਜਿਹੜਾ ਰੈਂਟ ਕਰਨਾ, ਇਸੇ ਕਰਕੇ ਇੰਨੇ ਬੰਦੇ ਰਹਿੰਦੇ ਆ। ਉਹ ਸਿਸਟਮ ਦੇ ਉੱਤੇ ਬੋਝ ਬਹੁਤ ਪੈਂਦਾ। ਤੁਸੀਂ ਇਮੇਜਿਨ ਕਰੋ, ਜਿਹੜਾ ਇੱਕ ਘਰ ਹੈ ਉਹ ਬਣਾਇਆ ਹੈ 4 ਬੰਦਿਆਂ ਵਾਸਤੇ, ਐਵਰੇਜ ਫੈਮਿਲੀ 'ਚ 4 ਜਾਂ 5 ਨੇ, ਇੱਥੇ 2 ਵੱਡੇ ਹੈ ਨਹੀਂਗੇ, ਉਹਦੇ ਵਿੱਚ 25 ਬੰਦੇ ਰਹਿ ਰਹੇ ਆ। ਕਿੰਨੀ ਬਿਜਲੀ ਹੋਰ ਲੱਗ ਰਹੀ ਹੈ, ਕਿੰਨਾ ਏਸੀ ਵੱਧ ਚੱਲ ਰਿਹਾ ਹੈਗਾ, ਕਿੰਨੀ ਉਹਦੇ ਤੇ ਕੁਕਿੰਗ ਵੱਧ ਹੋ ਰਹੀ ਆ, ਕਿੰਨਾ ਉਹਦੇ ਵਿੱਚੋਂ ਡਿਸਪੋਜ਼ ਆਫ ਜਿਹੜਾ ਸਿਸਟਮ ਚੋਂ ਹੋਣਾ ਉਹ ਕਿੰਨਾ ਹੋ ਰਿਹਾ, ਗਾਰਬੇਜ ਕਿੰਨਾ ਕ੍ਰੀਏਟ ਹੋ ਰਿਹਾ। ਇਮੇਜਿਨ ਕਰੋ ਸਿਸਟਮ ਦੇ ਉੱਤੇ ਕਿੰਨਾ ਬੋਝ ਪੈ ਰਿਹਾ। ਸੋ ਇਹ ਸਰਕਾਰ, ਸਾਡੀ ਜਿਹੜੀ ਬਰੈਂਪਟਨ ਵਾਲੀ ਸਰਕਾਰ ਹੈ, ਇਹ ਸੋਚ ਰਹੀ ਹੈ, ਬੜੀ ਸੀਰੀਅਸਲੀ ਸੋਚ ਰਹੀ ਹੈ। ਠੀਕ ਹੈ, ਪ੍ਰੋਬਲਮ ਤਰਨ ਉਦੋਂ ਆ ਜਾਂਦੀ ਹੈ ਜਦੋਂ ਸਿਆਸਤ ਵਿੱਚ ਆ ਵੜਦੀ ਹੈ, ਫਿਰ ਲੋਕ ਮੁਜ਼ਾਹਰਾ ਕਰਨ ਲੱਗ ਜਾਂਦੇ ਨੇ, ਪ੍ਰੋਟੈਸਟ ਕਰਨ ਲੱਗ ਜਾਂਦੇ। ਉਹਨੂੰ ਮੈਂ ਕਹਿੰਦਾ ਸੜਕਾਂ ਤੇ ਜਾ ਕੇ ਕਰਦੇ ਨੇ ਪ੍ਰੋਟੈਸਟ, ਆਨਲਾਈਨ ਹੈਗਾ। ਫਿਰ ਜਿਹੜਾ ਸਿਆਸਤਦਾਨ ਉਹਨੂੰ ਵੋਟ ਵੀ ਚਾਹੀਦੀ ਹੈ, ਫਿਰ ਉਹ ਕੁਛ ਨਾ ਕੁਛ ਕਿਸੇ ਹਿਸਾਬ ਦੇ ਵਿੱਚ ਵਿਚਾਲੇ ਚੱਲਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਪਰ ਜਿਹੜਾ ਇਹ ਬੋਝ ਹੈਗਾ ਬਹੁਤ ਜ਼ਿਆਦਾ ਪਿਆ ਹੈ। ਸਾਡੇ ਜਿਹੜੀ ਯੂਨੀਵਰਸਿਟੀ ਬਣਾਉਣ ਦੀ ਵੀ ਗੱਲ ਚੱਲ ਰਹੀ ਹੈ, ਸਾਡੇ ਜਿਹੜੇ ਕਾਲਜਸ ਨੇ, ਆਪਾਂ ਬਰੈਂਪਟਨ ਦੀ ਗੱਲ ਹੀ ਕਰ ਰਹੇ ਹਾਂ, ਇੱਥੇ ਇਹਨਾਂ ਦੇ ਵਿੱਚ ਸਟੂਡੈਂਟਸ ਇੰਨੇ ਜ਼ਿਆਦਾ ਆਏ ਹੋਏ ਨੇ, ਉਹਦੇ ਕਰਕੇ ਜਿਹੜੀ ਸਾਡੀ ਹਾਊਸਿੰਗ ਦੀ ਬਹੁਤ ਵੱਡੀ ਪ੍ਰੋਬਲਮ ਆਈ ਹੋਈ ਹੈ। ਔਰ ਉਸ ਪ੍ਰੋਬਲਮ ਨੂੰ ਜਿਹੜੇ ਇੱਥੋਂ ਦੇ ਕਈ ਲੋਕ ਹੋਮ ਓਨਰਸ ਨੇ, ਉਹ ਸਰਟਨ ਨਜਾਇਜ਼ ਫਾਇਦਾ ਵੀ ਲੈ ਰਹੇ ਨੇ। ਇੱਕ ਘਰ ਦੇ ਵਿੱਚ ਇੰਨੇ ਨੂੰ ਤੁਸੀਂ ਵਾੜਿਆ ਹੋਇਆ ਬੰਦਿਆਂ ਨੂੰ, ਜਿਹੜੀਆਂ ਲਿਵਿੰਗ ਕੰਡੀਸ਼ਨਸ ਆ ਤਰਨ ਇੰਨੀਆਂ ਵਧੀਆ ਨਹੀਂ ਹੈਗੀਆਂ, ਦੇਖੀਆਂ ਜਾਂਦੀਆਂ ਨੇ, ਪਰ ਮਜਬੂਰੀ ਹੈ, ਅਗਲਾ ਵੀ ਰਹਿ ਰਿਹਾ। ਅਸੀਂ ਇਹ ਵੀ ਕਹਾਂਗੇ ਜੇ ਕੋਈ ਅਜਿਹੀ ਕੰਡੀਸ਼ਨ 'ਚ ਰਹਿ ਰਿਹਾ, ਉਹ ਵੀ ਸਾਨੂੰ ਫੋਨ ਕਰਕੇ ਦੱਸ ਸਕਦੇ ਵੀ ਤੁਹਾਡੀਆਂ ਕਿਹੋ ਜਿਹੀਆਂ ਕੰਡੀਸ਼ਨਾਂ ਹੈਗੀਆਂ ਨੇ, ਕਿਵੇਂ ਕੰਡੀਸ਼ਨਸ ਨੇ। ਈਵਨ ਜੇ ਤੁਸੀਂ ਰੈਂਟ ਡਿਸਕਸ ਕਰਨਾ ਚਾਹੁੰਦੇ ਹੋ, ਕਿੰਨੇ ਤੁਸੀਂ ਪੈਸੇ ਦਿੰਦੇ ਹੋ, ਕਿੰਨਾ ਖਰਚਾ ਆਉਂਦਾ, ਤੁਸੀਂ ਅਜਿਹੀਆਂ ਗੱਲਾਂ ਵੀ ਸਾਡੇ ਨਾਲ ਸਰ ਇਹਦੇ ਵਿੱਚ ਮੈਂ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹੂੰਗੀ, ਕਿਉਂਕਿ ਜੇਕਰ ਇੰਨੀ ਜਨਤਾ ਰਹਿ ਰਹੀ ਹੈ ਇੱਕ ਘਰ ਦੇ ਵਿੱਚ, ਇਹ ਉਹਨਾਂ ਦਾ ਕਸੂਰ ਹੈ ਕਿ ਇਸ ਸਭ ਦੇ ਕੁਝ ਜਾਣਨ ਦੇ ਬਾਵਜੂਦ ਜਿਹੜਾ ਤੁਸੀਂ ਇਸ ਘਰ ਦੇ ਵਿੱਚ ਰਹਿ ਰਹੇ ਹੋ, ਜਿਹਦੇ ਵਿੱਚ ਆਲਰੇਡੀ ਉਹ ਪਹਿਲਾਂ ਹੀ ਓਵਰਕਰਾਊਡਡ ਹੈਗਾ, ਜਾਂ ਫਿਰ ਇਹ ਮਕਾਨ ਮਾਲਕ ਦਾ ਦੋਸ਼ ਹੈ ਜਿਹੜਾ ਕਿ ਇੱਕ ਘਰ ਦੇ ਵਿੱਚ ਇੰਨੇ ਲੋਕਾਂ ਨੂੰ ਜਿਹੜਾ ਰੱਖ ਰਿਹਾ? ਤਰਨ ਪਹਿਲਾਂ ਤਾਂ ਮਕਾਨ ਮਾਲਕ ਦਾ ਦੋਸ਼ ਹੈ, ਕਿਉਂਕਿ ਉਹਨੇ ਜਿਹੜਾ ਕਰ ਲਿਆ ਹੈ ਸਿੰਗਲ ਫੈਮਿਲੀ ਹੋਮ ਕਿਹਾ ਜਾਂਦਾ ਉਹਨੂੰ, ਸਿੰਗਲ ਫੈਮਿਲੀ ਡਵੈਲਿੰਗ ਹੈ, ਉਹ 'ਚ ਇਕੱਲੀ ਫੈਮਿਲੀ ਰਹਿਣੀ ਆ। ਜਿਹੜੇ ਨੇ ਵੱਧ ਰੱਖੇ ਹੋਏ ਆ, ਇਟ ਮੀਨਸ ਉਹ ਉਸ ਚੀਜ਼ ਨੂੰ ਜਿਹੜੀ ਚੀਜ਼ ਵਾਸਤੇ ਉਹ ਘਰ ਲਿਆ ਗਿਆ, ਬਣਾਇਆ ਗਿਆ ਜਾਂ ਮੁੱਖ ਰੱਖ ਕੇ ਬਣਾਇਆ ਗਿਆ, ਉਸ ਚੀਜ਼ ਵਾਸਤੇ ਨਹੀਂ ਵਰਤਿਆ ਜਾ ਰਿਹਾ, ਉਦੋਂ ਕਿਤੇ ਵੱਧ ਵਾਸਤੇ ਵਰਤਿਆ ਜਾ ਰਿਹਾ। ਜਿਹੜੇ ਰਹਿ ਰਹੇ ਨੇ, ਰਹਿ ਰਿਆਂ ਦੀ ਕਈ ਵਾਰੀ ਮਜਬੂਰੀ ਹੁੰਦੀ ਆ, ਉਹ ਕਰਨ ਕੀ, ਉਹਨਾਂ ਨੂੰ ਕੋਈ ਹੋਰ ਜਗ੍ਹਾ ਮਿਲਦੀ ਨਹੀਂ ਹੈ। ਜਿਹੜੀ ਯੂਨੀਵਰਸਿਟੀ ਹੈ, ਸਾਡੇ ਕਾਲਜਸ ਹੈਗੇ, ਕਾਲਜਸ ਕੋਲ ਇੰਨਾ ਰਹਿਣ ਵਾਸਤੇ ਜਗ੍ਹਾ ਦਾ ਇੰਤਜ਼ਾਮ ਨਹੀਂ ਹੈ। ਜਿਹੜੇ ਸਟੂਡੈਂਟ ਆਉਂਦੇ ਨੇ, ਜਿਹੜੇ ਇੱਥੇ ਬੱਚੇ ਪੜ੍ਹਦੇ ਨੇ, ਉਹ ਕਿੱਥੇ ਜਾਣ, ਉਹਨਾਂ ਨੇ ਕਿਸ ਜਗ੍ਹਾ ਤੇ ਰਹਿਣਾ ਹੀ ਹੈ। ਅੱਛਾ, ਉਹਦੇ ਕਰਕੇ ਸਾਰੇ ਸਿਸਟਮ ਤੇ ਭਾਰ ਪੈ ਗਿਆ। ਜਿਹੜੇ ਲੋਕ ਹੋਰਾਂ ਨੂੰ ਵੀ ਬੇਸਮੈਂਟ ਅਪਾਰਟਮੈਂਟਸ ਚਾਹੀਦੀਆਂ ਨੇ, ਉਹਨਾਂ ਨੂੰ ਵੀ ਉਹ ਮਿਲਣੋਂ ਹਟ ਜਾਂਦੇ ਨੇ। ਕਾਲਰ ਦੀ ਆਪਾਂ ਕਾਲਰ ਸਾਡੇ ਨਾਲ ਜੁੜ ਗਏ ਨੇ। ਹੋਰ ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ, ਮੈਂ ਤੇ ਬੈਂਕਟਨ ਤੋਂ ਬੋਲ ਰਹੀ ਰਾਜ ਜੀ। ਦੱਸੋ ਸਰ, ਕੀ ਕਹਿਣਾ? ਹਾਂਜੀ, ਉਹ ਮੈਂ ਇਹ ਕਹਿ ਰਿਹਾ ਸੀ, ਹੁਣ ਕਹਿੰਦੇ ਸਟੂਡੈਂਟ ਰਹਿਣ ਕਿਤੇ ਹੋਏ ਤੇ ਸੜਕਾਂ ਤੇ ਰਹਿ ਜਾਣਗੇ, ਲੇਕਿਨ ਹੋਰ ਤਾਂ ਕੋਈ ਜਗ੍ਹਾ ਰਹਿ ਨਹੀਂ ਹੈਗੀ, ਕਿਉਂਕਿ ਲੋਕਾਂ ਨੂੰ ਕਿਰਾਇਆ ਦਿੰਦੇ ਨੇ, ਤਾਂ ਹੀ ਕਿਰਾਇਆ ਵੀ ਲੈਂਦੇ ਹੀ ਨੇ ਲੋਕ, ਤਾਂ ਹੀ 25 ਰਹਿ ਲੈਣ। ਕਿਸੇ ਨੇ ਸ਼ੌਂਕ ਥੋੜੀ ਇੰਨੇ ਇਕੱਠ ਦੇ ਵਿੱਚ ਰਹਿਣ ਦਾ, ਇਹ ਮਜਬੂਰੀ ਹੈ ਉਹਨਾਂ ਦੀ। ਜ਼ਿਆਦਾ ਕੋਈ ਗਵਰਨਮੈਂਟ ਕੁਝ ਕਰ ਸਕਦੀ, ਹੁਣ ਉਹ ਥੋੜੀ ਕੁਝ ਕਰ ਸਕਦਾ ਜੀ। ਬਿਲਕੁਲ, ਜਿਹੜੇ ਰਹਿੰਦੇ ਨੇ ਸਟੂਡੈਂਟ, ਉਹਦਾ ਰੋਟੀ ਪਾਣੀ ਮਸਲਾ ਚੱਲਦਾ ਗਾ, ਕਿ ਉਹਨਾਂ ਨੂੰ ਖਰਚਾ ਘੱਟ ਪਿਆ, ਤਾਂ ਹੀ ਬੱਚੇ ਜਾਣੇ ਰਹਿੰਦੇ ਨੇ ਵਿਚਾਰੇ। ਜੀ ਬਿਲਕੁਲ, ਉਹਨਾਂ ਨੂੰ ਕੋਈ ਜ਼ਰੂਰਤ ਥੋੜੀ ਆ ਵੀ ਕੋਈ ਨਹੀਂ ਚਾਹੁੰਦਾ ਹੈਗਾ 2 ਜਾਂ 4 ਜਣਿਆਂ ਤੋਂ ਵੱਧ ਰਹਿਣ ਇੱਕ ਘਰ ਦੇ ਵਿੱਚ, ਕਿਉਂਕਿ ਉਹਨਾਂ ਦੀ ਮਜਬੂਰੀ ਆ। ਹੁਣ ਕਰ ਵੀ ਕੀ ਸਕਦੇ ਨੇ ਨਾ। ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਪ ਇਹਨਾਂ ਨੂੰ ਦੱਸਦੀ ਆ ਵੀ
ਜੇ ਬੁਲਾਉਂਦੇ ਨੇ ਰਹਿਣ ਦਾ ਪ੍ਰਬੰਧ ਕਰਨਾ ਚਾਹੀਦਾ ਜੀ। ਨਹੀਂ ਤਰਨ ਆਪਾਂ ਬਿਲਕੁਲ ਤੁਸੀਂ ਟੀਵੀ ਸਕਰੀਨ ਤੇ ਜੀ ਆਨਸਰ ਸੁਣ ਸਕਦੇ ਹੋ, ਕਾਲ ਕੀਤੀ ਹੈ ਤੁਸੀਂ, ਆਪਣੇ ਵਿਚਾਰ ਸਾਂਝੇ ਕੀਤੇ ਨੇ, ਬਹੁਤ ਬਹੁਤ ਧੰਨਵਾਦ ਜੀ ਸਰ। ਜਦੋਂ ਇਹ ਔਨ ਹੋਲਡ ਸੀਗੇ ਆਪਾਂ ਇਹੀ ਗੱਲ ਕਰਕੇ ਹਟੇ ਸੀਗੇ ਵੀ ਇੱਕ ਘਰ ਦੇ ਵਿੱਚ ਇੰਨੇ ਲੋਕ ਰਹਿ ਰਹੇ ਆ ਜਿਹੜੇ ਕਿ ਅਲਾਉਡ ਨਹੀਂ ਹੋਣੇ ਚਾਹੀਦੇ, ਉਹਨਾਂ ਦੀ ਵੀ ਮਜਬੂਰੀ ਹੈ। ਪਹਿਲਾਂ ਤਾਂ ਮਾਲਕ ਮਕਾਨ ਦੀ ਹੈ, ਦੂਸਰੇ ਤਾਂ ਜਿਹੜਾ ਉੱਥੇ ਰਹਿ ਰਿਹਾ ਉਹਦੀ ਮਜਬੂਰੀ ਵਾਸਤੇ ਰਹਿ ਰਹੇ ਨੇ। ਉਸ ਕਰਕੇ ਜਿਹੜੀ ਸਰਕਾਰ ਹੈਗੀ ਠੀਕ ਆ, ਪਹਿਲਾਂ ਗੱਲ ਕੀਤੀ ਸੀ ਕਿ ਇੱਥੇ ਕਾਲਜਸ ਤਾਂ ਬਣੇ ਹੋਏ ਨੇ, ਉਹ 'ਚ ਫੋਰਨ ਸਟੂਡੈਂਟ ਆ ਰਿਹਾ ਔਰ ਧੜ ਆ ਰਿਹਾ, ਉਹਦੇ ਵਾਸਤੇ ਰਹਿਣ ਦਾ ਕੋਈ ਇੰਤਜ਼ਾਮ ਨਹੀਂ, ਜਾਵੇਗਾ ਕਿੱਥੇ? ਜਿਵੇਂ ਆਪਣੇ ਇਹਨਾਂ ਨੇ ਭਾਈ ਸਾਹਿਬ ਨੇ ਗੱਲ ਕੀਤੀ ਹੈ, ਆਪਣੇ ਕਾਲਰ ਨੇ, ਉਹਨੇ ਕਿਤੇ ਨਾ ਕਿਤੇ ਤਾਂ ਰਹਿਣਾ ਹੈਗਾ, ਫਿਰ ਮਜਬੂਰੀ ਵਾਸਤੇ ਉੱਥੇ ਰਹਿਣਾ ਪੈਂਦਾ, ਜਿਹਦੇ ਨਾਲ ਕਿ ਜਿਹੜੀਆਂ ਕੰਡੀਸ਼ਨਸ ਨੇ ਉਹ ਉਨੀਆਂ ਰਹਿਣ ਦੀਆਂ ਸੁਖਾਵੀਆਂ ਨਹੀਂ ਹੈਗੀਆਂ। ਜਦੋਂ ਇੱਕ ਘਰ ਦੇ ਵਿੱਚ ਜੇ 4 ਦੀ ਜਗ੍ਹਾ ਤੇ 25 ਬੰਦੇ ਬੈਠੇ ਆ, ਨੈਚੁਰਲੀ ਆ ਤੁਸੀਂ ਦੇਖੋ ਪਾਰਕਿੰਗ ਹੈ ਨਹੀਂ ਜੀ, ਪਾਰਕਿੰਗ ਕਿੱਥੇ ਹੋਏਗੀ? ਕਾਰਾਂ ਕਿਸੇ ਹਰੇਕ ਦੇ ਕੋਲੇ ਕਾਰਾਂ ਹੈਗੀਆਂ ਨੇ, ਉਹਦੇ ਕਰਕੇ ਪਾਰਕਿੰਗ ਰੋਡ ਦੇ ਉੱਤੇ ਖੜੀਆਂ ਕਾਰਾਂ ਨੇ, ਕੋਈ ਐਮਰਜੈਂਸੀ ਹੋ ਜਾਂਦੀ ਹੈ, ਜਿਹੜੀਆਂ ਐਮਰਜੈਂਸੀ ਵਹੀਕਲਸ ਆਉਣੀਆਂ ਉਹਨਾਂ ਨੂੰ ਆਉਣ 'ਚ ਪ੍ਰੋਬਲਮ ਆਉਂਦੀ ਹੈ। ਸੋ ਦੇਰ ਸੋ ਮੈਨੀ ਥਿੰਗਸ, ਬਟ ਇਹ ਹਾਂ ਜਿਹੜੀ ਸਾਡੀ ਸਿਟੀ ਹੈ ਉਹਨੂੰ ਵੀ ਜਾਂ ਸਖਤੀ ਕਰਨੀ ਪਏਗੀ ਜਾਂ ਉਹਨੂੰ ਹੋਰ ਥਾਵਾਂ ਪ੍ਰੋਵਾਈਡ ਕਰਨੀਆਂ ਪੈਣਗੀਆਂ। ਬੇਸਮੈਂਟਸ ਅਪਾਰਟਮੈਂਟਸ ਤਾਂ ਉਹਨਾਂ ਨੇ ਅਲਾਉ ਕੀਤੇ ਹੋਏ ਨੇ ਅੰਡਰ ਸਰਟਨ ਕੰਡੀਸ਼ਨਸ, ਮੈਨੂੰ ਲੱਗਦਾ ਇਹਦੇ ਪਿੱਛੇ ਕੁਝ ਵੀ ਵੱਧ ਕਰਨਾ ਪਵੇਗਾ। ਸਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਾਲਜਸ ਦੀ, ਕਿ ਕਾਲਜਸ ਨੂੰ ਜਿਹੜੀਆਂ ਸਪੇਸ ਪ੍ਰੋਵਾਈਡ ਕਰਵਾਉਣੀ ਚਾਹੀਦੀ ਹੈ ਸਟੂਡੈਂਟਸ ਦੇ ਲਈ, ਜਿਵੇਂ ਇੱਕ ਅਸੀਂ ਐਗਜ਼ਾਮਪਲ ਲੈ ਲਈਏ ਸ਼ੈਰਡਨ ਕਾਲਜ ਦੀ ਲੈ ਲਈਏ, ਉੱਥੇ ਜਿਹੜੇ ਸਟੂਡੈਂਟਸ ਹੋਮ ਬਣੇ ਹੋਏ ਨੇ ਉਹਨਾਂ ਦਾ ਕਿਰਾਇਆ ਇੰਨਾ ਜ਼ਿਆਦਾ ਹੈ ਕਿ ਸਟੂਡੈਂਟਸ ਲਈ ਅਫੋਰਡ ਕਰਨਾ ਬਹੁਤ ਮੁਸ਼ਕਿਲ ਹੈ। ਜਾਂ ਤਾਂ ਉਹ ਆਪਣਾ ਖਾਣ ਪੀਣ ਦਾ ਅਰੇਂਜਮੈਂਟ ਕਰ ਸਕਦੇ ਆ ਜਾਂ ਉੱਥੇ ਰਹਿਣ ਦਾ ਕਰ ਸਕਦੇ ਆ। ਜੇ ਹੀ ਕਿਰਾਏ ਨੂੰ ਘਟਾ ਦਿੱਤਾ ਜਾਵੇ ਤਾਂ ਬੇਸਮੈਂਟ 'ਚ ਜੋ ਭੀੜ ਪੈ ਰਹੀ ਹੈ ਉਹ ਘਟ ਕੇ ਉੱਥੇ ਸਟੂਡੈਂਟ ਹੋਮਸ ਦੇ ਵਿੱਚ ਜਾ ਸਕਦੀ ਆ। ਦੂਜੀ ਗੱਲ ਹੈ ਇੱਥੇ ਪ੍ਰਾਈਵੇਟ ਕਾਲਜਸ ਦੀ ਇੰਨੀ ਜ਼ਿਆਦਾ ਭਰਮਾਰ ਆ ਜੋ ਕਿ ਸਟੂਡੈਂਟਸ ਦੇ ਲਈ ਕੋਈ ਵੀ ਜਿਨ੍ਹਾਂ ਦੇ ਕੋਲ ਰਹਿਣ ਦਾ ਠਿਕਾਣਾ ਨਹੀਂ ਹੈਗਾ, ਜਿਹੜੇ ਸਰਟੀਫਿਕੇਟਸ ਤੱਕ ਦੂਸਰੇ ਕਾਲਜਸ ਤੋਂ ਲੈ ਕੇ ਸਟੂਡੈਂਟਸ ਨੂੰ ਪ੍ਰੋਵਾਈਡ ਕਰਵਾਏ ਜਾਂਦੇ ਨੇ, ਖੁਦ ਫੀਸਾਂ ਬਟੋਰ ਲੈਂਦੇ ਨੇ। ਸੋ ਅਜਿਹੇ ਕਾਲਜਸ ਦੇ ਕਰਕੇ ਵੀ ਜਿਹੜੀ ਭਰਮਾਰ ਵੱਧ ਰਹੀ ਹੈ ਇੱਥੇ ਤੇ ਰਸ਼ ਜ਼ਿਆਦਾ ਵੱਧ ਰਿਹਾ, ਜਿਸ ਕਰਕੇ ਹਾਊਸਿੰਗ ਇੰਨੀ ਜ਼ਿਆਦਾ ਹੈ ਨਹੀਂਗੀ। ਦਰਸ਼ਕ ਇੱਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਅੱਜ ਸਟੂਡੈਂਟ ਹਾਊਸਿੰਗ ਦੀ ਗੱਲ ਕੀਤੀ ਹੈ। ਪ੍ਰੋਬਲਮ ਦੇਖੋ ਜੀ, ਇਹ ਸਰਕਾਰ ਦੀ ਪ੍ਰੋਬਲਮ ਹੈ। ਸਰਕਾਰ ਹੀ ਸਟੂਡੈਂਟ ਨੂੰ ਉੱਥੋਂ ਲੈ ਕੇ ਆ ਰਹੀ ਹੈ, ਸਰਕਾਰ ਦੀ ਮਰਜ਼ੀ ਨਾਲ ਸਟੂਡੈਂਟ ਆਉਂਦੇ ਨੇ। ਜਦੋਂ ਉਹ ਡਿਫਰੈਂਟ ਕਾਲਜ ਐਡਮਿਸ਼ਨ ਦਿੰਦਾ, ਕੀ ਇਹ ਸਰਕਾਰ ਦੀ ਜਾਂ ਕਾਲਜ ਵੱਲੋਂ ਕੋਈ ਸਟੂਡੈਂਟ ਹਾਊਸਿੰਗ ਪ੍ਰੋਵਾਈਡ ਕਰਨ ਦੀ ਕੋਈ ਜ਼ਿੰਮੇਵਾਰੀ ਨਹੀਂ? ਸਿਟੀ ਨੂੰ ਦੇਖਣਾ ਚਾਹੀਦਾ। ਜਦੋਂ ਤੁਸੀਂ ਪ੍ਰਾਈਵੇਟ ਘਰ ਜਾਂ ਘਰ ਬਣਾਉਣ ਦੇ ਇਹਨਾਂ ਨੇ ਲਾਇਸੈਂਸ ਦੇਈ ਜਾ ਰਹੇ ਹੋ, ਬਿਲਡਰ ਨੂੰ ਧੜਾਧੜ ਘਰ ਬਣ ਰਹੇ ਨੇ, ਕੋਈ ਸਟੂਡੈਂਟ ਹਾਊਸਿੰਗ ਬਾਰੇ ਵੀ ਸੋਚੋ। ਜਦੋਂ ਤੁਹਾਡਾ ਹਰ ਸਾਲ ਦਾ ਟਾਰਗੇਟ 2 ਲੱਖ ਸਟੂਡੈਂਟ ਰੱਖਿਆ ਕਿ ਤੁਸੀਂ ਹਰ ਸਾਲ 2 ਲੱਖ ਸਟੂਡੈਂਟ ਲੈਣੇ, ਤੇ ਸਰਕਾਰ ਇਹ ਨਹੀਂ ਦੇਖਦੀ ਵੀ ਇਹਨਾਂ ਨੂੰ ਹਾਊਸਿੰਗ ਵੀ ਦੇਣੀ ਹੈ ਕਿ ਬੱਚਿਆਂ ਨੂੰ। ਤੇ ਬੱਚਿਆਂ ਦਾ ਐਕਸਪਲੋਇਟੇਸ਼ਨ ਹੋ ਰਹੀ ਹੈ। ਜਿਹੜੇ ਬੱਚੇ ਤਾਂ ਘਰਾਂ ਦੇ ਵਿੱਚ 20-25 ਰਹਿ ਰਹੇ ਜਾਂ ਉਹਨਾਂ ਕੋਲ ਵਾਧੂ ਕਿਰਾਇਆ ਇੰਨਾ ਲਿਆ ਜਾਂਦਾ, ਇਹ ਤਾਂ ਸ਼ੋਸ਼ਣ ਹੋ ਰਿਹਾ। ਤੁਸੀਂ ਬੱਚਿਆਂ ਦਾ ਜਿਹੜਾ ਸਟੂਡੈਂਟ ਦਾ ਐਕਸਪਲੋਇਟੇਸ਼ਨ ਕਰਾ ਰਹੇ ਹੋ ਜੀ। ਬਿਲਕੁਲ, ਇਹ ਟੋਟਲੀ ਸਰਕਾਰ ਦੀ ਫੇਲਿਅਰ ਹੈ। ਇਹਦੇ ਵਿੱਚ ਸਟੂਡੈਂਟ ਹਾਊਸਿੰਗ ਪ੍ਰੋਵਾਈਡ ਕਰਨੀ ਚਾਹੀਦੀ ਹੈ। ਕੋਈ ਏਦਾਂ ਦੇ ਕੰਡੋਜ਼ ਬਣ, ਅਪਾਰਟਮੈਂਟ ਬਣ ਜਿੱਥੇ ਸਟੂਡੈਂਟ ਹਾਊਸਿੰਗ ਹੋਵੇ। ਜੀ ਬਿਲਕੁਲ ਸਰ, ਥੈਂਕ ਯੂ ਸੋ ਮਚ ਕਾਲਜ ਵੱਲੋਂ ਵੀ ਥੈਂਕ ਯੂ ਜੀ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਸਰ ਠੀਕ ਹੈ, ਸਰਕਾਰ ਵੀ ਇਹਦੇ ਵਿੱਚ ਫੇਲ ਹੋਈ ਹੈ। ਮੈਂ ਇੱਕ ਮਕਾਨ ਮਾਲਕਾਂ ਦੇ ਬਾਰੇ ਵੀ ਇੱਥੇ ਮੈਂ ਇੱਕ ਕੁਐਸਚਨ ਮਾਰਕ ਜ਼ਰੂਰ ਪੁੱਟ ਕਰਨਾ ਚਾਹੂੰਗੀ, ਕਿਉਂਕਿ ਜ਼ਿਆਦਾ ਕਿਰਾਏ ਦੇ ਲਾਲਚ ਦੇ ਵਿੱਚ ਅਕਸਰ ਇਹ ਵੀ ਦੇਖਿਆ ਹੈ ਕਿ ਉਹ ਵੀ ਸਮਰੱਥਾ ਨਾਲੋਂ ਵੱਧ ਜਿਹੜੇ ਆ ਲੋਕਾਂ ਨੂੰ ਆਪਣੇ ਘਰ ਦੇ ਕਿਰਾਏ ਤੇ ਦਿੰਦੇ ਨੇ। ਤਰਨ ਕਈ ਲੋਕਾਂ ਦਾ ਇਹ ਬਿਜ਼ਨਸ ਬਣਾਇਆ ਹੈ। ਠੀਕ ਹੈ, ਬਿਜ਼ਨਸ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਪਰ ਬਿਜ਼ਨਸ ਵਿਦਨ ਦਾ ਲਾਜ਼ ਜੇ ਤੁਸੀਂ ਕੀਤਾ ਜਾਵੇ, ਉਸੇ ਜਿਹੜੇ ਘਰ ਦੇ ਵਿੱਚ ਤੁਸੀਂ ਸਾਰਾ ਘਰ ਰੈਂਟ ਕਰ ਸਕਦੇ ਹੋ, ਕੋਈ ਏਡੀ ਗੱਲ ਨਹੀਂ ਹੈ। ਜਿੰਨੇ ਬੰਦਿਆਂ ਦੇ ਰਹਿਣ ਵਾਸਤੇ ਆ ਉਹਨਿਆਂ ਨੂੰ ਰੈਂਟ ਕਰ ਸਕਦੇ ਹੋ। ਪਰ ਜਿਹੜਾ ਤੁਸੀਂ ਵੱਧ ਲਾਲਚ ਕਰ ਲੈਂਦੇ ਹੋ, ਕੱਲਾ ਕਮਰਾ, ਤਰਨ ਐਸੀਆਂ ਕੰਡੀਸ਼ਨਸ ਨੇ, ਜਿੰਨੇ ਘਰ ਦੇ ਵਿੱਚ ਬੈਡਰੂਮਸ ਨੇ, ਕੱਲਾ ਕਮਰਾ, ਕਈਆਂ ਦੋ ਨੂੰ ਵੀ ਰੈਂਟ ਕੀਤਾ ਗਿਆ। ਫਿਰ ਉਹਦੀ ਕਿਚਨ ਦੇ ਵਿੱਚ ਜਿਹੜੀ ਵੀ ਟਾਈਮਿੰਗ ਹੈਗੀ ਆ, ਵਾਸ਼ਰੂਮ ਵਰਤਨ ਦੀ ਵੀ ਟਾਈਮਿੰਗ ਹੈਗੀ ਆ। ਇਟਸ ਨਾਟ ਈਜ਼ੀ। ਸਮ ਕਈਆਂ ਨੂੰ ਕੱਲਾ ਕਮਰਾ ਹੀ ਹੈ ਜੀ, ਉਹਨਾਂ ਨੂੰ ਕਿਚਨ ਅਲਾਉਡ ਨਹੀਂ ਹੈ, ਉਹਨੂੰ ਕੋਈ ਕਿਚਨਟ ਆਪਦੇ, ਉਹਨੂੰ ਮਾਈਕ੍ਰੋਵੇਵ ਕੁਕਿੰਗ ਹੈਗੀ ਆ, ਕੁਛ ਐਸਾ ਕੁਛ ਹੈਗਾ। ਐਸੀਆਂ ਕੰਡੀਸ਼ਨਸ ਵੀ ਹੈਗੀਆਂ ਨੇ ਜਿਹੜੀਆਂ ਕਿ ਮਾਲਕ ਮਕਾਨ ਲਾਲਚ ਇੰਨਾ ਹੈਗਾ, ਠੀਕ ਹੈ ਬਿਜ਼ਨਸ ਹੈਗਾ, ਪਰ ਫਿਰ ਵੀ ਕੁਛ ਵਿਦਨ ਦ ਲਿਮਿਟਸ ਕਰਨਾ ਚਾਹੀਦਾ। ਜਿਹੜੇ ਸਟੂਡੈਂਟਸ ਆ ਉਹਨਾਂ ਨਾਲ ਜ਼ਰੂਰ ਇਸ ਮਾਮਲੇ ਤੇ ਜ਼ਰੂਰ ਸੋਚਣਾ। ਤੁਸੀਂ ਗੱਲ ਕੀਤੀ ਸੀ ਕਿਰਾਏ ਦੀ, ਜਿਹੜਾ ਕਿਰਾਇਆ ਕਾਲਜਸ ਜ਼ਿਆਦਾ ਮੰਗ ਰਹੇ ਨੇ। ਵੈਸੇ ਜਿਹੜਾ ਉਹ ਕਿਰਾਇਆ ਹੈਗਾ ਕਿੰਨਾ ਵੀ ਮੰਗਣ, ਜਿਹੜੇ ਵੀ ਸਟੂਡੈਂਟਸ ਆ ਰਹੇ ਨੇ ਉਹਨਾਂ ਨੂੰ ਆਉਣ ਤੋਂ ਪਹਿਲਾਂ ਪਤਾ ਹੈ ਕਿ ਉਸ ਇੰਸਟੀਟਿਊਸ਼ਨ ਦੇ ਵਿੱਚ ਕਿਰਾਇਆ ਕਿੰਨਾ ਰਿਹਾ। ਉਹਨਾਂ ਨੂੰ ਉਹ ਇਸ ਗੱਲ ਨੂੰ ਲੈ ਕੇ ਆਏ ਨੇ। ਹਾਂ ਠੀਕ ਆ, ਅਫੋਰਡੇਬਿਲਟੀ ਨਹੀਂ ਹੁੰਦੀ, ਪਰ ਜਿਹੜਾ ਵੀ ਇੱਥੇ ਆ ਰਿਹਾ, ਆਮ ਨਾਟ ਬਈ ਨਾ ਆਓ।
ਜਿਹੜਾ ਵੀ ਆ ਰਿਹਾ ਕੋਈ ਵੀ ਫੋਰਨ ਸਟੂਡੈਂਟ, ਇੱਥੋਂ ਬੱਚੇ ਸਾਡੇ ਬਾਹਰ ਥਾਵਾਂ ਤੇ ਪੜ੍ਹਨ ਜਾਂਦੇ ਨੇ, ਉਹਨਾਂ ਨੂੰ ਵੀ ਇਹ ਹੈ ਹਰ ਕੋਈ ਆਪਣਾ ਇੰਤਜ਼ਾਮ ਕਰਕੇ ਆਉਂਦਾ ਜਾਂ ਜਾਂਦਾ। ਹਰੇਕ ਨੂੰ ਇਸ ਗੱਲ ਦਾ ਪਤਾ ਕਿ ਅਸੀਂ ਉੱਥੇ ਜਾਣਾ ਤਾਂ ਸਾਡਾ ਕਿੰਨਾ ਖਰਚਾ ਹੋਣਾ, ਉਹਨਾਂ ਨੂੰ ਹਰ ਚੀਜ਼ ਦਾ ਪਤਾ। ਜੇ ਉਹਨਾਂ ਨੂੰ ਇਹ ਪਤਾ ਕਿ ਆਉਂਦੇ ਸਾਰ ਕੋਰਸ ਇੱਕ ਬਦਲ ਕੇ ਦੂਜਾ ਤੁਸੀਂ ਕੀ ਕਰ ਸਕਦੇ ਹੋ, ਤਾਂ ਉਹਨਾਂ ਨੂੰ ਇਹਨਾਂ ਗੱਲਾਂ ਦਾ ਵੀ ਪਹਿਲਾਂ ਹੀ ਪਤਾ ਵੀ ਕਿੰਨਾ ਕਿਰਾਇਆ, ਕਿੰਨਾ ਰੈਂਟ ਹੈਗਾ, ਕਾਰ ਕਿਵੇਂ ਲੈਣੀ ਆ, ਉਹਦੀ ਇੰਸ਼ੋਰੈਂਸ ਕਿਵੇਂ ਕਰਵਾਉਣੀ ਆ, ਜੋ ਸਾਰੀਆਂ ਗੱਲਾਂ ਦਾ ਪਤਾ, ਕਿਰਾਏ ਦਾ ਵੀ ਪਤਾ ਹੈਗਾ। ਹਾਂ ਕਈ ਅਫੋਰਡੇਬਿਲਿਟੀ ਮੰਨ ਲੈਂਦੇ ਨਹੀਂ ਹੈਗੀ ਆ, ਫਿਰ ਉਹ ਕੋਈ ਸਸਤੀ ਜਗ੍ਹਾ ਭਾਲਦੇ ਆ, ਸਸਤੀ ਜਗ੍ਹਾ ਜੋ ਪੜਦੀ ਆ ਲੱਭਦੀ ਆ, ਤਾਂ ਫਿਰ ਉਹ ਅਜਿਹੀਆਂ ਕੰਡੀਸ਼ਨਾਂ ਜਿੱਥੇ ਕਿ ਤੁਹਾਡਾ ਸ਼ੋਸ਼ਣ ਹੁੰਦਾ। ਬਿਲਕੁਲ ਸਰ, ਇਲੀਗਲ ਬੇਸਮੈਂਟਸ ਦਾ ਮੁੱਦਾ ਵੀ ਕਾਫੀ ਛਾਇਆ ਰਿਹਾ। ਅਸੀਂ ਦੇਖਦੇ ਹਾਂ ਪਿਛਲੇ ਸਾਲ ਵੀ ਇਹ ਮੁੱਦਾ ਛਾਇਆ ਸੀ, ਇਸ ਵਾਰ ਵੀ ਇਹ ਮੁੱਦਾ ਕਾਫੀ, ਪਰਸੋਂ ਜਿਹੜੀ ਸਿਟੀ ਕੌਂਸਲ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਇਹ ਮੁੱਦਾ ਕਾਫੀ ਜ਼ਿਆਦਾ ਛਾਇਆ ਰਿਹਾ ਕਿ ਇਲੀਗਲ ਬੇਸਮੈਂਟਸ ਹੋਣ ਦੇ ਬਾਵਜੂਦ ਉਹਦੇ ਵਿੱਚ ਕਿਰਾਏਦਾਰ ਰੱਖੇ ਜਾ ਰਹੇ ਆ, ਉਸ ਤੋਂ ਬਾਅਦ ਸਮਰੱਥਾ ਤੋਂ ਵੱਧ ਇਹਦੇ ਵਿੱਚ ਕਿਰਾਏਦਾਰ ਭਰੇ ਜਾ ਰਹੇ ਆ, ਐਂਡ ਜਿਹੜਾ ਵੀ ਉੱਥੋਂ ਰੈਂਟ ਲਿਆ ਜਾ ਰਿਹਾ ਉਹਦੀ ਇਨਕਮ ਵੀ ਡਿਕਲੇਅਰ ਨਹੀਂ ਕੀਤੀ ਜਾ ਰਹੀ ਹੈਗੀ। ਬਿਲਕੁਲ ਤਰਨ, ਇਹ ਦੇਖੋ ਜਦ ਤੱਕ ਸ਼ਾਰਟੇਜ ਰਹੇਗੀ ਜਗ੍ਹਾ ਰਹਿਣ ਦੀ ਤਾਂ ਅਜਿਹਾ ਕੁਝ ਹੁੰਦਾ ਹੀ ਰਹੇਗਾ। ਇਹ ਹੁੰਦਾ ਹੀ ਆਇਆ ਪਹਿਲਾਂ ਤੋਂ, ਕੋਈ ਇਹ ਨਾ ਸਮਝੋ ਕਿ ਹੁਣ ਇਲੀਗਲ ਬੇਸਮੈਂਟ ਅਪਾਰਟਮੈਂਟਸ ਦਾ ਹੁਣੀ ਮੁੱਦਾ ਚੱਕਿਆ, ਹੁਣੀ ਚੱਕਰ ਚੱਲਿਆ। ਨੋ, ਇਟਸ ਬੀਨ ਫਰਮ ਲਾਸਟ 40 ਇਅਰਸ 50 ਇਅਰਸ। ਜ਼ਰੂਰ ਉਦੋਂ ਜਿਹੜੀ ਸਿਟੀਜ਼ ਆ ਅਲਾਉਡ ਹੀ ਨਹੀਂ ਕਰਦੇ ਹੁੰਦੇ, ਜਿਹੜਾ ਪੀਲ ਰੀਜਨ ਦੇ ਵਿੱਚ ਅਪਾਰਟਮੈਂਟਸ ਅਲਾਉਡ ਹੀ ਹੈ ਨਹੀਂ ਸੀ, ਇਕੱਲੇ ਟੋਰਾਂਟੋ ਦੇ ਵਿੱਚ ਪਹਿਲਾਂ ਅਲਾਉਡ ਹੋਇਆ ਹੈ, ਸਿਟੀ ਆਫ ਟੋਰਾਂਟੋ ਦੇ ਵਿੱਚ ਕਹਿੰਦਾ। ਤੇ ਪਰ ਹੁਣ ਜਿਵੇਂ ਜਿਵੇਂ ਡਿਮਾਂਡ ਵੱਧ ਰਹੀ ਹੈ ਤਿਵੇਂ ਤਿਵੇਂ ਕਾਨੂੰਨ ਬਦਲ ਰਹੇ ਨੇ, ਲੋਕਾਂ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸਿਟੀਜ਼ ਹਰੇਕ ਜਿੰਨੀਆਂ ਵੀ ਸਰਕਾਰਾਂ ਨੇ ਲਾ ਥੱਲੇ ਤੋਂ ਲੈ ਕੇ ਉੱਪਰ ਤੱਕ ਹਰੇਕ ਕਹਿੰਦੀ ਸਾਡੇ ਕੋਲ ਪੈਸੇ ਹੈ ਨਹੀਂ ਗਏ, ਸਮਝ ਨਹੀਂ ਆਉਂਦੀ ਪੈਸੇ ਕਿਸ ਵੇਲੇ ਹੋਣਗੇ, ਕਦੋਂ ਹੋਣਗੇ। ਜਿਹੜੀ ਜਗ੍ਹਾ ਰਹਿਣ ਵਾਸਤੇ ਇਨਫ ਨਹੀਂ ਹੈਗੀ ਹੈ, ਉਹਦੀ ਡਿਮਾਂਡ ਇੰਨੀ ਜ਼ਿਆਦਾ ਜਦ ਤੱਕ ਰਹੇਗੀ ਤਾਂ ਜਿਹੜਾ ਵੀ ਉਸ ਨੂੰ ਰੈਂਟ ਕਰੇਗਾ ਉਹ ਚਾਂਸਸ ਹੈ ਕਿ ਉਹਦਾ ਸ਼ੋਸ਼ਣ ਹੋਏਗਾ। ਜੀ ਬਿਲਕੁਲ, ਅਸੀਂ ਇੱਕ 2019 ਦੀ ਜੇ ਰਿਪੋਰਟ ਦੱਸੀ ਤਾਂ ਖੁਦ ਇਨਫੋਰਸਮੈਂਟ ਡਿਪਾਰਟਮੈਂਟ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਕੋਲ 1677 ਜਿਹੜੀਆਂ ਉਹ ਕੰਪਲੇਂਟਸ ਆਈਆਂ ਨੇ ਇਸ ਗੱਲ ਨੂੰ ਲੈ ਕੇ ਕਿ ਇਲੀਗਲ ਬੇਸਮੈਂਟਸ ਬਣਾਈਆਂ ਗਈਆਂ ਨੇ ਤੇ ਉਹਦੇ ਵਿੱਚ ਜਿਹੜੇ ਆ ਕਿਰਾਏਦਾਰ ਰੱਖੇ ਗਏ ਨੇ। ਇਸ ਦੇ ਬਾਵਜੂਦ ਉਹਨਾਂ ਨੇ ਇਹ ਗੱਲ ਵੀ ਮੰਨੀ ਹੈ ਕਿ ਉਹ ਮੰਨਦੇ ਨੇ ਕਿ ਸ਼ਹਿਰ ਦੇ ਵਿੱਚ ਇਹ ਜਿਹੀਆਂ ਬੇਸਮੈਂਟਸ ਦੇ ਵਿੱਚ ਇਹ ਜਿਹੇ ਘਰਾਂ ਦੇ ਵਿੱਚ ਜਿਹੜੀ ਆ ਇਸ ਵਕਤ ਭਰਮਾਰ ਹੈਗੀ ਆ ਕਿ ਲੋਕ ਵੱਧ ਜਿਹੜੀਆਂ ਸਮਰੱਥਾ ਵਿੱਚ ਰਹਿ ਰਹੇ ਨੇ। ਹੁਣ ਕਿਹਾ ਜਾ ਰਿਹਾ ਕਿ ਇਸ ਨੂੰ ਲੈ ਕੇ ਛਾਪੇਮਾਰੀ ਵੀ ਜਿਹੜੀ ਕੀਤੀ ਜਾਏਗੀ। ਤਰਨ ਕੁਛ ਕਰੀ ਜਾਣ, ਇਹ ਮੁੱਕਣਾ ਨਹੀਂ ਹੈ। ਦਿਸ ਇਜ਼ ਮਾਈ ਆਬਜ਼ਰਵੇਸ਼ਨ। ਮੁੱਕਣਾ ਕਿਉਂ ਨਹੀਂ ਹੈਗਾ? ਜਗ੍ਹਾ ਨਹੀਂ ਹੈ ਰਹਿਣ ਵਾਸਤੇ। ਬੰਦਾ ਤੁਸੀਂ ਰੈਂਟ ਕੀਤਾ ਹੈ, ਚਾਹੇ ਇਲੀਗਲ ਬੇਸਮੈਂਟ ਅਪਾਰਟਮੈਂਟ ਹੈਗੀ ਹੈ, ਕਿਵੇਂ ਕੱਢੋਗੇ ਉਹ ਕਿ ਮੈਂ ਜਾਵਾਂ ਕਿੱਥੇ? ਦੱਸੋ ਕਿ ਤੁਸੀਂ ਕੋਈ ਮੈਨੂੰ ਥਾਂ ਪ੍ਰੋਵਾਈਡ ਕਰਦੇ ਹੋ? ਇਹ ਠੀਕ ਹੈ, ਸਰਕਾਰ ਇਹ ਕਹੇਗੀ ਵੀ ਜਦ ਇਹ ਅਲਾਉਡ ਹੀ ਹੈ ਨਹੀਂਗਾ, ਤੁਸੀਂ ਰਹਿ ਨਹੀਂ ਸਕਦੇ, ਤੁਹਾਨੂੰ ਕਿਤੇ ਹੋਰ ਜਾਣਾ ਪਵੇਗਾ। ਇਟਸ ਨਾਟ ਈਜ਼ੀ, ਦੈਨ ਇਟ ਬਿਕਮਸ ਪੋਲੀਟੀਕਲ। ਕੱਲ ਨੂੰ ਜਿਹੜੇ ਸਿਆਸਤਦਾਨ ਆ ਉਹਨਾਂ ਨੇ ਵੋਟਾਂ ਵੀ ਲੈਣੀਆਂ ਨੇ। ਇਹ ਨਹੀਂ ਕਹਿ ਸਕਦੇ ਕਿਉਂਕਿ ਇਸ ਵੇਲੇ ਜਿਹੜੀ ਵੋਟਿੰਗ ਪਾਪੂਲੇਸ਼ਨ ਜਿਹੜੀ ਹੈਗੀ ਆ ਉਹ ਬਹੁਤ ਇਸ ਹੱਕ ਦੇ ਵਿੱਚ ਆ। ਜਿਹੜੇ ਓਨਰ ਨੇ ਹੋਮਸ ਦੇ ਉਹ ਚਾਹੁੰਦੇ ਆ ਕਿ ਸਾਨੂੰ ਅਲਾਉ ਕੀਤਾ ਜਾਵੇ, ਸਾਨੂੰ ਸੈਕੰਡ ਯੂਨਿਟ ਰੈਂਟ ਕਰਨ ਦਿੱਤਾ ਜਾਵੇ। ਉਹਦਾ ਇੱਕ ਹੋਰ ਕਾਰਨ ਵੀ ਹੈ ਤਰਨ, ਜਿਹੜੇ ਰੀਅਲ ਸਟੇਟ ਪ੍ਰਾਈਸਿਸ ਨੇ ਉਹ ਇੰਨੀਆਂ ਉੱਪਰ ਚਲੀਆਂ ਗਈਆਂ ਨੇ, ਇੰਨਾ ਮਹਿੰਗਾ ਹੋ ਗਿਆ ਕਿ ਬਹੁਤੇ ਥਾਵਾਂ ਤੇ 2 ਇਨਕਮਸ ਦੇ ਨਾਲ ਇੱਕ ਘਰ ਨੂੰ ਚਲਾਉਣਾ ਬਹੁਤ ਮੁਸ਼ਕਲ ਹੈ। ਸੋ ਉਹਨਾਂ ਨੂੰ ਕਿਸੇ ਨਾ ਕਿਸੇ ਹਿਸਾਬ 'ਚ ਐਕਸਟਰਾ ਇਨਕਮ ਚਾਹੀਦੀ ਹੈ। ਉਹ ਐਕਸਟਰਾ ਇਨਕਮ ਜੇ ਚਾਹੀਦੀ ਹੈ ਤਾਂ ਇਹੀ ਢੰਗ ਹੈਗਾ। ਕਿਉਂ? ਜਦੋਂ ਸੈਕੰਡ ਯੂਨਿਟ ਬਣਦਾ ਤਰਨ, ਉਹਦੇ ਨਾਲ ਸਿਟੀ ਨੂੰ ਵੀ ਐਕਸਟਰਾ ਪੈਸੇ ਮਿਲਦੇ ਆ, ਟੈਕਸ ਇਕੱਠਾ ਹੁੰਦਾ, ਸਿਟੀ ਦੀ ਵੀ ਇਨਕਮ ਵੱਧਦੀ ਹੈ। ਸਿਟੀ ਵੀ ਚਾਹੇਗੀ ਕਿ 2 ਯੂਨਿਟਸ ਬਣ ਸਕਣ, ਪਰ ਪ੍ਰੋਬਲਮ ਉਦੋਂ ਆ ਜਾਂਦੀ ਹੈ ਕਿ ਜਦੋਂ ਹੁਣ ਦੀਆਂ ਕੰਡੀਸ਼ਨ ਦੇ ਵਿੱਚ ਸੈਕੰਡ ਯੂਨਿਟ ਨਹੀਂ ਅਲਾਉ। ਸੋ ਬਾਈ ਲਾਜ਼ ਹੈਵ ਟੂ ਬੀ ਚੇਂਜ। ਸਿਟੀ ਨੂੰ ਬਾਈ ਲਾਜ਼ ਚੇਂਜ ਹੋਰ ਕਰਨੇ ਪੈਣਗੇ, ਐਡਜਸਟ ਕਰਨਾ ਪਵੇਗਾ। ਪਾਰਕਿੰਗ ਦੀ ਪ੍ਰੋਬਲਮ ਬੜੀ ਵੱਡੀ ਆਉਂਦੀ ਹੈ, ਪਾਰਕਿੰਗ ਵਾਸਤੇ ਐਡਜਸਟ ਕਰਨਾ ਪਵੇਗਾ। ਹੁਣ ਰਾਤ ਨੂੰ ਮੇਰੇ ਖਿਆਲ ਸਵੇਰ ਦੇ 3 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਆ ਸ਼ਾਇਦ ਸਟਰੀਟ ਤੇ ਤੁਸੀਂ ਪਾਰਕਿੰਗ ਨਹੀਂ ਕਰ ਸਕਦੇ। ਉਹ ਕਿੱਥੇ ਜਾਣਗੇ ਉਹ ਲੋਕ? ਪਾਰਕਿੰਗ ਉਹ ਕਿੱਥੇ, ਜਿਹੜੇ ਰੈਂਟ ਕੀਤਾ ਪਾਰਕ ਕਿੱਥੇ ਕਰਨਗੇ? ਬਿਲਕੁਲ ਜੀ ਸਰ, ਜਿਹੜੇ ਇੱਕ ਘਰ 'ਚ 25 ਲੋਕ ਫੜੇ ਗਏ ਨੇ ਤੇ ਤੁਸੀਂ ਉਹ ਸੋਚੋ ਜੇ ਉਹਦੇ ਵਿੱਚੋਂ ਕਿਸੇ ਕੋਲ 10 ਕੋਲ ਵੀ ਕਾਰਾਂ ਹੋਈਆਂ ਤਾਂ ਪਾਰਕ ਕਿੱਥੇ ਕਰਨਗੇ? ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ ਅਸੀਂ। ਹੈਲੋ। ਹਾਂਜੀ ਸਰ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਕੌਣ ਬੋਲ ਰਹੇ ਹੋ ਸਰ? ਮੈਂ ਹਰਨੇਕ ਸਿੰਘ ਬੋਲ ਰਿਹਾ ਜੀ। ਬਹੁਤ ਬਹੁਤ ਸਵਾਗਤ ਹੈ ਜੀ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ। ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਗੱਲ ਨੂੰ ਜ਼ਿਆਦਾ ਨਾ ਛਾਲਣਾ ਨਹੀਂ ਚਾਹੀਦਾ। ਬੱਚਿਆਂ ਦੀ ਬਹੁਤ ਮਜਬੂਰੀ ਹੈ ਜੀ। $3000 ਕਿਰਾਇਆ ਇੱਕ ਘਰ ਦਾ ਸਪੋਜ਼ ਹੈਗਾ, ਆਮ ਹੈਗਾ ਇਹ ਇੰਨਾ ਕੁ। ਹੁਣ ਜੇ 5 ਬੱਚੇ ਲੋੜ ਨੇ ਤੇ ਕਿਹੜਾ ਬੱਚਾ $600 ਕਿਰਾਇਆ ਭਰ ਸਕਦਾ ਵਾ? ਇਸ ਕਰਕੇ ਉਹਨਾਂ ਦੀਆਂ ਮਜਬੂਰੀਆਂ ਨੇ ਤੇ ਇਸ ਕਰਕੇ ਇਹਨੂੰ ਮਤਲਬ ਜੇ ਉਹ 2-2 ਇੱਕ ਕਮਰੇ 'ਚ ਰਹਿੰਦੇ ਨੇ ਉਹ ਕੰਫਰਟੇਬਲੀ ਰਹਿ ਸਕਦੇ ਨੇ ਤੇ ਉਹਨਾਂ ਨੂੰ ਕਿਰਾਇਆ ਸ਼ੇਅਰ ਹੋ ਜਾਂਦਾ $300, $350, ਉਹ ਵਿਚਾਰੇ 2-2 ਜੌਬਾਂ ਕਰਦੇ ਨੇ। ਮੈਂ ਆਪ ਵੇਖਣਾ ਬਹੁਤ ਜ਼ਿਆਦਾ ਉਹਨੂੰ ਮਿਹਨਤ ਕਰਨੀ ਪੈਂਦੀ ਹੈ, ਕਈ ਵਾਰੀ ਤਰਸ ਵੀ ਬੜਾ ਆਉਂਦਾ।
ਤੇ ਇਸ ਕਰਕੇ ਮੈਂ ਚਾਹੁੰਦਾ ਕਿ ਸਿਟੀ ਕਾਉਂਸਲਰਾਂ ਨੂੰ ਇਸ ਗੱਲ ਦਾ ਮੁੱਦੇ ਨੂੰ ਜ਼ਿਆਦਾ ਨਹੀਂ ਉਛਾਲਣਾ ਚਾਹੀਦਾ। ਠੀਕ ਹੈ, ਜਦੋਂ ਉਹ ਵਿਚਾਰੇ ਅਫੋਰਡ ਕਰਨਗੇ ਉਦੋਂ 5-5 ਜਾਣੇ ਵੀ ਇੱਕ ਘਰ 'ਚ ਰਹਿ ਲੈਣਗੇ ਜਾਂ ਜੋ ਉਹਨਾਂ ਦੇ ਬਾਈਲਾਜ ਹੋ ਜੀ ਬਿਲਕੁਲ। ਇੱਥੇ ਅਸੀਂ ਜ਼ਰੂਰ ਦੱਸ ਦਈਏ, ਅਸੀਂ ਕਿਸੇ ਨੂੰ ਕੋਈ ਉਛਾਲ ਨਹੀਂ ਰਹੇ ਜਾਂ ਕਿਸੇ ਨੂੰ ਕੋਈ ਨੀਵਾ ਨਹੀਂ ਦਿਖਾ ਰਹੇ, ਕਿਉਂਕਿ ਇਹ ਇੱਕ ਮੁੱਦਾ ਆ। ਅਸੀਂ ਸਿਰਫ ਇਹ ਨਹੀਂ ਕਹਿ ਰਹੇ ਕਿ ਸਟੂਡੈਂਟਸ ਤੋਂ ਇੰਨੇ ਪੈਸੇ ਵਸੂਲੇ ਜਾ ਰਹੇ, ਅਸੀਂ ਇਹ ਕਹਿ ਰਹੇ ਕਿ ਜੇ ਤੁਸੀਂ ਆਪਣੀਆਂ ਮਾਰਗੇਜਸ ਪੇ ਕਰਨੀਆਂ ਸਾਰੀਆਂ ਤਾਂ ਤੁਸੀਂ ਸਟੂਡੈਂਟਸ ਦੇ ਬੇਸ ਤੇ ਨਹੀਂ ਨਾ ਕਰ ਸਕਦੇ। ਨਹੀਂ, ਸਟੂਡੈਂਟ ਦੇਖੋ $3000 ਘੱਟ ਹੀ ਘਰ ਹੀ ਕੋਈ ਨਹੀਂ ਹੈਗਾ, ਤੇ ਸਟੂਡੈਂਟ ਵਿਚਾਰੇ ਫਿਰ 6-7 8-10 ਦਿਨ ਨਾ ਰਹਿਣ ਤੇ ਕੀ ਕਰਨ ਜੀ, ਕਿੱਥੇ ਜਾਣੋ ਵਿਚਾਰੇ। ਜੀ ਬਿਲਕੁਲ। ਗਵਰਨਮੈਂਟ ਕੋਲ ਇੱਥੇ ਦੇ ਹੋਮਲੈਸ ਇੰਨੇ ਫਿਰਦੇ ਨੇ, ਗਵਰਨਮੈਂਟ ਉਹਨਾਂ ਨੂੰ ਹਾਊਸ ਨਹੀਂ ਪ੍ਰੋਵਾਈਡ ਕਰ ਸਕਦੀ, ਤੇ ਸਟੂਡੈਂਟਾਂ ਨੂੰ ਵਿਚਾਰਿਆਂ ਨੂੰ ਕੌਣ ਹਾਊਸ ਪ੍ਰੋਵਾਈਡ ਕਰੇਗਾ ਜੀ। ਜੀ ਬਿਲਕੁਲ। ਤੁਸੀਂ ਜੀ ਉਹਨਾਂ ਦੀਆਂ ਬਹੁਤ ਮਜਬੂਰੀਆਂ ਨੇ, ਤੇ ਇਸ ਕਰਕੇ ਇਹਨਾਂ ਨੂੰ ਜ਼ਿਆਦਾ ਨਾ ਸਿਟੀ ਕਾਉਂਸਲਰ ਨੂੰ ਚਾਹੀਦਾ ਲਿਬਰਲ ਥੋੜੇ ਜਿਹੇ ਹੋਣ, ਠੀਕ ਹੈ, ਓਵਰ ਕਰਾਊਡਡ ਨਾ ਹੋਣ ਦੇਣ ਬਸ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ ਆਪਣੇ ਵਿਚਾਰ ਰੱਖਣ ਲਈ ਜੀ। ਰਾਜ ਜੀ ਥੈਂਕ ਯੂ ਜੀ। ਹਾਂ, ਤੁਹਾਡੀ ਗੱਲ ਸੀਗੀ। ਅਸੀਂ ਜ਼ਿਆਦਾ ਅਸੀਂ ਇਹ ਗੱਲ ਕਰ ਰਹੇ ਹਾਂ ਜੀ, ਨਿਊਜ਼ ਦੇ ਵਿੱਚ ਆਈ ਹੈ, ਅਸੀਂ ਤਾਂ ਕਰ ਰਹੇ ਹਾਂ, ਅਦਰਵਾਈਜ਼ ਅਸੀਂ ਆਪਦੇ ਕੋਲੋਂ ਅਸੀਂ ਕਦੇ ਵੀ ਨਹੀਂ ਚਾਹੁੰਦੇ ਕਿ ਕਦੇ ਵੀ ਕਿਸੇ ਦੀ ਕਿਸੇ ਸ਼ਾਨ ਦੇ ਖਿਲਾਫ ਕੁਝ ਕਿਹਾ ਜਾਵੇ, ਕੁਝ ਵਰਤਿਆ ਜਾਵੇ, ਅਨਲੈਸ ਜੋ ਕੋਈ ਨਿਊਜ਼ ਆਉਂਦੀ ਆ ਅਸੀਂ ਉਹਨੂੰ ਐਜ਼ ਏ ਨਿਊਜ਼ ਲੈ ਰਹੇ ਹਾਂ ਤੇ ਅਸੀਂ ਕਾਲਸ ਲੈ ਰਹੇ ਹਾਂ। ਅਸੀਂ ਵੀ ਨਹੀਂ ਚਾਹੁੰਦੇ ਕਿ ਕਿਸੇ ਨੂੰ ਘਰੋਂ ਬਾਹਰ ਕੱਢਿਆ ਜਾਵੇ। ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਟੂਡੈਂਟਸ ਦੀ ਮਜਬੂਰੀ ਹੈ, ਸਟੂਡੈਂਟਸ ਦਾ ਸ਼ੋਸ਼ਣ ਹੋ ਰਿਹਾ ਇਸ ਮਾਮਲੇ ਦੇ ਵਿੱਚ, ਕਿਉਂਕਿ ਜਿਹੜੇ ਘਰ ਦੇ ਵਿੱਚ ਅਲਾਉਡ ਹੀ ਨੇ ਇੰਨੇ ਇੱਕ ਕਮਰੇ 'ਚ ਬੰਦੇ ਕਈ ਰੱਖੇ ਹੋਏ ਨੇ, ਉਹ ਸ਼ੋਸ਼ਣ ਹੈ। ਸਰ ਅੱਜ ਤੋਂ ਦੇਖੀਏ 5-6 ਸਾਲ ਪਹਿਲਾਂ ਤਾਂ ਇੰਨੇ ਜ਼ਿਆਦਾ ਰੈਂਟ ਨਹੀਂ ਸੀਗੇ, ਉਸ ਟਾਈਮ ਦੇ ਵਿੱਚ ਰਹਿੰਦੇ ਸੀ ਇੱਕ ਬੇਸਮੈਂਟ, ਜਿਵੇਂ ਇੱਕ ਰੂਮ ਬੇਸਮੈਂਟ ਹੋ ਗਈ ਤਾਂ ਉਹਦਾ ਇੰਨਾ ਜ਼ਿਆਦਾ ਕਿਰਾਇਆ ਨਹੀਂ ਹੁੰਦਾ ਸੀ, 500-600 ਦੇ ਅਰਾਊਂਡ ਹੁੰਦਾ ਸੀ। ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ 1 ਰੂਮ ਬੇਸਮੈਂਟ ਵੇਖਦੇ ਹੋ ਤਾਂ ਉਹਦਾ ਘੱਟੋ ਘੱਟ ਕਿਰਾਇਆ $1100 ਤੋਂ $1200 ਦੇ ਕਰੀਬ ਮਿਨੀਮਮ ਹੁੰਦਾ ਆ। ਸੋ ਇੱਕਦਮ ਕਿਰਾਇਆਂ ਦੇ ਵਿੱਚ ਬਹੁਤ ਉਛਾਲ ਆਇਆ ਆ। ਤਰਨ ਫਿਰ ਗੱਲ ਉੱਥੇ ਆ ਜਾਂਦੀ ਹੈ, ਜਦੋਂ ਇਹਨਾਂ ਕੰਟਰੀਜ਼ 'ਚ ਅਜਿਹੀਆਂ ਗੱਲਾਂ ਹੁੰਦੀਆਂ ਨੇ, ਬੜਾ ਸਿੰਪਲ ਜਿਹਾ ਆਨਸਰ ਲੋਕ ਦੇ ਦਿੰਦੇ ਨੇ, ਇਹ ਜੀ ਸਪਲਾਈ ਐਂਡ ਡਿਮਾਂਡ ਹੈ। ਇਹ ਸਪਲਾਈ ਐਂਡ ਡਿਮਾਂਡ ਕਈ ਵਾਰੀ ਐਸੀ ਹੋ ਜਾਂਦੀ ਹੈ ਕਿ ਉਹਦੇ ਕਰਕੇ ਲੋਕਾਂ ਦਾ ਸ਼ੋਸ਼ਣ ਹੋਣ ਲੱਗ ਪੈਂਦਾ। ਇਸੇ ਕਰਕੇ ਸੈਕੰਡਲੀ ਇੱਕ ਗੱਲ ਹੋਰ ਹੈ ਤਰਨ, ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਇਸ ਵੇਲੇ ਐਸੀ ਹਾਲਤ ਹੈ ਕਿ 2 ਜਣਿਆਂ ਦੀ ਇਨਕਮ ਦੇ ਨਾਲ ਘਰ ਪਹਿਲਾਂ ਤਾਂ ਲੈਣਾ ਬੜਾ ਮੁਸ਼ਕਲ ਹੈ। ਜਿਹੜੇ ਨਵੇਂ ਹੁਣ ਸਟੂਡੈਂਟਸ ਇਸ ਵੇਲੇ ਯੂਨੀਵਰਸਿਟੀ 'ਚੋਂ, ਜਿਹੜੇ ਇੱਥੋਂ ਦੇ ਵੀ ਗੱਲ ਕਰਦਾ ਜੀ ਮੈਂ, ਜਿਹੜੇ ਇੱਥੋਂ ਦੇ ਸਟੂਡੈਂਟਸ ਵੀ ਨਵੇਂ ਯੂਨੀਵਰਸਿਟੀ 'ਚੋਂ ਨਿਕਲੇ ਆ, ਉਹਨਾਂ ਨੂੰ GTA ਦੇ ਵਿੱਚ ਘਰ ਲੈਣਾ ਬਹੁਤ ਮੁਸ਼ਕਲ ਆ, unless someone helps them. It's not easy to get into the ਜਿਹੜੀ real estate market within GTA ਤੋਂ ਕਿਤੇ ਬਾਹਰ ਜਾਣਾ ਪੈਂਦਾ, ਅੱਧਾ ਘੰਟਾ 2 ਘੰਟੇ ਬਾਹਰ ਜਾਣਾ ਪਏਗਾ। ਫਿਰ ਉਹ ਇੰਨਾ ਮਹਿੰਗਾ ਜਿਹਨੇ ਲੈਣਾ ਉਹ ਅਫੋਰਡੇਬਿਲਟੀ ਨਹੀਂ ਹੁੰਦੀ। ਅਫੋਰਡੇਬਿਲਟੀ ਕਿਸ਼ਤਾਂ ਨਹੀਂ ਦੇ ਹੁੰਦੀ ਆ, ਕਿਸ਼ਤ ਕਿਵੇਂ ਦੇਗਾ? ਅਗਲਾ ਕਹਿੰਦਾ ਮੈਂ ਕੁਛ ਪਲਾਟ ਰੈਂਟ ਕਰ ਦਿੰਦਾ, ਮੈਨੂੰ ਉਹਦੇ ਵਾਸਤੇ ਹਲ ਪੈ ਜਾਂਦੀ। ਰੀਅਲ ਸਟੇਟ ਦੀ ਕੀਮਤ ਇੰਨੀ ਜ਼ਿਆਦਾ ਜਾਣ ਕਰਕੇ ਵੀ ਇਹ ਬਹੁਤ ਵੱਡੀ ਗੱਲ ਹੋਈ ਹੈ ਕਿ ਜਿਹੜਾ ਕਿਰਾਇਆ ਕਿਸੇ ਵੇਲੇ 400-500 ਹੁੰਦਾ ਸੀ, 300 ਵੀ ਹੁੰਦਾ ਸੀਗਾ, ਮੈਂ ਉਹਨਾਂ ਵੇਲਿਆਂ ਨੂੰ ਵੀ ਜਾਣਦਾ, ਮੈਂ ਦਿੱਤਾ ਜੀ। ਪਰ ਅੱਜ ਕੱਲ੍ਹ ਉਹੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ 1100-1200 ਰੈਂਟ, ਦੈਟਸ ਅ ਲੋਟ ਆਫ ਮਨੀ, lot of money for a 1 bedroom apartment ਜਿਹਦੇ ਵਿੱਚ ਤੁਹਾਨੂੰ ਹੋ ਸਕਦਾ ਪਾਰਕਿੰਗ ਨਾ ਮਿਲਦੀ ਹੋਵੇ ਜੀ। ਬਿਲਕੁਲ ਜੀ। ਤੇ ਸਰ ਅਗਲੀ ਖਬਰ ਵੱਲ ਨਾਲ ਦੀ ਨਾਲ ਵਧੀਆ ਖਬਰਾਂ ਵੀ ਨਾਲ ਡਿਸਕਸ ਕਰਨੀਆਂ ਜ਼ਰੂਰੀ ਨੇ। ਆਪਣੇ ਦਰਸ਼ਕਾਂ ਨੂੰ ਦੱਸ ਦਈਏ ਇਸ ਦੇ ਵਿਸ਼ੇ ਉੱਤੇ ਤੁਸੀਂ ਆਪਣੀ ਕੋਈ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਹੇਠ ਲਿਖੇ ਨੰਬਰਸ ਦੇ ਉੱਤੇ ਕਾਲ ਕਰ ਸਕਦੇ ਹੋ। ਅਗਲੀ ਖਬਰ ਹੈ ਜੀ ਕੈਨੇਡਾ ਦਾ ਸਰ ਬਜਟ ਹੈ। ਅਸੀਂ ਹੁਣ ਇਸ ਵਕਤ ਦੇਖ ਰਹੇ ਸੀ ਰੀਅਲ ਸਟੇਟ ਮਾਰਕੀਟ ਦੀ ਉਛਾਲ ਦੀ ਤਾਂ ਗੱਲ ਕਰ ਲਈ, ਪਰ ਕੈਨੇਡਾ ਦਾ ਜਿਹੜਾ ਫਿਸਕਲ ਹੁਣ ਇਸ ਵਕਤ ਰਿਪੋਰਟ ਸਾਹਮਣੇ ਆਈ ਹੈ, ਬਜਟ ਬਹੁਤ ਜ਼ਿਆਦਾ ਘਾਟੇ 'ਚ ਜਾ ਰਿਹਾ ਹੈ। ਹਾਂਜੀ, ਮੈਂ ਉਸ ਤੋਂ ਪਹਿਲਾਂ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਕਾਲ ਆਈ ਸੀ ਉਹਨਾਂ ਨੇ ਪੁੱਛਿਆ ਸੀ ਮੇਲ ਐਂਡ ਮਾਸਕਸ ਆ ਰਹੇ ਆ ਕਿ ਨਹੀਂ। ਮੇਰੀ ਨੌਲੇਜ ਨਹੀਂ ਹੈ, ਤੁਹਾਡੀ ਨੌਲੇਜ ਹੈ ਤਰਨ ਵੀ ਮੇਲ ਐਂਡ ਮਾਸਕ? ਸਰ ਜੀ ਬਿਲਕੁਲ ਐਵੇਂ ਦੀ ਨਿਊਜ਼ ਜ਼ਰੂਰ ਆਈ ਹੈ ਕਿ ਹੁਣ ਜਿਹੜੇ ਆ ਮਾਸਕ ਘਰਾਂ ਵਿੱਚ ਦਿੱਤੇ ਜਾਣਗੇ ਤੇ ਇਹਦੇ ਲਈ ਇੱਕ ਬਜਟ ਵੀ ਪ੍ਰੋਵਾਈਡ ਕੀਤਾ ਗਿਆ। ਸੋ ਕਦੋਂ ਇਹ ਸ਼ੁਰੂ ਹੋਏਗਾ ਇਹਦੇ ਬਾਰੇ ਵਿੱਚ ਤੁਹਾਨੂੰ ਬਹੁਤ ਛੇਤੀ ਜਾਣਕਾਰੀ ਦੇ ਦਿੱਤੀ ਜਾਏਗੀ। ਥੈਂਕ ਯੂ ਜੀ। ਜੀ ਬਿਲਕੁਲ। ਅੱਜ ਫੈਡਰਲ ਦਾ ਜੀ, ਹਾਂ, ਅੱਜ $343 ਬਿਲੀਅਨ ਡੈਫਿਸਿਟ ਹੈ ਜੀ। ਇਹ ਜਦੋਂ ਦਾ ਖਾਸ ਕਰਕੇ ਤਰਨ ਆ ਕੰਮ ਸ਼ੁਰੂ ਹੋਇਆ ਨਾ, ਉਦੋਂ ਬਾਅਦ ਬਹੁਤ ਜ਼ਿਆਦਾ ਵੱਧ ਗਿਆ ਜੀ। ਜੀ ਬਿਲਕੁਲ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਬ੍ਰੈਂਪਟਨ ਤੋਂ ਬੋਲਦਾ। ਮੈਂ ਵਿਚਾਰ ਦੇਣੇ ਸੀ ਨਾ, ਮੈਂ ਬੇਸਮੈਂਟ ਬਣਾਈ ਸੀ ਲੀਗਲ ਆਪਦੀ। ਹਾਂਜੀ, ਉਹਨਾਂ ਨੂੰ ਇੰਸ਼ੋਰੈਂਸ ਵਾਲਿਆਂ ਨੇ ਫੋਨ ਕੀਤਾ ਵੀ ਬੇਸਮੈਂਟ ਲੀਗਲ ਬਣਾਈ ਹੈ ਵੀ ਐਡ ਕਰਾਉਣੀ ਆ। ਉਹ ਕਹਿੰਦੇ ਵੀ ਕਿੰਨਾਂ ਨੂੰ ਰੈਂਟ ਤੇ ਕੀਤੀ ਆ? ਮੈਂ ਕਿਹਾ ਵੀ ਸਟੂਡੈਂਟਾਂ ਨੂੰ। ਕਹਿੰਦੇ ਸਟੂਡੈਂਟਾਂ ਨੂੰ ਕਾਹਨੂੰ ਦੇਣੀ ਸੀ, ਫੈਮਿਲੀ ਦੇਣੀ। ਮੈਂ ਕਿਹਾ ਕੀ ਕਹਿੰਦੇ ਬੰਦੇ ਨਹੀਂ ਹੈ ਵੀ ਆਪਾਂ ਵੀ ਜਦੋਂ ਆਏ ਸੀ ਆਪਾਂ ਵੀ ਕਿਸੇ ਨੇ ਦਿੱਤੀ ਸੀਗੀ। ਬਿਲਕੁਲ ਜੀ, ਠੀਕ ਹੈ ਜੀ। ਹਾਂ, ਕਹਿੰਦਾ ਵੀ ਚੱਲ 2 ਮਹੀਨੇ ਕਵਰ ਕਰ ਲੈਣਾ। ਤੇ ਅੱਜ ਕੱਲ੍ਹ ਇੰਸ਼ੋਰੈਂਸ ਕੰਪਨੀਆਂ ਵੀ ਚਾਹੁੰਦੀਆਂ ਨੇ ਵੀ ਸਟੂਡੈਂਟਾਂ ਨੂੰ ਤੁਸੀਂ ਦਿਓ ਰੈਂਟ ਤੇ। ਜੀ ਬਿਲਕੁਲ ਜੀ, ਬਹੁਤ ਵੱਡਾ ਵਧਾਈ। ਹਾਂਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਤੇ ਇੱਕ ਨਵੀਂ ਜਿਹੜੀ ਪ੍ਰੋਬਲਮ ਆ ਉਹ ਤੋਂ ਵੀ ਸਾਨੂੰ ਜਾਣੂ ਕਰਵਾਇਆ। ਥੈਂਕ ਯੂ ਸੋ ਮਚ ਇਸ ਪ੍ਰੋਗਰਾਮ 'ਚ ਕਾਲ ਕਰਨ ਲਈ। ਸੋ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਲਈਏ, ਫਿਰ ਉਸ ਤੋਂ ਬਾਅਦ ਜਿਹੜਾ ਕੈਨੇਡਾ ਵਿੱਚ ਘਾਟੇ ਦਾ ਬਜਟ ਜਾ ਰਿਹਾ ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਅਸੀਂ ਫੰਡਸ ਤਾਂ ਬਹੁਤ ਲੈ ਲਏ ਨੇ, ਹੁਣ ਆ ਬਜਟ ਨੂੰ ਕਿਵੇਂ ਸੈੱਟ ਕਰਨਾ ਇਹਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਕਰਨੀ ਪੈਣੀ ਆ। ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ ਜੀ, ਵਾਪਸ ਆਉਂਦੇ ਹਾਂ, ਦੇਖਦੇ ਰਹੋ ਹਮਦਰਦ TV।
फतेह ग्रोसरी डेपो। जब भी आपको इंडियन खाने का दिल करे, फॉर ऑलमोस्ट एनी इंडियन ग्रोसरी योर किचन नीड्स, फतेह ग्रोसरी डेपो, नंबर 1 चॉइस फॉर इंडियन ग्रोसरीज। फतेह ग्रोसरी डेपो, सिर्फ और सिर्फ बेस्ट and always fresh. Fateh Grocery Depot, 31 Steeplebush Avenue, Brampton. Phone 905-458-1300. Fateh Grocery Depot. ਵਰਲਡ ਗੇਟਵੇ ਇਮੀਗ੍ਰੇਸ਼ਨ ਮੈਨੀਟੋਬਾ ਦੀਆਂ ਬੈਸਟ ਇਮੀਗ੍ਰੇਸ਼ਨ ਕੰਪਨੀਆਂ ਦੇ ਵਿੱਚੋਂ ਇੱਕ। ਕੀ ਤੁਸੀਂ ਕੈਨੇਡਾ ਵਿੱਚ ਵਰਕ ਪਰਮਿਟ, ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਨੈਨੀ ਕੇਅਰਗਿਵਰ ਜਾਂ ਕਿਸੇ ਹੋਰ ਪਰਮਿਟ ਤੇ ਕੈਨੇਡਾ ਵਿੱਚ ਆਏ ਹੋ ਅਤੇ ਪੀਆਰ ਪ੍ਰੋਸੈਸ ਨੂੰ ਲੈ ਕੇ ਪਰੇਸ਼ਾਨ ਹੋ? ਕੀ ਤੁਹਾਡੇ ਪੁਆਇੰਟਸ ਨਹੀਂ ਬਣ ਪਾ ਰਹੇ? ਤਾਂ ਮੈਨੀਟੋਬਾ ਵਿੱਚ ਤੁਹਾਡੇ ਲਈ ਹੈ ਵਧੀਆ ਅਪਰਚੂਨਿਟੀ। ਵਧੇਰੇ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ICCRC CRCIC ਤੋਂ ਮਾਨਤਾ ਪ੍ਰਾਪਤ ਵਰਲਡ ਗੇਟਵੇ ਇਮੀਗ੍ਰੇਸ਼ਨ ਦੇ ਜ਼ੋਰਾ ਸਿੰਘ ਕਹਿਣ ਦੇ ਨਾਲ। ਫੋਨ ਨੰਬਰ ਭਾਰਤ ਲਈ 01191 77176 65731 ਅਤੇ ਮੈਨੀਟੋਬਾ ਲਈ +1 204 295 4449। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਜੀ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਵਿੱਚ। ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਵੱਖ-ਵੱਖ ਮੁੱਦਿਆਂ ਉੱਤੇ ਤੇ ਕਾਫੀ ਦਰਸ਼ਕ ਸਾਨੂੰ ਬਾਰ-ਬਾਰ ਕਾਲਸ ਕਰਕੇ ਇਹੀ ਪੁੱਛ ਰਹੇ ਨੇ ਹੁਣ ਵੀ ਬ੍ਰੇਕ ਦੇ ਵਿੱਚ ਕਿ ਫਲਾਈਟਸ ਦੇ ਬਾਰੇ ਵਿੱਚ ਸਾਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਏ ਜਿਹੜੇ ਕੈਨੇਡੀਅਨ ਇਸ ਵਕਤ ਸਟਕ ਨੇ। ਸੋ ਹੁਣੀ ਅਸੀਂ ਜੀ ਰਾਬਤਾ ਕਾਇਮ ਕੀਤਾ ਹੈ ਬ੍ਰੈਂਪਟਨ ਸਾਊਥ ਤੋਂ ਸਾਡੇ MP ਸੋਨੀਆ ਸਿੱਧੂ ਜੀ ਨਾਲ, ਜੋ ਕਿ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਮੌਜੂਦ ਨੇ ਤੇ ਸਾਨੂੰ ਫਲਾਈਟਸ ਦੇ ਬਾਰੇ ਵਿੱਚ ਜਾਣਕਾਰੀ ਦੇਣਗੇ। ਸੋਨੀਆ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਮਦਰਦ ਮੀਡੀਆ ਗਰੁੱਪ 'ਚ। ਸਤਿ ਸ਼੍ਰੀ ਅਕਾਲ ਤਰਨ ਜੀ, ਹਮਦਰਦ ਟੀਵੀ ਤੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਕਾਫੀ ਸਾਡੇ ਆਫਿਸ ਦੇ ਵਿੱਚ ਵੀ ਕਾਲਸ ਆਉਂਦੀਆਂ ਹੈਗੀਆਂ ਜੀ, ਸੋ ਮੈਂ ਦੱਸਣਾ ਚਾਹੁੰਦੀ ਕਿ 10 ਫਲਾਈਟ ਜਿਹੜੀਆਂ ਅਰੇਂਜ ਹੋਈਆਂ ਹੈਗੀਆਂ ਤੇ ਉਹਦੇ ਵਿੱਚ ਕਤਰ 에ਅਰਲਾਈਨ ਤੋਂ ਜਿਹੜੀ ਹੈਗੀ ਆ ਉਹ ਤੁਸੀਂ ਕਰ ਸਕਦੇ 10 ਜੁਲਾਈ ਤੋਂ ਲੈ ਕੇ 10, 13, 15, 17, 20, 22, 24, 27 29 ਤੇ 31 ਨੂੰ ਜੀ ਇਹ ਫਲਾਈਟ ਜਿਹੜੀਆਂ ਅਰੇਂਜ ਹੋਈਆਂ ਹੈਗੀਆਂ ਵਾਇਆ ਦੋਹਾ ਤੋਂ ਆਉਣਗੀਆਂ ਟੋਰਾਂਟੋ। ਇਹ ਦਿੱਲੀ ਤੋਂ ਚੱਲਣਗੀਆਂ ਜੀ। ਇਹਦੇ ਵਿੱਚ ਤੁਸੀਂ ਬੁਕਿੰਗ ਸਿੱਧੀ ਕਰਾ ਸਕਦੇ ਹੋ ਕਿ www.airlines.com ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਜਿਹੜੀ ਉਹ ਕਰਾ ਸਕਦੇ ਹੈਗੇ ਹੋ। ਇਹ 10 ਫਲਾਈਟਸ ਹੈਗੀਆਂ ਜਿਹੜੀਆਂ ਕਿ ਕਾਫੀ ਸਾਨੂੰ ਈਮੇਲਸ ਵੀ ਆ ਰਹੀਆਂ ਸੀਗੀਆਂ ਤੇ ਇਹਦੇ ਵਿੱਚ ਜੀ PR ਕੈਨੇਡੀਅਨ ਸਿਟੀਜ਼ਨ तो सारे ही ਜਿਹੜੇ ਤੁਸੀਂ ਆਪਣੀ ਬੁਕਿੰਗ ਕਰਾ ਕੇ ਤੁਸੀਂ ਆਪਣੀ ਟਿਕਟ ਲੈ ਸਕਦੇ ਹੋ ਜੀ। ਜੀ ਬਿਲਕੁਲ। ਤੇ ਮੈਮ ਜਿਹੜੀਆਂ 10 ਫਲਾਈਟਸ ਨੇ ਤੇ ਇਹਨਾਂ ਦੇ ਬਾਰੇ ਚ ਤੁਸੀਂ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਨੂੰ www.qatarairlines.com ਤੇ ਜਾ ਕੇ ਤੁਸੀਂ ਇਹਨਾਂ ਨੂੰ ਰਜਿਸਟਰ ਕਰਵਾ ਸਕਦੇ ਹੋ। ਇਹਦੇ ਲਈ ਕੈਨੇਡਾ ਸਰਕਾਰ ਤੋਂ ਕੋਈ ਅਥਾਰਟੀ ਲੈਟਰ ਲੈਣ ਦੀ ਕੋਈ ਲੋੜ ਹੈ ਮੈਮ ਇਹਦੇ ਲਈ? नहीं जी बिल्कुल नहीं हैगी, कोई स्पेशल कोड नहीं रिक्वायर्ड हैगा। ਤੁਸੀਂ ਸਿੰਪਲ ਜਾ ਕੇ ਆਪਣੀ ਬੁਕਿੰਗ ਕਰ ਸਕਦੇ ਹੈਗੇ ਹੋ ਤੇ ਜਿਹੜੀ ਤੁਸੀਂ ਟਿਕਟ ਲੈ ਸਕਦੇ ਹੋ। ਕੋਈ ਲੈਟਰ ਜਾਂ ਕੋਈ ਕੋਡ ਕੋਈ ਨਹੀਂ ਹੈਗੀ ਰਿਕੁਆਇਰਮੈਂਟ ਜੀ। ਜੀ ਜੀ ਨਾ ਜੀ ਤੁਸੀਂ ਕੁਝ ਪੁੱਛਣਾ? ਸੋਨੀਆ ਜੀ ਇੱਕ ਵਾਰੀ ਡੇਟਸ ਫੇਰ ਰਿਪੀਟ ਕਰ ਦਿਓ ਕੋਈ ਪਲੀਜ਼। 10, 13, 15, 17 ਅੱਗੇ ਕਿਹੜੀ ਸੀ ਜੀ? 22 2022। ਹਾਂਜੀ ਇਹਦੀ 10 ਜੁਲਾਈ ਤੋਂ ਸ਼ੁਰੂ ਹੋ ਗਈਆਂ। ਹਾਂਜੀ ਤੇ ਇਹ 10, 13, 15, 17, 20, 22, 24, 27, 29 ਤੇ 31 ਨੂੰ ਹੈਗੀਆਂ ਜੀ। ਬਾਕੀ ਜਿਹੜੇ ਟਾਈਮਿੰਗਸ ਹੈਗੀ ਜਦੋਂ ਤੁਸੀਂ ਬੁਕਿੰਗ ਕਰੋਗੇ ਸਿੱਧੇ ਉੱਥੇ ਤੁਹਾਨੂੰ ਉਹ ਪ੍ਰੋਵਾਈਡ ਕਰ ਦਿੱਤੀ ਜਾਊਗੀ। ਤੇ ਇਹ ਮੈਂ ਦੱਸਣਾ ਚਾਹੁੰਦੀ ਸੀ ਕਿ ਕੋਈ ਸਪੈਸ਼ਲ ਲੈਟਰ ਜਾਂ ਕੋਈ ਕੋਡ ਜਿਹੜੀ ਰਿਕੁਆਇਰਮੈਂਟ ਕੁਝ ਨਹੀਂ ਹੈਗੀ। ਤੁਸੀਂ ਸਿੰਪਲ ਜਾ ਕੇ ਆਪਣੀ ਟਿਕਟ ਬੁੱਕ ਕਰ ਸਕਦੇ ਹੋ। ਮੈਮ ਇਹ ਡਾਇਰੈਕਟ ਫਲਾਈਟਸ ਹੋਣਗੀਆਂ ਜਾਂ ਫਿਰ ਕਿਤੇ ਰਾਸਤੇ ਦੇ ਵਿੱਚ ਇਹਨਾਂ ਦਾ ਸਟੇ ਵੀ ਹੋਏਗਾ? ਹਾਂਜੀ ਇਹ ਵਾਇਆ ਦੋਹਾ ਆਉਂਦੀ ਹੈ ਜੀ, ਅੱਗੇ ਆਉਂਦੀਆਂ ਸੀਗੀਆਂ ਤੇ ਟੋਰਾਂਟੋ। ਹਾਂਜੀ ਜੀ ਬਿਲਕੁਲ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਦਰਸ਼ਕਾਂ ਲਈ। ਸੋਨੀਆ ਜੀ ਹੈਵ ਅ ਨਾਈਸ ਡੇ।
ਥੈਂਕ ਯੂ ਸੋ ਮਚ ਜੀ ਜਾਣਕਾਰੀ ਦੇਣ ਲਈ। ਜੀ ਬਿਲਕੁਲ, ਜੋ ਇਸ ਵਕਤ ਸਾਡੇ ਦਰਸ਼ਕ ਸਾਡੇ ਨਾਲ ਇੰਤਜ਼ਾਰ ਕਰ ਰਹੇ ਸੀ 에ਅਰਲਾਈਨਸ ਦੇ ਬਾਰੇ ਵਿੱਚ ਸਾਨੂੰ ਪੁੱਛਣਾ ਚਾਹੁੰਦੇ ਸੀ, ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਜੁਲਾਈ ਦੇ ਮਹੀਨੇ ਦੇ ਵਿੱਚ 10 ਫਲਾਈਟਸ ਜਿਹੜੀਆਂ ਨੇ ਉਹ ਕਤਰ 에ਅਰਲਾਈਨਸ ਦੀਆਂ ਚੱਲ ਰਹੀਆਂ ਨੇ, ਜੋ ਕਿ ਦਿੱਲੀ ਤੋਂ ਟੋਰਾਂਟੋ ਤੱਕ ਆਉਣਗੀਆਂ, ਉਹ ਵਾਇਆ ਦੋਹਾ ਹੋ ਕੇ। ਸਰ ਮੈਂ ਚਾਹਾਂਗੀ ਇੱਕ ਵਾਰੀ ਤੁਸੀਂ ਡੇਟ ਜਿਹੜੀ ਹੈ ਜ਼ਰੂਰ ਇੱਕ ਵਾਰੀ ਅਨਾਉਂਸ ਕਰ ਦਿਓ, ਜਿਹੜੇ ਜੁਲਾਈ ਦੇ ਮਹੀਨੇ ਦੇ ਵਿੱਚ ਇਹ 10 ਫਲਾਈਟਸ ਚੱਲ ਰਹੀਆਂ। ਹਾਂਜੀ ਤਰਨ ਡੇਟਸ ਹੈਗੀਆਂ ਨੇ ਜੀ 10 ਸਾਰੇ ਜੁਲਾਈ ਦੀਆਂ ਜੀ 10 13 15 17 20 22 24 27 29 ਤੇ 31 PR ਤੇ ਸਿਟੀਜ਼ਨ ਸਾਰੇ ਇੱਥੇ ਆ ਸਕਦੇ ਨੇ। ਡਾਇਰੈਕਟਲੀ ਤੁਸੀਂ ਆਪਣੇ ਆਪ ਬੁੱਕ ਕਰਨੀ ਹੈ, ਕਿਸੇ ਥਰੂ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਜੀ। ਦੋਹਾ ਦੀ ਇਹਦੀ ਸਟੇ ਹੈਗੀ ਹੈ ਜੀ, ਜਿਵੇਂ ਮੇਰੀ ਪਹਿਲੀਆਂ ਫਲਾਈਟਾਂ ਕਤਰ ਦੀਆਂ ਆਈਆਂ ਸੀਗੀਆਂ ਮੇਰੇ ਖਿਆਲ ਬਿਲਕੁਲ ਉਸੇ ਬੇਸ ਤੇ ਹੋਣਗੀਆਂ ਜੀ। ਤੁਸੀਂ ਕੋਈ ਵੀ ਜਿਨ੍ਹਾਂ ਨੇ ਵਾਪਸ ਆਉਣਾ ਜੀ ਇੱਥੇ ਉੱਤੇ ਆਪਣੀ ਡਾਇਰੈਕਟ from the Qatar Airlines ਹੁਣ ਤੁਸੀਂ ਜਾ ਕੇ ਬੁੱਕ ਕਰਾ ਸਕਦੇ ਹੋ। ਬਿਲਕੁਲ ਜੀ, ਤੁਸੀਂ ਜੇਕਰ ਕੈਨੇਡੀਅਨ PR ਹੋ ਜਾਂ ਫਿਰ ਕੈਨੇਡੀਅਨ ਸਿਟੀਜ਼ਨ ਹੋ, ਸੋ ਤੁਹਾਨੂੰ ਪਹਿਲ ਦਿੱਤੀ ਜਾ ਰਹੀ ਹੈ, ਤੁਸੀਂ ਇਹਨਾਂ ਫਲਾਈਟਸ ਦੇ ਜ਼ਰੀਏ ਆ ਸਕਦੇ ਹੋ ਵਾਪਸ ਕੈਨੇਡਾ ਦੇ ਵਿੱਚ। ਤੁਸੀਂ ਵੈਬਸਾਈਟ ਨੋਟ ਕਰ ਲਓ www.qatarairlines.com। ਸੋ ਇਹਨਾਂ 에ਅਰਲਾਈਨਸ ਦੇ ਵਿੱਚ ਤੁਸੀਂ ਜਾ ਕੇ ਆਪਣਾ ਜਿਹੜਾ ਸਕੈਜੂਲ ਪੂਰਾ ਦੇਖ ਸਕਦੇ ਹੋ, ਟਾਈਮਿੰਗਸ ਦੇਖ ਸਕਦੇ ਹੋ। ਸੋ ਜਿਹੜੀ ਫਲਾਈਟਸ ਬੁੱਕ ਕਰਵਾਉਣਾ ਚਾਹੁੰਦੇ ਹੋ, ਤੁਹਾਨੂੰ ਠੀਕ ਲੱਗਦੀ, ਸੁਟੇਬਲ ਲੱਗਦੀ, ਤੁਸੀਂ ਕਰਵਾ ਸਕਦੇ ਹੋ। ਸਰ ਖਬਰ ਦੀ ਅਸੀਂ ਗੱਲ ਕਰ ਰਹੇ ਸੀ, ਕੈਨੇਡਾ ਦਾ ਬਜਟ ਇਸ ਵਕਤ ਅਸੀਂ ਦੇਖਿਆ ਸੀ ਪਹਿਲਾਂ ਹੀ ਡੈਫਿਸਿਟ ਵਿੱਚ ਜਾ ਰਿਹਾ ਸੀ, ਘਾਟੇ 'ਚ ਜਾ ਰਿਹਾ ਸੀ। ਹੁਣ ਜਿਸ ਪ੍ਰਕਾਰ ਦੇ ਨਾਲ ਸਰਕਾਰ ਨੇ ਫੰਡਿੰਗ ਵੀ ਕੀਤੀ ਆ, ਬੈਨੀਫਿਟਸ ਦਿੱਤੇ ਨੇ, ਘਾਟਾ ਹੋਰ ਜ਼ਿਆਦਾ ਵੱਧ ਚੁੱਕਿਆ ਹੈ। ਕਰਨ ਨੰਬਰ ਦੱਸ ਦਿੰਦਾ ਮੈਂ, ਜਿਹੜੇ 2020 ਤੇ 2021 ਦਾ ਜੀ 343.2 ਬਿਲੀਅਨ ਡੈਫਿਸਿਟ ਹੈ ਜੀ। ਜਿਹੜੀ ਫੈਡਰਲ ਏਡ ਦਿੱਤੀ ਹੈ ਸਰਕਾਰ ਨੇ 212 ਬਿਲੀਅਨ ਦਿੱਤੀ ਹੈ ਜੀ। ਜਿਹੜੇ ਕੈਨੇਡੀਅਨਸ ਲੇ ਆਫ ਕਰ ਦਿੱਤੇ ਸੀ, ਜਿਨ੍ਹਾਂ ਦਾ ਸਮਾਂ ਕੰਮ ਤੋਂ ਘਟ ਗਿਆ ਸੀਗਾ ਜੀ, ਉਹ ਫਰਵਰੀ ਤੋਂ ਅਪ੍ਰੈਲ ਤੱਕ 5.5 ਮਿਲੀਅਨ ਨੇ CERB ਵਾਸਤੇ ਅਪਲਾਈ ਕੀਤਾ ਜੀ, ਜਿਹੜਾ ਕਿ $8.16 ਮਿਲੀਅਨ ਬਣਦਾ ਜੀ। ਐਮਰਜੈਂਸੀ ਰਿਸਪੌਂਸ ਬੈਨੀਫਿਟ 53.3 ਬਿਲੀਅਨ ਹੈ ਜੀ। ਸਟੂਡੈਂਟਸ ਜਿਨ੍ਹਾਂ ਨੇ ਅਪਲਾਈ ਕੀਤਾ ਜੀ, ਉਹਨਾਂ ਨੰਬਰ ਸਟੂਡੈਂਟਸ ਆ 6 ਲੱਖ ਤੋਂ ਉੱਪਰ ਹੈ ਜੀ, 60,156 ਜੀ। ਤੇ ਜਿਹੜੀ ਗਵਰਨਮੈਂਟ ਨੇ ਐਮਰਜੈਂਸੀ ਸਟੂਡੈਂਟ ਬੈਨੀਫਿਟ ਨੂੰ ਦਿੱਤਾ ਜੀ 1.42 ਬਿਲੀਅਨ, ਲਾਟ ਆਫ ਮਨੀ, ਬਹੁਤ ਜ਼ਿਆਦਾ ਘਾਟੇ ਜਾ ਰਹੇ ਜੀ। ਸਰਕਾਰ ਪੂਰਾ ਕਿੱਥੋਂ ਕਰੇਗਾ? ਸਰਕਾਰ ਪੂਰਾ ਕਰਨ ਵਾਸਤੇ ਪੁੱਛਿਆ ਗਿਆ ਸੀਗਾ ਕਿ ਅੱਜ ਜਿਹੜੇ ਸਾਡੇ ਬਿਲ ਮੋੜਨੋ ਸਾਹਿਬ ਨੇ, ਸਰ ਇਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਇੱਕ ਆਪਾਂ ਦਰਸ਼ਕ ਸਾਡੇ ਨਾਲ ਜੁੜ ਕੇ ਨੇ, ਉਹਨਾਂ ਦੇ ਬਿਲਕੁਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਡਮ ਮੈਂ ਔਰੰਜਵੈਲ ਤੋਂ ਬੋਲਦਾ ਜੀ, ਟੋਰਾਂਟੋ ਦੇ ਲਾਗੋਂ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਸਰ ਦੱਸੋ ਕੀ ਕਹਿਣਾ ਚਾਹੁੰਦੇ ਹੋ? ਮੈਂ ਭੈਣ ਜੀ ਇਹ ਪਤਾ ਕਰਨਾ ਸੀ, ਜਿਹੜੀਆਂ ਫਲਾਈਟਾਂ ਅਨਾਉਂਸ ਕੀਤੀਆਂ ਅੰਮ੍ਰਿਤਸਰ ਤੋਂ ਲੋਹਾ ਉਧਰੋਂ ਲੈ ਕੇ ਆ ਰਹੇ ਆ, ਜੇ ਕਿਸੇ ਨੂੰ ਐਮਰਜੈਂਸੀ ਆ ਇਧਰੋਂ ਵੀ ਜਾ ਸਕਦਾ? ਇਧਰੋਂ ਤੁਸੀਂ ਕਹਿੰਦੇ ਹੋ ਕਿ ਜਿਨ੍ਹਾਂ ਨੇ ਕੈਨੇਡਾ ਤੋਂ ਇੰਡੀਆ ਜਾਣਾ ਹੋਵੇ, ਤੁਸੀਂ ਕੈਨੇਡੀਅਨ ਸਿਟੀਜ਼ਨ ਦੀ ਗੱਲ ਕਰ ਰਹੇ ਹੋ ਜਾਂ ਫਿਰ ਇੰਡੀਅਨਸ ਦੀ ਗੱਲ ਕਰ ਰਹੇ ਹੋ? ਇੰਡੀਅਨ ਸਿਟੀਜ਼ਨਸ ਦੀ ਪਰਮਾਨੈਂਟਲੀ ਰੈਜ਼ੀਡੈਂਸੀ ਤੇ ਅਸੀਂ ਇੱਥੇ ਰਹਿ ਰਹੇ ਹਾਂ, ਸਾਨੂੰ ਉੱਥੇ ਡੈਥ ਕੇਸ ਆ, ਅਸੀਂ ਇੰਡੀਆ ਜਾਣਾ ਚਾਹੁੰਦੇ ਹਾਂ। ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਹੁਣੇ ਸੁਣ ਸਕਦੇ ਹੋ ਜੀ। ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਤਰਨ ਪਹਿਲਾਂ ਤਾਂ ਹੁੰਦਾ ਰਿਹਾ, ਪਰ ਜਿੱਥੇ ਤੱਕ ਮੇਰਾ ਖਿਆਲ ਆ ਹੁਣ ਜੋ ਕੁਛ ਹੈਗਾ ਰੀਪੈਟਰੀਏਸ਼ਨ ਫਲਾਈਟਸ ਨੇ, ਇਹਦੇ ਵਿੱਚ ਵਨ ਵੇ ਹੀ ਹੈ, ਜੋ ਮੇਰੇ ਖਿਆਲ ਉੱਥੋਂ ਹੀ ਆਉਣੀਆਂ ਨੇ। ਪਹਿਲਾਂ ਲੋਕ ਇਹ 'ਤੇ ਵਾਪਸ ਜਾਂਦੇ ਰਹੇ ਹੈਗੇ ਨੇ, ਇਹ ਅਸੀਂ ਸੋਨੀਆ ਉਹਨਾਂ ਨੂੰ ਪੁੱਛਣਾ ਭੁੱਲ ਗਏ ਕਿ ਇਸ 'ਤੇ ਵਾਪਸ ਜਾਇਆ ਜਾ ਸਕਦਾ ਜਾਂ ਨਹੀਂ ਜਾਇਆ ਜਾਂਦਾ, ਪਰ ਇਸ 'ਤੇ ਸਾਰੀਆਂ ਸਰਕਾਰਾਂ ਨੇ ਇਤਰਾਜ਼ ਕੀਤਾ ਸੀ। ਪਹਿਲਾਂ ਇੰਡੀਆ 'ਤੇ ਇਤਰਾਜ਼ ਇਹ ਸੀਗਾ, ਇੰਡੀਅਨ 에ਅਰ ਇੰਡੀਆ ਆ ਰਹੀ ਹੈ, ਉਹ ਦੋਨੇ ਪਾਸੇ ਫੁੱਲ ਜਾ ਰਹੀ ਹੈ, ਤੇ ਉਹਦੇ ਉੱਤੇ ਬਾਕੀ ਸਰਕਾਰਾਂ ਨੇ ਇਤਰਾਜ਼ ਕੀਤਾ ਸੀ, ਜਾਂ ਤਾਂ ਵੀ ਸਾਨੂੰ ਵੀ ਅਲਾਉ ਕੀਤਾ ਜਾਵੇ, ਜਿੱਥੇ ਜਾਂ ਤੁਹਾਡੀਆਂ ਵੀ ਬੰਦ ਹੋਣੀਆਂ ਚਾਹੀਦੀਆਂ। ਮੈਨੂੰ ਜਿੱਥੇ ਤੱਕ ਮੈਨੂੰ ਲੱਗਦਾ ਕਿ ਚਾਂਸਸ ਹੈ ਕਿ ਸ਼ਾਇਦ ਇਹਨਾਂ ਫਲਾਈਟਾਂ 'ਤੇ ਤੁਸੀਂ ਵਾਪਸ ਨਹੀਂ ਜਾ ਸਕੋਗੇ। ਪਰ ਸਰ ਜ਼ਰੂਰ ਹੈ ਕਿ ਅਸੰਪਸ਼ਨ ਜ਼ਰੂਰ ਦਿੱਤੀ ਹੈ, ਸਿਰਫ ਉਹੀ ਲੋਕ ਜਿਵੇਂ ਕਿ ਐਮਰਜੈਂਸੀ ਕੰਡੀਸ਼ਨਸ ਦੇ ਵਿੱਚ ਤੁਸੀਂ ਜੇ ਵਿਜ਼ਿਟ ਕਰਨਾ ਚਾਹੁੰਦੇ ਹੋ, ਇੰਡੀਆ ਵਿਜ਼ਿਟ ਕਰ ਸਕਦੇ ਹੋ, ਤੇ ਇਹਦੇ ਵਿੱਚ ਜੇਕਰ ਡੈਥ ਰੀਜ਼ਨ ਹੈਗਾ ਤਾਂ ਸ਼ਾਇਦ ਤੁਹਾਨੂੰ ਮੌਕਾ ਮਿਲ ਸਕਦਾ। ਤੁਸੀਂ ਇੱਕ ਵਾਰੀ 에ਅਰਲਾਈਨਸ ਦੇ ਨਾਲ ਸੰਪਰਕ ਜ਼ਰੂਰ ਸਾਧ ਕੇ ਵੇਖ ਲਓ, ਜਿੱਥੇ ਉੱਥੇ ਰੀਜ਼ਨ ਦੀ ਗੱਲ ਹੁੰਦੀ ਆ, ਤੁਸੀਂ ਉਹਨਾਂ ਨਾਲ ਰੀਜ਼ਨ ਦੇ ਕੇ ਸ਼ਾਇਦ ਤੁਸੀਂ ਟਿਕਟ ਬੁੱਕ ਕਰਵਾ ਸਕਦੇ ਹੋ। ਜੀ ਸਰ, ਤੇ ਆਪਾਂ ਗੱਲ ਕਰ ਰਹੇ ਸੀ ਕੈਨੇਡਾ ਦੇ ਘਾਟੇ ਵਿੱਚ ਜਾ ਰਹੇ ਬਜਟ ਦੀ। ਹਾਂਜੀ, ਬਿਲ ਮੋਰਨੋ ਸਾਹਿਬ ਨੂੰ ਇੱਕ ਸਵਾਲ ਕੀਤਾ ਗਿਆ ਜੀ ਕਿ ਇਹ ਘਾਟਾ ਪੂਰਾ ਕਿਵੇਂ ਹੋਏਗਾ। ਉਹਨਾਂ ਨੇ ਜਵਾਬ, ਸਵਾਲ ਇਹ ਸੀਗਾ ਕਿ ਕੀ ਟੈਕਸ ਵਧਾਓਗੇ ਤੁਸੀਂ? ਉਹਨਾਂ ਨੇ ਇਹ ਗੱਲ ਕਹੀ ਹੈ ਕਿ ਟੈਕਸ ਅਸੀਂ ਨਹੀਂ ਵਧਾਵਾਂਗੇ। ਜੇ ਹੁਣ ਟੈਕਸ ਨਹੀਂ ਵਧਾਵਾਂਗੇ ਤੇ ਪੈਸੇ ਆਉਣਗੇ ਕਿੱਥੋਂ? ਢੰਗ ਹੁੰਦੇ ਨੇ 100 ਢੰਗ, ਬੌਂਡਸ ਹੁੰਦੇ ਨੇ, ਜਿਹੜੀ ਸਰਕਾਰਾਂ ਆਪਦੇ ਬੌਂਡਸ ਵੇਚਦੀਆਂ ਹੁੰਦੀਆਂ ਨੇ, ਕਈ 10 ਸਾਲਾ ਬੌਂਡ ਆ, 20 ਸਾਲਾ ਬੌਂਡ ਆ, 30 ਸਾਲਾ, 100 ਸਾਲਾ ਵੀ ਹੋ ਸਕਦਾ। ਸੋ ਸਰਕਾਰ ਬੌਂਡਸ ਵੇਚ ਕੇ ਪੈਸੇ ਇਕੱਠੇ ਕਰ ਲੈਂਦੀ ਹੈ। ਬਹੁਤ ਕੁਝ ਬੜੇ ਢੰਗ ਹੁੰਦੇ ਹੈਗੇ ਨੇ। ਤਾਂ ਸਰਕਾਰ ਅਜੇ ਤੱਕ ਤਾਂ ਇਹੀ ਸੋਚ ਰਹੀ ਹੈ ਕਿ ਕੈਨੇਡੀਅਨਸ ਨੂੰ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਹਲੇ ਉਹ ਨਾ ਹੋਵੇ ਕਿ ਬਿਲਕੁਲ ਪੈਸੇ ਥੋੜ੍ਹਾ ਰਹਿ ਜਾਣ। ਜਿਹੜਾ CERB ਹੈਗਾ ਪ੍ਰੋਗਰਾਮ, ਇਹਦੇ ਵਿੱਚ ਮੈਨੂੰ ਲੱਗਦਾ ਜੋ ਕੁਝ ਹੋ ਰਿਹਾ
ਚੇਂਜਸ ਆ ਰਹੀਆਂ ਨੇ, ਕੁਝ ਚੇਂਜਸ ਜ਼ਰੂਰ ਆਉਣਗੀਆਂ ਜਿਹੜੀਆਂ ਆ 2 ਕਿਸ਼ਤਾਂ ਹੈਗੀਆਂ ਨੇ। ਇਹਨਾਂ ਤੋਂ ਬਾਅਦ CERB ਦੇ ਵਿੱਚ ਕਿਸੇ ਨਾ ਕਿਸੇ, ਜਾਂ ਤਾਂ ਬਹੁਤੇ ਲੋਕਾਂ ਨੂੰ ਇੰਪਲੋਇਮੈਂਟ ਇੰਸ਼ੋਰੈਂਸ ਦੇ ਵਿੱਚ ਕਿਸੇ ਹਿਸਾਬ 'ਚ ਜਾਣਾ ਪਵੇਗਾ, ਜਾਂ CERB ਦੀਆਂ ਕੰਡੀਸ਼ਨਸ ਚੇਂਜ ਹੋਣਗੀਆਂ ਕਿ ਅੱਗੇ ਤੋਂ CERB ਮੈਨੂੰ ਲੱਗਦਾ ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਵੱਡੀ ਚੇਂਜ ਆ ਰਹੀ ਹੈ ਜੀ। ਬਿਲਕੁਲ ਜੀ। ਤੇ ਸਰ ਅਗਲੀ ਖਬਰ ਦੀ ਗੱਲ ਕਰੀਏ, ਅਸੀਂ ਦੇਖਦੇ ਹਾਂ ਕਿ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਹੈਗਾ ਜਿਹੇ ਵਿੱਚ, ਜਿਵੇਂ ਅਸੀਂ ਕਹਿੰਦੇ ਹਾਂ ਕਿ AC ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ। ਘਰਾਂ ਤੋਂ ਛੇਤੀ ਲੋਕ ਗਰਮੀ ਦੇ ਮੌਸਮ ਦੇ ਵਿੱਚ ਬਾਹਰ ਨਹੀਂ ਨਿਕਲ ਰਹੇ, ਪਰ ਅਸੀਂ ਹੁਣ ਦੇਖਣ ਨੂੰ ਮਿਲਿਆ ਓਨਟਾਰੀਓ ਦੇ ਵਿੱਚ ਜਿਹੜੇ ਲੌਂਗ ਟਰਮ ਕੇਅਰ ਹੋਮ ਨੇ ਉਹਦੇ ਵਿੱਚ ਕਈ ਅਜਿਹੇ ਨੇ ਜਿੱਥੇ AC ਬੰਦ ਪਏ ਨੇ। ਬਜ਼ੁਰਗਾਂ ਦਾ ਬੁਰਾ ਹਾਲ ਹੈ, ਜਿਹਦੇ ਉੱਤੇ ਹੁਣ ਮਿਸਟਰ ਫੋਰਡ ਨੇ ਵੀ ਆਪਣੀ ਪੜਾਸ ਕੱਢੀ ਹੈ। ਹਾਂਜੀ, ਫੋਰਡ ਸਾਹਿਬ ਨੇ ਬੜਾ ਗੁੱਸਾ ਜ਼ਾਹਰ ਕੀਤਾ ਜੀ। ਉਹਨਾਂ ਨੂੰ ਉਹ ਕਹਿੰਦੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਕਿ ਕਈ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ AC ਵੀ ਨਹੀਂ ਹੈਗਾ। ਉਹਨਾਂ ਨੇ ਗੱਲ ਕੀਤੀ ਵੀ ਇਮੇਜਿਨ ਕਰੋ ਬਾਹਰ ਤੇ 30 ਡਿਗਰੀ ਟੈਂਪਰੇਚਰ ਹੈਗਾ ਤੇ ਕੋਈ ਤੀਸਰੀ ਮੰਜ਼ਿਲ ਤੇ ਰਹਿ ਰਿਹਾ ਤੇ ਥੱਲੋਂ ਸਾਰੀ ਹੀਟ ਜਾ ਕੇ ਉੱਪਰ ਨੂੰ ਜਾ ਰਹੀ ਹੈ। ਤੇ ਉਹ ਕਹਿੰਦੇ ਜਿਹੜੇ ਲੋਕ ਇਹ ਓਨ ਕਰਦੇ ਆ, ਮੈਂ ਚਾਹੁੰਦਾ ਕਿ ਉਹਨਾਂ ਨੂੰ ਉਹਨਾਂ ਥਾਵਾਂ ਦੇ ਉੱਤੇ ਰੱਖਿਆ ਜਾਵੇ ਤੇ ਉਹਨਾਂ ਨੂੰ ਪਤਾ ਲੱਗੇ ਵੀ ਹਾਲਾਤ ਕਿਵੇਂ ਹੈਗੇ ਨੇ। ਤੇ ਉਹਨਾਂ ਨੇ ਇਹ ਇੱਕ ਤਰ੍ਹਾਂ ਦਾ ਵਾਅਦਾ ਕੀਤਾ ਜੀ ਵੀ ਇਹਨਾਂ ਦੇ ਤੇ ਕੁਛ ਨਾ ਕੁਛ ਇੱਧਰ ਨੂੰ ਨਜ਼ਰ ਸਵੱਲੀ ਕਰਨਗੇ ਔਰ ਨਵਾਂ ਕਾਨੂੰਨ ਬਣਾਉਣਗੇ ਕਿ ਇਹ ਜਿਹੜੇ ਸੀਨੀਅਰ ਹੋਮਸ ਨੇ ਇਹਨਾਂ ਦੇ ਵਿੱਚ ਜਿਹੜੀ 에ਅਰ ਕੰਡੀਸ਼ਨਿੰਗ ਹੈ ਉਹ ਮੈਂਡੇਟਰੀ ਕੀਤੀ ਜਾਵੇਗੀ ਜੀ। ਦੇਖੋ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਜੀ। ਸਰ ਤੁਸੀਂ ਕਿਹਾ ਕਾਨੂੰਨ ਨਵਾਂ ਬਣਾਉਣਗੇ, ਤਾਂ ਇੱਕ ਲੈਜਿਸਲੇਚਰ ਵੀ ਜਿਹੜਾ ਆ ਉਹ ਪਾਸ ਕੀਤਾ ਗਿਆ ਜਿਹਦੇ ਨਾਲ ਕਈ ਚੇਂਜਸ ਵੀ ਦੇਖਣ ਨੂੰ ਮਿਲੀਆਂ ਨੇ। ਹਾਂ ਤਰਨ, ਜਿਹੜੀ ਅੱਜ ਫੋਰਡ ਗਵਰਨਮੈਂਟ ਹੈ ਜੀ ਉਹਨੇ ਨਵਾਂ ਲੈਜਿਸਲੇਸ਼ਨ ਪੇਸ਼ ਕੀਤਾ ਜੀ ਜਿਹੜੀ ਇਕਾਨਮੀ ਨੂੰ ਰਿਕਵਰੀ ਕਰਨ ਵਾਸਤੇ ਜੀ। ਇਹਨੂੰ ਨਾਮ ਵੀ ਇਹਦਾ ਜੀ COVID-19 ਰਿਕਵਰੀ ਐਕਟ। 20 ਚੇਂਜਸ ਹੈ ਜੀ ਇਹਦੇ ਵਿੱਚ, ਜਿਹੜੀਆਂ ਸਕੂਲਸ ਤੋਂ ਲੈ ਕੇ ਮਿਊਨਿਸਪੈਲਿਟੀਜ਼ ਤੇ ਜਸਟਿਸ ਸਿਸਟਮ ਇਹਦੇ ਵਿੱਚ ਚੇਂਜਸ ਆ ਰਹੀਆਂ ਨੇ ਜੀ। ਪਰ ਚੇਂਜਸ ਤਾਂ ਜਿਹੜੀਆਂ ਆ ਰਹੀਆਂ ਠੀਕ ਹੈ, ਜਿਹੜੀ ਆਪੋਜੀਸ਼ਨ ਉਹ ਕਹਿੰਦੀ ਹੈ ਵੀ ਜਸਟਿਸ ਸਿਸਟਮ ਦੇ ਵਿੱਚ ਕਈ ਚੇਂਜ ਲਿਆਉਣ ਦੀ ਲੋੜ ਸੀਗੀ। ਜਿਹੜੀ ਐਮਰਜੈਂਸੀ ਐਸੀ ਹੋਈ ਹੈ, ਜਿਹੜੇ ਕੋਈ ਅਪਾਇੰਟਮੈਂਟਸ ਕਰਨੀਆਂ ਨੇ ਜਸਟਿਸ ਵਗੈਰਾ ਦੀਆਂ, ਉਹ ਇਹਦੇ ਵਿੱਚ ਕਿਉਂ ਲਿਆਂਦੀ ਗਈਆਂ। ਹਾਂ, ਦੂਸਰੀ ਜਿਹੜੀ ਇਕਨੋਮੀ ਨੂੰ ਹੈਲਪ ਕਰਨੀ ਹੈ ਜਾਂ ਸਕੂਲਸ ਨੂੰ ਖੋਲ੍ਹਣਾ, ਜੋ ਕੁਛ ਵੀ ਕਰਨਾ ਉਹ ਚੇਂਜਸ ਤਾਂ ਚਲੋ ਅਸੀਂ ਮੰਨ ਲੈਂਦੇ ਹਾਂ, ਪਰ ਜਿਹੜਾ ਵਿੱਚ ਹੋਰ ਚੀਜ਼ਾਂ ਨਾਲ ਐਡ ਕੀਤੀਆਂ ਗਈਆਂ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਸੀਗੀ। ਪਰ ਤਕਰੀਬਨ 20 ਚੇਂਜਸ ਹੈਗੀਆਂ ਨੇ ਜਿਹੜੀਆਂ ਇਸ ਨਵੇਂ ਲੈਜਿਸਲੇਸ਼ਨ ਦੇ ਵਿੱਚ ਜਿਹੜੀ ਓਨਟਾਰੀਓ ਸਰਕਾਰ ਲੈ ਕੇ ਆ ਰਹੀ ਹੈ ਜੀ। ਜੀ ਬਿਲਕੁਲ। ਹੁਣ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਦੀ ਅਸੀਂ ਗੱਲ ਕਰ ਲਈਏ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੋਇਆ ਸੀ। ਸਰ ਇਹਨਾਂ ਦੀ ਵੈਸੇ ਵੀ ਕੁਝ ਚੀਜ਼ਾਂ ਟਰੰਪ ਸਾਹਿਬ ਨਾਲ ਬਹੁਤ ਮਿਲਦੀਆਂ ਨੇ ਤੇ ਅੱਜ ਕੱਲ੍ਹ ਉਹਨਾਂ ਦੇ ਬਿਆਨਬਾਜ਼ੀ ਵੀ ਟਰੰਪ ਸਾਹਿਬ ਨਾਲ ਮਿਲਣ ਲੱਗ ਗਈ ਆ। ਕਹਿ ਰਹੇ ਨੇ ਕਿ ਹੁਣ ਉਹਨਾਂ ਨੂੰ ਜੇਕਰ ਕੋਈ ਚੀਜ਼ ਕਿਉਰ ਕਰ ਸਕਦੀ ਹੈ ਕਰੋਨਾ ਵਾਇਰਸ ਤੋਂ ਤਾਂ ਸਿਰਫ ਉਹ ਹਾਈਡਰੋਕਸੀਕਲੋਰੋਕੁਈਨ ਹੀ ਹੈ। ਸੋ ਇਹ ਦਵਾਈ ਦਿੱਤੀ ਜਾਵੇ ਤੇ ਉਹਨਾਂ ਨੂੰ ਕਿਉਰ ਕੀਤਾ ਜਾਵੇ। ਦੇਖੋ ਜੀ, ਇਹਨਾਂ ਤੇ ਲੱਗਦਾ ਵੀ ਟਰੰਪ ਸਾਹਿਬ ਦਾ ਬਹੁਤ ਅਸਰ ਹੋਇਆ ਔਰ ਇਹ ਵੀ ਨਹੀਂ ਪਤਾ, ਇਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਹੁੰਦਾ ਟਰੰਪ ਸਾਹਿਬ ਦਾ ਤਾਂ ਕਿਤੇ ਸੌਦਾ ਹੋਇਆ ਹੋਵੇ, ਕਿਤੇ ਨਾ ਕਿਤੇ ਉਹਨਾਂ ਦੇ ਇੰਟਰਸਟ ਹੁਣ ਹਾਈਡਰੋਕਸੀਕਲੋਰੋਕੁਈਨ ਦੇ ਵਿੱਚ। ਉਹ ਇਸ ਕਰਕੇ ਕਹਿੰਦੇ ਹੁਣ ਹਾਈਡਰੋਕਸੀਕਲੋਰੋਕੁਈਨ ਮਿਲਣੋਂ ਹਟ ਗਈ ਜੀ, ਉਹਦੀ ਪ੍ਰਾਈਸਿਸ ਅਪ ਚਲੀਆਂ ਗਈਆਂ। ਤੇ ਬ੍ਰਾਜ਼ੀਲ ਦੇ ਹੁਣ ਪ੍ਰੈਜ਼ੀਡੈਂਟ ਸਾਹਿਬ ਆ, ਇਹ ਕਹਿੰਦੇ ਜੀ ਮੈਨੂੰ ਉਹਦੇ ਨਾਲ ਫਰਕ ਪਿਆ। ਹੋ ਸਕਦਾ ਇਹਨਾਂ ਨੂੰ ਫਰਕ ਪੈਂਦਾ ਹੋਵੇ, ਪਰ ਅੱਗੇ ਨਾਲੋਂ ਕਹਿੰਦੇ ਬੁਖਾਰ ਮੈਨੂੰ ਘੱਟ ਹੈ। ਪ੍ਰੈਸ ਰਿਪੋਰਟਰਸ ਨਾਲ ਇਹ ਜੋ ਗੱਲਬਾਤ ਕਰ ਰਹੇ ਸੀਗੇ ਉਹਨਾਂ ਤੋਂ ਫਿਰ ਥੋੜਾ ਪਿੱਛੇ ਹੋਏ, ਮਾਸਕ ਲਾਇਆ, ਫਿਰ ਆਪਦਾ ਚਿਹਰਾ ਦਿਖਾਇਆ, ਕਹਿੰਦੇ ਦੇਖੋ ਮੈਂ ਤਾਂ ਠੀਕ ਲੱਗਦਾ। ਸੋ ਪਤਾ ਨਹੀਂ, ਆਈ ਹੋਪ ਠੀਕ ਹੋ ਜਾਣ ਜੀ, ਚੰਗੀ ਗੱਲ ਆ। ਪਰ ਜਿਹੜੀਆਂ ਗਲਤ ਇਨਫੋਰਮੇਸ਼ਨ ਲੀਡਰ ਨੇ ਦੇਣੀ ਹੈ, ਜਿਹੜੀ ਕਿ ਦਵਾਈ ਹੁਣ ਤੱਕ ਬਿਲਕੁਲ ਵੀ ਪ੍ਰੂਵਨ ਨਹੀਂ ਹੈਗੀ ਆ, ਉਹਦੀ ਬਿਨਾਂ ਗੱਲੋਂ ਨਾਂ ਲੈ ਕੇ ਐਡਵਰਟਾਈਜ਼ਮੈਂਟ ਕਰਨੀ, ਇਹ ਅਜਿਹੇ ਲੈਵਲ ਵਾਲੇ ਜਿਹੜੇ ਲੀਡਰਸ ਆ ਉਹਨਾਂ ਨੂੰ ਸੋਭਦਾ ਨਹੀਂ ਹੈ। ਪਤਾ ਨਹੀਂ ਕਿਹੜੀ ਸਮਝ ਦੇ ਮੁਤਾਬਕ ਇਹ ਅਜਿਹੀਆਂ ਗੱਲਾਂ ਕਰਦੇ ਨੇ ਜੀ। ਬਿਲਕੁਲ ਜੀ, ਟਰੰਪ ਸਾਹਿਬ ਦੀ ਗੱਲ ਹੋ ਰਹੀ ਹੈ। ਟਰੰਪ ਸਾਹਿਬ ਦੇ ਬਿਲਕੁਲ ਉਹਨਾਂ ਵਰਗੇ ਹੀ ਹੈਗੇ ਨੇ ਤੇ ਟਰੰਪ ਸਾਹਿਬ ਨੂੰ ਲੈ ਕੇ ਜਿਹੜੀ ਕਿਤਾਬ ਇਸ ਵਕਤ ਉਹਨਾਂ ਦੀ ਭਤੀਜੀ ਨੇ ਛਾਪੀ ਆ ਉਹ ਵੀ ਕਾਫੀ ਸੁਰਖੀਆਂ 'ਚ ਛਾ ਚੁੱਕੀ ਹੈ। ਮਿਸਟਰ ਜੋ ਬਾਈਡਨ ਤੋਂ ਬਾਅਦ ਹੁਣ ਇਹ ਕਿਤਾਬ ਜਿਹੜੀ ਅੱਗੇ ਸਾਹਮਣੇ ਆ ਰਹੀ ਹੈ ਤੇ ਇਹਦੇ ਵਿੱਚ ਕਾਫੀ ਖੁਲਾਸੇ ਹੋਣ ਦੀ ਜਿਹੜੀ ਆ ਇਸ ਜ਼ਿਕਰ ਕੀਤਾ ਜਾ ਰਿਹਾ। ਹਾਂ ਤਰਨ, ਜੌਨ ਬੋਲਟਨ ਸਾਹਿਬ ਦੀ ਜਿਹੜੀ ਬੁੱਕ ਆਈ ਹੋਈ ਹੈ ਉਹ ਇਸ ਵੇਲੇ ਬੈਸਟ ਸੈਲਰ ਹੈ ਜੀ, ਜਿਹੜੀ ਉਹਨਾਂ ਨੇ ਟਰੰਪ ਸਾਹਿਬ ਦੇ ਬਹੁਤ ਕੁਛ ਉਹਨਾਂ ਨੇ ਦੱਸਿਆ। ਤੇ ਇਹ ਟਰੰਪ ਸਾਹਿਬ ਦੀ ਭਤੀਜੀ ਹੈ ਜੀ, ਉਹਨਾਂ ਦੇ ਬ੍ਰਦਰ ਦੀ ਬੇਟੀ ਹੈ। ਉਹਨਾਂ ਦਾ ਜਿਹੜਾ ਬ੍ਰਦਰ ਹੈ ਉਹ 42 ਸਾਲ ਦੀ ਉਮਰ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਜੀ। ਹੀ ਵਾਜ਼ ਕਾਈਂਡ ਆਫ ਐਲਕੋਹਲਿਕ, ਪਰ ਇਹ ਸ਼ੀ ਇਜ਼ ਲਾਇਰ। ਉਹਦੀ ਬੁੱਕ ਦੇ ਐਕਸਰਪਟਸ ਆਉਣ ਲੱਗਿਆ ਜੀ। ਬੁੱਕ ਅਜੇ ਆਈ ਨਹੀਂ ਹੈ ਕਿਉਂਕਿ ਉਹਦੇ ਵਿੱਚ ਉਹਨੇ ਜੋ ਟਰੰਪ ਸਾਹਿਬ ਬਾਰੇ ਲਿਖਿਆ ਕੋਈ ਬਹੁਤੀਆਂ ਚੰਗੀਆਂ ਗੱਲਾਂ ਨਹੀਂ ਜੀ ਲਿਖਿਆ। ਉਹ ਕਹਿੰਦੀ ਲਾਇੰਗ, ਪਲੇਇੰਗ ਦ ਲੋਐਸਟ ਕਾਮਨ ਡਿਨੋਮੀਨੇਟਰ, ਚੀਟਿੰਗ, ਤੇ ਲੋਕਾਂ ਦੇ ਵਿੱਚ ਦੁਫਾੜ ਪਾਉਣ ਵਾਲਾ ਇਨਸਾਨ ਹੈ ਜਿਹੜਾ ਮਿਸਟਰ ਡੋਨਲਡ ਟਰੰਪ ਹੈ। ਤੇ ਪਰਿਵਾਰ ਦੇ ਵਿੱਚ ਇਹਨੂੰ ਕੋਈ ਬਹੁਤਾ ਚੰਗਾ ਨਹੀਂ ਸੀ ਸਮਝਿਆ ਜਾਂਦਾ, ਝੂਠਾ ਸੀ, ਮੱਕਾਰ ਸੀ। ਔਰ ਇਹਨੇ ਇਹ ਗੱਲ ਵੀ ਕਹੀ ਹੈ ਜੀ, ਜਦੋਂ ਪੜ੍ਹਦਾ ਸੀਗਾ ਉਦੋਂ ਪੜ੍ਹਾਈ ਦੇ ਵਿੱਚ ਇੰਨਾ ਚੰਗਾ ਨਹੀਂ ਸੀ ਔਰ ਕਿਸੇ ਹੋਰ ਦੀ ਹੈਲਪ ਲੈ ਕੇ ਕਿਸੇ ਹੋਰ ਨੇ ਇਹਨਾਂ ਦੀ ਥਾਂ 'ਤੇ ਐਗਜ਼ਾਮ ਦਿੱਤਾ ਸੀਗਾ ਜਿਹਨਾਂ ਮਾਰਕਸ ਚੰਗੇ ਆਏ ਸੀਗੇ। ਅਜਿਹੀਆਂ ਗੱਲਾਂ ਕਰਨੀਆਂ ਉਹ ਕਰ ਰਹੀ ਹੈ ਜੀ। ਤੇ ਇੱਕ ਗੱਲ ਹੋਰ, ਉਹਦੇ ਟਰੰਪ ਸਾਹਿਬ ਦਾ ਦੂਸਰਾ ਬ੍ਰਦਰ ਹੈ ਜੀ, ਉਹਨੇ ਸੂ ਕੀਤਾ ਇਹਨੂੰ
ਇਹ ਭਤੀਜੀ ਨੂੰ। ਸੋ ਇਸ ਕਰਕੇ ਕੀਤਾ ਵੀ ਆਪਣੇ ਸਾਰੇ ਪਰਿਵਾਰ ਦੇ ਵਿੱਚ ਇੱਕ ਗੱਲ ਹੋਈ ਸੀਗੀ ਵੀ ਆਪਾਂ ਪਰਿਵਾਰ ਦੀ ਗੱਲ ਕਿਤੇ ਬਾਹਰ ਨਹੀਂ ਕਰਨੀ ਜਦ ਤੱਕ ਕਿ ਪਰਿਵਾਰ ਇਸ ਗੱਲ ਨੂੰ ਇਜਾਜ਼ਤ ਨਹੀਂ ਦਿੰਦਾ। ਸੋ ਇਸ ਕਰਕੇ ਇਹ ਕਿਤਾਬ ਬੈਨ ਹੋਣੀ ਚਾਹੀਦੀ ਹੈ। ਇਹ ਜੇ ਕਿਤਾਬ ਬੈਨ ਹੋਏਗੀ ਵੀ ਤਰਨ ਤਾਂ ਕੱਲੀ ਭਤੀਜੀ ਬੈਨ ਹੋ ਜਾਏਗੀ, ਪਰ ਜਿਹੜਾ ਪਬਲਿਸ਼ਰ ਦੇ ਉੱਤੇ ਕਿਸੇ ਵੀ ਕਿਸਮ ਦੀ ਕੋਈ ਕੰਡੀਸ਼ਨ ਨਹੀਂ ਹੈ। ਸੋ ਇਟ ਮੀਨਸ ਇਹ ਕਿਤਾਬ ਆ ਰਹੀ ਹੈ, ਆਏਗੀ ਜ਼ਰੂਰ, ਚਾਹੇ ਟਰੰਪ ਸਾਹਿਬ ਜਿੱਤਣ ਚਾਹੇ ਹਾਰਨ। ਜੌਨ ਬੋਲਟਨ ਸਾਹਿਬ ਇਹਦੇ ਨਾਲ ਬਹੁਤ ਕਮਾਈ ਕਰ ਰਹੇ ਨੇ ਜੀ, ਤੇ ਜਿਹੜੀ ਇਹ ਟਰੰਪ ਸਾਹਿਬ ਦੀ ਭਤੀਜੀ ਹੈ ਇਹ ਵੀ ਇਹਦੇ ਨਾਲ ਬਹੁਤ ਕਮਾਈ ਕਰੇਗੀ ਜੀ। ਇਹਨਾਂ ਵਾਸਤੇ ਵਾਰੇ ਨੇ ਆ ਰਿਹਾ, ਟਰੰਪ ਸਾਹਿਬ ਜਿੱਤਣ ਹਾਰਨ ਕੋਈ ਫਰਕ ਨਹੀਂ ਜੀ ਪੈਂਦਾ। ਬਿਲਕੁਲ ਜੀ। ਤੇ ਸਰ ਨਾਲ ਹੀ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਉਹਨਾਂ ਨੇ ਜੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਕਿਹਾ ਸੀ ਕਿ ਜੇਕਰ ਹੁਣ ਤੁਹਾਡਾ ਸੈਸ਼ਨ ਨਹੀਂ ਚੱਲ ਰਿਹਾ ਤਾਂ ਤੁਸੀਂ ਆਪਣੇ ਮੁਲਕਾਂ ਨੂੰ ਵਾਪਸ ਜਾ ਸਕਦੇ ਹੋ। ਇਸ ਡਿਸੀਜਨ ਨੂੰ ਲੈ ਕੇ ਹੁਣ ਕੁਝ ਉੱਥੋਂ ਦੀਆਂ ਫੇਮਸ ਯੂਨੀਵਰਸਿਟੀਜ਼ ਨੇ ਉਹਨਾਂ ਨੇ ਸਿਓ ਕੀਤਾ ਮਿਸਟਰ ਟਰੰਪ ਨੂੰ। ਜਿਹੜੀ ਹਾਰਵਰਡ ਯੂਨੀਵਰਸਿਟੀ ਦੀ ਇੰਸਟੀਚਿਊਟ ਆਫ ਟੈਕਨੋਲੋਜੀ ਹੈ ਜੀ, ਉਹਨਾਂ ਦੇ ਬਹੁਤ ਸਟੂਡੈਂਟਸ ਆਉਂਦਾ ਜੀ। ਆਪਾਂ ਕੱਲ ਗਿਣਤੀ ਵੀ ਕੀਤੀ ਸੀ, ਚਾਈਨਾ ਦੇ ਤਕਰੀਬਨ 3.5 ਲੱਖ ਤੋਂ ਉੱਪਰ ਆਉਂਦੇ ਆ, 2 ਲੱਖ ਇੰਡੀਅਨਸ ਆਉਂਦੇ ਨੇ, ਹੋਰ ਬਾਕੀ ਦੇਸ਼ਾਂ ਵਿੱਚੋਂ ਵੀ ਸਟੂਡੈਂਟਸ ਆਉਂਦੇ ਨੇ, ਔਰ ਇਟਸ ਅ ਵੈਰੀ ਬਿਗ ਸੋਰਸ ਆਫ ਇਨਕਮ। ਔਰ ਉਹਨਾਂ ਨੇ ਜੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਇਸ ਗੱਲ ਦਾ ਆਲਰੇਡੀ ਕੇਸ ਫਾਈਲ ਕਰ ਦਿੱਤਾ ਜੀ ਕਿ ਤੁਸੀਂ ਇਹ ਕਰ ਨਹੀਂ ਸਕਦੇ, ਤੁਸੀਂ ਇਹ ਕਹਿ ਨਹੀਂ ਸਕਦੇ ਬਈ ਇੱਥੇ ਆ ਕੇ ਹੋਈ ਤੁਹਾਨੂੰ ਪੜ੍ਹਨਾ ਪਵੇਗਾ। ਉਹ ਸਟੂਡੈਂਟਸ ਜਿਹੜੇ ਇੱਥੇ ਆਏ ਉਹ ਆਨਲਾਈਨ ਕੋਰਸਿਸ ਵੀ ਕਰ ਸਕਦੇ ਤੇ ਉਹਨਾਂ ਨੇ ਕਾਰਨ ਦਿੱਤਾ ਵੀ ਟਰੰਪ ਸਾਹਿਬ ਇਉਂ ਚਾਹ ਰਹੇ ਨੇ ਕਿ ਜਿਹੜੇ ਵੀ ਸਟੂਡੈਂਟ ਹੈਗੇ ਉਹ ਯੂਨੀਵਰਸਿਟੀ ਦੇ ਵਿੱਚ ਜਾਣ, ਯੂਨੀਵਰਸਿਟੀਜ਼ ਖੋਲ੍ਹਣੀਆਂ ਚਾਹੁੰਦੇ ਨੇ। ਟਰੰਪ ਸਾਹਿਬ ਨੂੰ ਸਭ ਤੋਂ ਵੱਡੀ ਗੱਲ ਆਪਦੀ ਰੀ-ਇਲੈਕਸ਼ਨ ਦੀ ਪਈ ਹੋਈ ਹੈ। ਜਦ ਤੱਕ US ਬੰਦ ਰਹਿੰਦਾ ਹੈ ਇਹ ਕੋਈ ਟਰੰਪ ਸਾਹਿਬ ਦੇ ਹੱਕ ਦੇ ਵਿੱਚ ਨਹੀਂ ਜਾਂਦੀ। ਟਰੰਪ ਸਾਹਿਬ ਦੀ ਪੂਰੀ ਕੋਸ਼ਿਸ਼ ਹੈ ਕਿ ਜੋ ਕੁਝ ਵੀ ਛੇਤੀ ਤੋਂ ਛੇਤੀ ਖੋਲ੍ਹਿਆ ਜਾ ਸਕਦਾ, ਇਨਕਲੂਡਿੰਗ ਯੂਨੀਵਰਸਿਟੀਜ਼। ਉਹਨਾਂ ਇਸ ਗੱਲ ਦਾ ਯੂਨੀਵਰਸਿਟੀ ਦੇ ਤਰਨ ਪ੍ਰੈਸ਼ਰ ਪਏਗਾ ਕਿ ਫੀਸਾਂ ਇੰਨੀਆਂ ਲਈਆਂ ਹੋਈਆਂ ਨੇ, ਉਹਨਾਂ ਦੇ ਵੀਜ਼ੇ ਕੈਂਸਲ ਹੋ ਰਹੇ ਨੇ। ਨਾਲ ਕੰਡੀਸ਼ਨ ਇਹ ਰੱਖੀ ਆ ਜਿਨ੍ਹਾਂ ਦਾ ਫਾਲ ਦੇ ਵਿੱਚ ਸੈਸ਼ਨ ਨਹੀਂ ਸ਼ੁਰੂ ਹੁੰਦਾ ਉਹਨਾਂ ਨੂੰ ਵਾਪਸ ਜਾਣਾ ਪਵੇਗਾ। ਸੋ ਯੂਨੀਵਰਸਿਟੀ ਤੇ ਆਲਰੇਡੀ ਪ੍ਰੈਸ਼ਰ ਪੈ ਗਿਆ ਕਿ ਉਹਨਾਂ ਨੂੰ ਫਾਲ ਦੇ ਵਿੱਚ ਆਪਦੇ ਸੈਸ਼ਨਸ ਖੋਲ੍ਹਣੇ ਪੈਣਗੇ। ਸੋ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਹਾਰਵਰਡ ਯੂਨੀਵਰਸਿਟੀ ਐਂਡ ਹੋਰ ਯੂਨੀਵਰਸਿਟੀਜ਼ ਉਹਨਾਂ ਨੇ ਆਲਰੇਡੀ ਟਰੰਪ ਐਡਮਿਨਿਸਟ੍ਰੇਸ਼ਨ ਤੇ ਕੇਸ ਕਰ ਦਿੱਤਾ ਹੈ। ਬਿਲਕੁਲ ਸਰ, ਯੂਨੀਵਰਸਿਟੀਜ਼ ਕਰਨ ਵੀ ਕੀ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਪਿਛਲੇ ਸਾਲ ਦੀ ਗੱਲ ਕਰੀਏ $41 ਬਿਲੀਅਨ ਦਾ ਜਿਹੜਾ ਬਜਟ ਆ ਉਹ ਇੰਟਰਨੈਸ਼ਨਲ ਸਟੂਡੈਂਟਸ ਲੈ ਕੇ ਆਏ ਨੇ। ਇੰਨਾ ਜ਼ਿਆਦਾ ਆਮਦਨ $41 ਬਿਲੀਅਨ ਦੀ ਇੰਟਰਨੈਸ਼ਨਲ ਸਟੂਡੈਂਟਸ ਦੇ ਸਿਰ ਤੋਂ ਹੋਈ ਆ। ਤੇ ਜੇ ਜੌਬਸ ਦੀ ਗੱਲ ਕੀਤੀ ਜਾਵੇ ਤਾਂ 4,50,000 ਜੌਬਸ ਨੂੰ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਉੱਥੇ ਸਪੋਰਟ ਕਰ ਰਹੇ ਨੇ। ਸਰ ਤੁਸੀਂ ਕਿਹਾ ਕਿ ਉਹ ਯੂਨੀਵਰਸਿਟੀਜ਼ ਨੂੰ ਹੁਣ ਪ੍ਰੈਸ਼ਰਾਈਜ਼ ਕਰ ਰਹੇ ਨੇ ਕਿ ਖੋਲਿਆ ਜਾਵੇ, ਪਰ ਸਕੂਲਸ ਨੂੰ ਤਾਂ ਉਹਨਾਂ ਨੇ ਸਿੱਧੇ ਨਿਰਦੇਸ਼ ਦੇ ਦਿੱਤੇ ਨੇ ਕਿ ਜੇਕਰ ਤੁਸੀਂ ਸਕੂਲਸ ਨਹੀਂ ਖੋਲਦੇ ਹੈਗੇ ਤਾਂ ਫੈਡਰਲ ਬਜਟ ਜਿਹੜਾ ਤੁਹਾਨੂੰ ਮਿਲਦਾ ਸੀ ਉਹ ਕੱਟ ਦਿੱਤਾ ਜਾਏਗਾ। ਹਾਲਾਂਕਿ ਜਿਹੜੇ ਸਕੂਲਸ ਨੇ ਉਹਨਾਂ ਨੂੰ ਬਹੁਤਾ ਜਿਹੜਾ ਪੈਸਾ ਲੋਕਲ ਮਿਊਨਿਸਪੈਲਿਟੀਜ਼, ਲੋਕਲ ਗਵਰਨਮੈਂਟਸ ਤੋਂ ਆਉਂਦਾ ਜੀ। ਸਿਰਫ ਇੱਕ ਜਿਹੜੀ ਚੀਜ਼ ਹੈਗੀ ਹੈ ਜਿਹੜੀ ਫੈਡਰਲ ਏਡ ਕਿਤੋਂ ਦਿੱਤੀ ਜਾਂਦੀ ਹੈ, ਟਰੰਪ ਸਾਹਿਬ ਨੇ ਇਹ ਧਮਕੀ ਦਿੱਤੀ ਹੈ ਵੀ ਅਸੀਂ ਤੁਹਾਡੀ ਫੈਡਰਲ ਏਡ ਬੰਦ ਕਰ ਦਾਂਗੇ। ਰੀਜ਼ਨ ਉਹੀ ਜਿਹੜੀ ਮੈਂ ਯੂਨੀਵਰਸਿਟੀ ਦੀ ਗੱਲ ਕਰਕੇ ਹਟਿਆ, ਉਹ ਟਰੰਪ ਸਾਹਿਬ ਚਾਹੁੰਦੇ ਨੇ ਛੇਤੀ ਤੋਂ ਛੇਤੀ ਸਕੂਲ ਖੁੱਲ੍ਹ ਜਾਣ, ਛੇਤੀ ਤੋਂ ਛੇਤੀ ਜਿਹੜੀ ਨਾਰਮਲ ਜਿਹੜੀ ਲਾਈਫ ਹੈਗੀ ਹੈ ਉਹ ਨਾਰਮਲ ਹੋਣੀ ਚਾਹੀਦੀ ਹੈ। ਨਾਰਮਲ ਹੋ ਕੇ ਤਾਂ ਹੀ ਉਹਨਾਂ ਦੀ ਗੱਲ ਜਿੱਤਣ ਦੇ ਬਹੁਤੇ ਚਾਂਸਸ ਬਣ ਜਾਂਦੇ ਨੇ। ਔਰ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਛੇਤੀ ਤੋਂ ਛੇਤੀ ਸਕੂਲ ਖੁੱਲ੍ਹ ਜਾਣ। ਪਰ ਨਾਲ ਹੀ ਨਿਊਯਾਰਕ ਨੇ ਆਲਰੇਡੀ ਉਹਦਾ ਨਿਊਯਾਰਕ ਦੇ ਜਿਹੜੇ ਮੇਅਰ ਸਾਹਿਬ ਆ ਉਹਨਾਂ ਦਾ ਜਵਾਬ ਆ ਗਿਆ ਜੀ ਆਲਰੇਡੀ। ਉਹ ਕਹਿੰਦੇ ਜਿਹੜੇ ਸਾਡੇ ਸਕੂਲਸ ਨੇ 1 ਜਾਂ 2 ਦਿਨ ਹਫ਼ਤੇ 'ਚ ਖੁੱਲ੍ਹਿਆ ਕਰਨਗੇ, ਉਹ ਵੀ ਜਿਹੜੀ ਗਿਣਤੀ ਸਰਟਨ ਲਿਮਿਟ ਆਫ ਸਟੂਡੈਂਟਸ ਆਇਆ ਕਰਨਗੇ, ਵਾਰੀ ਆਇਆ ਕਰਨਗੇ। ਕੁਛ ਇਸੇ ਤਰ੍ਹਾਂ ਤੇ ਸਾਡੀ ਅੰਟੈਰੀਓ ਵਿੱਚ ਵੀ ਇਹ ਚੀਜ਼ ਹੋਣ ਜਾ ਰਹੀ ਹੈ। ਤੁਸੀਂ ਉਹ ਦੇਖੋ ਤਰਨ, ਸਾਡੇ ਅੰਟੈਰੀਓ ਵਿੱਚ ਇਹ ਗੱਲ ਸਾਡੇ ਲੈਚਰ ਸਾਹਿਬ ਨੇ ਜਿਹੜੇ ਮਿਨਿਸਟਰ ਆਫ ਐਜੂਕੇਸ਼ਨ ਉਹਨਾਂ ਨੇ ਗੱਲ ਕੀਤੀ ਸੀ, ਲੋਕਾਂ ਨੇ ਪ੍ਰਵਾਨ ਕੀਤੀ ਹੈ, ਐਕਸੈਪਟ ਕੀਤੀ ਹੈ। ਉਹ ਉੱਥੇ ਪਤਾ ਨਹੀਂ ਗੱਲ ਕੀ ਹੈ ਸਾਡੇ ਇਹ, ਔਰ ਇਸ ਮਾਮਲੇ ਦੇ ਵਿੱਚ ਸਾਡੀ ਪ੍ਰਾਈਮ ਮਿਨਿਸਟਰ, ਸਾਡੀ ਫੈਡਰਲ ਗਵਰਨਮੈਂਟ ਦਾ ਕੋਈ ਦਖਲ ਨਹੀਂ ਹੈ। ਉੱਥੇ ਵੀ ਸਕੂਲਾਂ ਦੇ ਵਿੱਚ ਫੈਡਰਲ ਗਵਰਨਮੈਂਟ ਦਾ ਦਖਲ ਨਹੀਂ ਹੋਣਾ ਚਾਹੀਦਾ। ਪਰ ਟਰੰਪ ਸਾਹਿਬ ਦੀ ਕੋਸ਼ਿਸ਼ ਆਪਦੇ ਜਿਹੜੇ ਸੌੜੇ ਮਫਾਦ ਨੂੰ ਮੂਹਰੇ ਰੱਖ ਕੇ ਜਿਹੜੀਆਂ ਗੱਲਾਂ ਕਰ ਰਹੇ ਨੇ ਉਹਦੇ ਵਿੱਚ ਗੱਲ ਤਾਂ ਉਹੀ ਹੈ, ਰੀ-ਇਲੈਕਸ਼ਨ। ਦੇਖੋ ਗੱਲ ਕਿੱਧਰ ਨੂੰ ਜਾਂਦੀ ਹੈ। ਸਰ ਉਹ ਕੰਪਨੀ ਵੀ ਤਾਂ ਮੈਟਰ ਕਰਦੀਆਂ ਨਾ। ਫਿਰ ਜਿਵੇਂ ਅਸੀਂ ਗੱਲ ਕਰਦੇ ਹਾਂ ਆਪਾਂ ਫੇਸਬੁੱਕ ਦੇ ਉੱਤੇ ਕਿਵੇਂ ਦੇ ਫਰੈਂਡਸ ਬਣਾਉਣੇ ਆ, ਕਿਵੇਂ ਦੇ ਅਸੀਂ ਨਹੀਂ ਬਣਾਉਂਦੇ, ਸਾਡੇ ਤੇ ਡਿਪੈਂਡ ਕਰਦਾ ਹੈ ਕਿਹਨੂੰ ਅਸੀਂ ਐਕਸੈਪਟ ਕਲਿੱਕ ਕਰਨਾ, ਕਿਹਨੂੰ ਡਿਕਲਾਈਨ ਕਰਨਾ ਆ। ਪਰ ਫੇਕ ਅਕਾਊਂਟਸ ਤੇ ਵੀ ਕਾਫੀ ਜ਼ਿਆਦਾ ਪਰਮਾਰ ਹੈਗੀ ਆ ਫੇਸਬੁੱਕ ਤੇ, ਸੋ ਬਚ ਕੇ ਜ਼ਰੂਰ ਰਹੋ। ਐਵੇਂ ਦੀ ਹੁਣ ਜਿਹੜੀ ਨਿਊਜ਼ ਸਾਹਮਣੇ ਆਈ ਹੈ ਕਿ ਫੇਸਬੁੱਕ ਦੇ ਉੱਤੇ ਕਾਫੀ ਜ਼ਿਆਦਾ ਫੇਕ ਅਕਾਊਂਟ ਬਣਾਉਣ ਵਾਲੇ ਇੱਕ ਸ਼ਖਸ ਦੇ ਨਾਲ ਮਿਸਟਰ ਟਰੰਪ ਦੀ ਕਾਫੀ ਜਾਣ ਪਛਾਣ ਹੈ। ਤਰਨ ਮੈਂ ਨਾ ਜਦੋਂ ਇੰਡੀਆ ਦੀ ਇਲੈਕਸ਼ਨ ਚੱਲਦੀ ਹੁੰਦੀ ਸੀ ਉਦੋਂ ਬਹੁਤ ਅਜਿਹੀਆਂ ਆਪਾਂ ਖਬਰਾਂ ਪੜ੍ਹਦੇ ਰਹੇ ਹਾਂ, ਫੇਕ ਅਕਾਊਂਟ ਬਣੇ ਹੋਏ ਆ ਵੀ ਸਾਰੀਆਂ ਪਾਰਟੀਆਂ ਨੇ ਆਪਦਾ ਜਿਹੜਾ ਅਜਿਹਾ ਡਿਪਾਰਟਮੈਂਟ ਕੰਮ ਕੀਤਾ ਜਿਹਨੇ ਸਾਰੀਆਂ ਅਫਵਾਹਾਂ ਹੀ ਫੈਲਾਉਣੀਆਂ। ਮੈਂ ਉੱਥੇ ਮੰਨ ਲਿਆ ਸੀ, ਮੈਂ ਕਿਹਾ ਵੀ ਚਲੋ ਠੀਕ ਹੈ। ਕਈ ਵਾਰੀ ਲੱਗਦਾ ਸੀ ਇੰਨੀਆਂ ਕਿਵੇਂ ਹੋ ਸਕਦੇ ਆ, ਪਰ ਜਦੋਂ ਹੁਣ ਆਹ ਨਿਊਜ਼ ਪੜ੍ਹਦੇ ਹਾਂ ਲੱਗਦਾ ਵੀ ਉਹ ਜਿਹੜੀਆਂ ਉੱਥੇ ਵਾਲੀਆਂ ਗੱਲਾਂ ਸੀ ਉਹ ਠੀਕ ਹੀ ਹੋਣਗੀਆਂ। ਮਿਸਟਰ ਰੋਜਰ ਸਟੋਨ ਨੇ ਜੀ ਇਹਨਾਂ ਦੇ ਮਿੱਤਰ ਹੈ ਬਹੁਤ ਦੇਰ ਦੇ, ਔਰ ਉਹਨਾਂ ਦੇ ਨਾਂ ਤੇ 100
ਤਰਨ 100 ਇੱਕ ਬੰਦੇ ਦਾ ਫੇਸਬੁੱਕ ਅਕਾਊਂਟ ਫੇਕ ਹੈਗਾ ਜੀ, ਔਰ ਉਹ ਤੇ ਜੇ ਇੱਕ ਨਹੀਂ 100 ਬਣਾਇਆ ਹੋਇਆ, ਇਮੇਜਿਨ ਕਰੋ ਹੋਰ ਕਿੰਨੇ ਇਹਨਾਂ ਦੇ ਦੋਸਤ ਮਿੱਤਰ ਹੋਣਗੇ, ਇਹ ਰੋਜਰ ਸਟੋਨ ਦੇ ਹੋਰ ਮਿੱਤਰਾਂ ਦੇ ਮਿੱਤਰ ਕਿੰਨੇ ਹੋਣਗੇ, ਕਿੰਨੇ ਜ਼ਿਆਦਾ ਫੇਕ ਅਕਾਊਂਟ ਹੋਣਗੇ ਜਿਹਦੇ ਵਿੱਚ ਕਿ ਇਹ 100 ਦਾ ਹੀ ਹਜੇ ਪਤਾ ਲੱਗਿਆ ਫੇਸਬੁੱਕ ਨੇ ਕੀਤਾ। ਪਰ ਫੇਸਬੁੱਕ ਤਰਨ ਇਸ ਮਾਮਲੇ ਦੇ ਵਿੱਚ ਬਹੁਤ ਪਿੱਛੇ ਆ। ਫੇਸਬੁੱਕ ਮੈਨੂੰ ਇਉਂ ਲੱਗਦਾ ਜੇ ਅਜਿਹਾ ਹਾਲ ਰਿਹਾ ਤਾਂ ਫੇਸਬੁੱਕ ਦੀ ਜਿਹੜੀ ਪੋਪੂਲੈਰਿਟੀ ਹੈਗੀ ਆ ਉਹ ਘਟਣ ਲੱਗ ਜਾਏਗੀ ਤੇ ਲੋਕੀ ਹੋਰਾਂ, ਕਿਉਂਕਿ ਜੋ ਹੁਣ ਬਹੁਤ ਹੋਰ ਚੀਜ਼ਾਂ ਹੈਗੀਆਂ ਨੇ, ਲੋਕੀ ਕਿਤੇ ਉਧਰ ਨੂੰ ਜਾਣ ਲੱਗ ਜਾਣ। ਇਹ ਫੇਸਬੁੱਕ ਨੂੰ ਇਸ ਮਾਮਲੇ ਵਿੱਚ ਬਹੁਤ ਸੀਰੀਅਸਲੀ ਸੋਚਣਾ ਪਵੇਗਾ। ਬਿਲਕੁਲ ਜੀ। ਤੇ ਅਸੀਂ ਗੱਲ ਕਰੀਏ ਇਸ ਤੋਂ ਬਾਅਦ ਅੱਗੇ ਅਸੀਂ ਚਰਚ ਦੀ ਗੱਲ ਕਰਦੇ ਹਾਂ। ਸਰ ਆਪਾਂ ਕਿਹਾ ਸੀ ਕਿ ਜਦੋਂ ਵੀ ਕਰੋਨਾ ਵਾਇਰਸ ਫੈਲਿਆ ਸੀ ਗੁਰੂ ਘਰ ਜਿਹੜੇ ਬੰਦ ਕਰ ਦਿੱਤੇ ਗਏ ਸੀ, ਇਹ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਚੁੱਕੇ ਨੇ। ਹੈਲੋ, ਥੈਂਕ ਯੂ ਜੀ ਫॉर having me on the air। ਮੈਂ ਹਾਂਜੀ ਬਿਲਕੁਲ ਜੀ ਸਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਬੈਂਕ ਤੋਂ ਬੋਲਦਾ ਜੀ, ਪਾਲ ਬੋਲਦਾ ਜੀ, ਕਿਆ ਨੇਚਰ ਤੋਂ। ਬਹੁਤ ਬਹੁਤ ਸਵਾਗਤ ਹੈ ਜੀ, ਦੱਸੋ ਕੀ ਕਹਿਣਾ। ਥੈਂਕ ਯੂ। ਡਾਕਟਰ ਸਾਹਿਬ ਬੜੇ ਹੰਡੇ ਲੋਕ ਲੱਗਦੇ ਹਨ ਕੋ ਬੜਾ ਹਿੱਸੇ ਜੋ ਬੜੀ ਨਹੀਂ ਜੀ, ਮੈਂ ਨਵੀਂ ਹਾਂ ਜੀ, ਕੋਈ ਏਡੀ ਗੱਲ ਨਹੀਂ। ਹਾਂਜੀ I mean, you know, often I watch you on the TV. Thank you so much. That's what ਦੱਸਣਾ ਜਿਹੜਾ ਇਹ ਰੂਮਿੰਗ ਹਾਊਸ ਦੀ ਬੇਸਮੈਂਟ ਜਿਹੜੀ ਕ੍ਰਾਈਸਿਸ ਬ੍ਰੈਂਟਨ ਹੋ ਚੁੱਕੀ ਆ ਜਾਂ ਹੋਰ ਵੀ ਹੋਣੀ ਆ, ਜਿਹੜੇ ਬੱਚੇ ਆ ਰਹੇ ਬ੍ਰੈਂਟਨ ਵਿੱਚ ਪੜ੍ਹਨ ਆ ਰਹੇ ਠੰਡ ਸਟੂਡੈਂਟ, ਉਹਨਾਂ ਨੂੰ ਗਵਰਨਮੈਂਟ ਕਿਉਂ ਨਹੀਂ ਇੰਤਜ਼ਾਮ ਕਰਦੀ ਕਿ ਕੈਂਪਸ ਰੱਖਿਆ ਜਾਵੇ। Shedden ਜਾਂ ਹੰਬਲ ਦੇ ਕੈਂਪਸ ਦੇ ਮੇਡ lot of money out of these guys. Secondly, और ਜਿਹੜੇ ਟੈਕਸਸ ਆ ਬ੍ਰੈਂਟੋਨੀਅਨ ਦੇ ਬਹੁਤ ਵੱਧ ਗਏ। ਅਰਾਊਂਡ ਐਵਰੇਜ ਹੋਮ ਦਾ ਜਿਹੜਾ ਪ੍ਰੋਪਰਟੀ ਟੈਕਸ ਦਾ 6,000 ਤੋਂ ਘੱਟ ਨਹੀਂ ਹੈ। ਇਹਨਾਂ ਨੇ 2-4 ਮਿੰਟ ਸਿੰਸ COVID-19 ਹਿੱਟ ਹੋਇਆ, ਇਹਨਾਂ ਨੇ ਕੋਈ ਬ੍ਰੇਕ ਨਹੀਂ ਦਿੱਤੀ ਸਾਨੂੰ ਟੈਕਸ ਪੇਅਰ ਨੂੰ। ਔਰ ਇੱਥੇ ਬਾਹਰ ਖਾਲੀ ਆ, ਸੀਲ ਹੋਏ ਪਏ ਆ, ਲੋਕੀ ਬਾਹਰ ਨਹੀਂ ਜਾਂਦੇ, ਲਾਇਬ੍ਰੇਰੀ ਨਹੀਂ ਜਾਂਦੇ। ਮੈਂ ਫੋਕਸ ਇੱਥੇ ਕਰਨਾ ਚਾਹੁੰਦਾ, it's a potential issue। ਇਹਨਾਂ ਨੂੰ ਚਾਹੀਦਾ ਇਹਨਾਂ ਦੇ ਕੈਂਪਸ ਬਣਾ ਕੇ ਇਹਨਾਂ ਨੂੰ ਉੱਥੇ ਰੱਖਿਆ ਜਾਵੇ ਤੇ ਜਿਹੜਾ ਆਹ ਹੁਲੜਬਾਜ਼ੀ ਇਹਨੂੰ ਬੰਦ ਹੋਵੇ, ਜਿਹੜੀ ਡਰਿੰਕਿੰਗ ਹੋ ਰਹੀ ਹੈ ਔਰ ਸਟੂਡੈਂਟ ਬਦਨਾਮ ਬਹੁਤ ਹੋ ਰਿਹਾ, ਇਹ ਵੋਲੰਟਰੀ ਐਕਟੀਵਿਟੀਆਂ ਬੰਦ ਹੋਣ ਤੇ ਇਹਨਾਂ ਦੇ ਰਹਿਣ ਦਾ ਇੰਤਜ਼ਾਮ ਵੀ ਹੋਣਾ ਚਾਹੀਦਾ। ਦੈਟਸ ਆਲ ਵਾਟ ਆਈ ਹੈਡ ਅਪ। ਪਲੀਜ਼ ਮੈਨੂੰ ਕਲੈਰੀਫਾਈ ਕਰੋ। ਥੈਂਕ ਯੂ ਜੀ, ਸੋ ਨਾਈਸ ਆਫ ਯੂ। ਤੁਸੀਂ ਕਾਲ ਕੀਤੀ ਹੈ ਜੀ, ਤੁਸੀਂ ਇਨਪੁਟ ਕੀਤੀ ਹੈ, ਦੈਟਸ ਸੋ ਨਾਈਸ ਆਫ ਯੂ। ਪਲੀਜ਼ ਅੱਗੇ ਨੂੰ ਵੀ ਕਾਲ ਕਰਦੇ ਰਿਹਾ ਕਰੋ। ਯੂ ਆਰ ਰਾਈਟ ਕਿ ਜਿਹੜੀਆਂ ਇੱਥੋਂ ਦੀਆਂ ਕਾਲਜਸ ਹੈਗੇ ਆ, ਇਹ ਉਹਨਾਂ ਦੇ ਕੋਲ ਜਿਹੜੀ ਸਾਡੀ ਸਰਕਾਰ ਹੈ ਉਹਦੀ ਇਹ ਕੰਡੀਸ਼ਨ ਹੋਣੀ ਚਾਹੀਦੀ ਹੈ ਕਿ ਜੇ ਤੁਸੀਂ ਫੋਰਨ ਸਟੂਡੈਂਟਸ ਬੁਲਾ ਰਹੇ ਹੋ, ਕੀ ਤੁਹਾਡੇ ਕੋਲੇ ਉਹਨਾਂ ਜੋਗੀ ਅਕੋਮੋਡੇਸ਼ਨ ਹੈ, ਹੋਣੀ ਜ਼ਰੂਰੀ ਹੈ ਜੀ। ਮੈਂ ਤੁਹਾਨੂੰ ਥੋੜੀ ਜਿਹੀ ਆਪਦੀ ਐਗਜ਼ਾਮਪਲ ਦੇ ਦਿੰਦਾ। ਮੇਰੇ ਬੱਚੇ ਬਾਹਰ ਪੜ੍ਹ ਕੇ ਆਏ ਨੇ ਜੀ, ਔਰ ਉੱਥੇ ਤਰਨ ਜਿਹੜੀ ਵੀ ਜਗ੍ਹਾ ਤੇ ਉਹ ਗਏ ਸੀਗੇ, ਪਹਿਲਾ ਸਾਲ ਉਹਨਾਂ ਨੂੰ ਹੋਸਟਲ 'ਚ ਹੀ ਰਹਿਣਾ ਪਵੇਗਾ। ਉਹਨਾਂ ਦੀ ਕੰਡੀਸ਼ਨ ਇਹ ਸੀਗੀ ਕਿ ਤੁਹਾਡਾ ਬੱਚਾ ਪਹਿਲਾ ਸਾਲ ਹੋਸਟਲ ਦੇ ਵਿੱਚ ਰਹੇਗਾ, ਉਸ ਤੋਂ ਮਗਰੋਂ ਬਾਹਰ ਜਾ ਸਕਦਾ, ਚੇਂਜ ਕਰ ਸਕਦਾ। ਔਰ ਜੇ ਇਹਦਾ ਮਤਲਬ ਉਸ ਉੱਥੋਂ ਦੀਆਂ ਇੰਸਟੀਟਿਊਸ਼ਨਾਂ ਕੋਲੇ ਬੱਚਿਆਂ ਦੇ ਰਹਿਣ ਵਾਸਤੇ ਇੰਨੀ ਜਗ੍ਹਾ ਸੀਗੀ, ਸਾਡੇ ਇੱਥੇ ਇਹ ਨਹੀਂ ਹੈ। ਔਰ ਇਸੇ ਕਰਕੇ ਜਿਹੜੀ ਇਹ ਹਾਲਾਤ ਹੋਈ ਨੇ, ਜਿਹੜੀ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ, ਜਿਹੜੇ ਘਰਾਂ ਨੂੰ ਅਬਿਊਜ਼ ਕੀਤਾ ਜਾ ਰਿਹਾ, ਘਰਾਂ ਨੂੰ ਮਿਸਯੂਜ਼ ਕੀਤਾ ਜਾ ਰਿਹਾ, ਸਾਡੇ ਜਿਹੜੇ ਸੋਰਸਸ ਆ ਉਹਨਾਂ ਦਾ ਅਬਿਊਜ਼ ਹੋ ਰਿਹਾ। ਦਿਸ ਇਜ਼ ਨਾਟ ਰਾਈਟ। ਯੈਸ, ਇਟ ਸ਼ੁੱਡ ਹੈਵ ਟੂ, ਜਿਹੜੀ ਸਾਡੀ ਗਵਰਨਮੈਂਟ ਆ ਉਹਨੂੰ ਸਾਡੇ ਜਿਹੜੇ ਕਾਲਜਸ ਤੋਂ ਇੰਨੀਆਂ ਫੀਸਾਂ ਜਾਂਦੀਆਂ ਨੇ, ਇਹਦੀ ਪਰਸੈਂਟੇਜ ਕੁਛ ਨਾ ਕੁਛ ਟੈਕਸ ਤਾਂ ਜਾਂਦਾ ਹੈ। ਗਵਰਨਮੈਂਟ ਨੂੰ ਇਹ ਕੰਡੀਸ਼ਨ ਰੱਖਣੀ ਚਾਹੀਦੀ ਹੈ ਕਿ ਜੇ ਤੁਸੀਂ ਫੋਰਨ ਸਟੂਡੈਂਟਸ ਮੰਗਾ ਰਹੇ ਹੋ, ਤੁਹਾਡੇ ਆ ਰਹੇ ਆ, ਤਾਂ ਕੀ ਤੁਹਾਡੇ ਕੋਲ ਉਹਨਾਂ ਦੇ ਰਹਿਣ ਵਾਸਤੇ ਇਨਫ ਜਗ੍ਹਾ ਹੈਗੀ ਹੈ, ਤੁਸੀਂ ਪ੍ਰੋਵੀਜ਼ਨ ਕੀਤੀ ਹੋਈ ਹੈ? ਜੇ ਨਹੀਂ ਹੈਗੀ ਹੈ ਦੈਨ ਸ਼ੁਡਨਟ ਬੀ ਅਲਾਉਡ। ਬਿਲਕੁਲ ਸਰ, ਇਹਦੇ ਬਾਰੇ ਮੈਂ ਥੋੜੀ ਜਿਹੀ ਐਗਜ਼ਾਮਪਲ ਦੇਣਾ ਚਾਹੂੰਗੀ ਕਿਉਂਕਿ ਇਹ ਮੁੱਦੇ ਦੇ ਉੱਤੇ ਅਸੀਂ ਅੱਜ ਵੀ ਕਾਫੀ ਗੱਲਬਾਤ ਕੀਤੀ ਸੀ, ਬਾਹਰ ਗਏ ਸੀ, ਉੱਥੇ ਗੱਲਬਾਤ ਹੋਈ ਆ। ਐਕਚੁਅਲ ਦੇ ਵਿੱਚ ਹੁਣ ਜੇ ਅਸੀਂ ਇੱਕ ਐਗਜ਼ਾਮਪਲ ਲੈ ਲਈਏ, ਅਸੀਂ ਬ੍ਰੈਂਪਟਨ ਦੀ ਐਗਜ਼ਾਮਪਲ ਲੈ ਲਈਏ, ਕਾਲਜ ਨੇ ਸ਼ੈਰਡਨ ਕਾਲਜ ਨੇ, ਹੰਬਰ ਕਾਲਜ ਹੈਗਾ ਆ। ਸੋ ਐਵੇਂ ਦੇ ਕਾਲਜ ਨੇ ਜਿਨ੍ਹਾਂ ਦੇ ਕੋਲ ਸਟੂਡੈਂਟਸ ਹੋਮ ਹੈਗੇ ਆ, ਜਿੱਥੇ ਤੁਸੀਂ ਸਟੂਡੈਂਟਸ ਨੂੰ ਰੱਖ ਸਕਦੇ ਹੋ, ਪਰ ਉਹ ਉੱਥੇ ਆਪਣੇ ਸਟੂਡੈਂਟਸ ਨੂੰ ਰੱਖ ਸਕਦੇ ਆ। ਹਾਲਾਂਕਿ ਫੀਸ ਉੱਥੇ ਜ਼ਿਆਦਾ ਨੇ, ਜੋ ਵੀ ਉਹ ਡਿਫਰੈਂਟ ਮੈਟਰ ਆ। ਇਸ ਟਾਈਮ ਸਟੂਡੈਂਟ ਬ੍ਰੈਂਪਟਨ ਦੇ ਵਿੱਚ ਹੀ ਪ੍ਰਾਈਵੇਟ ਕਾਲਜਸ ਇੰਨੇ ਜ਼ਿਆਦਾ ਖੁੱਲ ਚੁੱਕੇ ਨੇ। ਫੋਰ ਐਗਜ਼ਾਮਪਲ ਇੱਕ ਕਾਲਜ ਦਾ ਨਾਮ ਹੈਗਾ ਕਾਲਜ ਏ। ਉਹ ਕਾਲਜ ਏ ਜੋ ਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਹੀਂ ਹੈਗਾ, ਬਟ ਸਟਿਲ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਐਡਮਿਸ਼ਨ ਦੇ ਰਿਹਾ। ਉਹਦੇ ਕੋਲ ਕੁਝ ਨਹੀਂ ਹੈ, ਨਾ ਉਹ ਸਟੂਡੈਂਟਸ ਨੂੰ ਰੱਖਣ ਲਈ ਉਹਦੇ ਕੋਲ ਜਗ੍ਹਾ ਆ, ਇੱਕ ਕਮਰੇ ਦਾ ਉਹਦੇ ਵਿੱਚ ਕਾਲਜ ਹੁੰਦਾ, ਪਰ ਉਹ ਕਾਲਜ ਇਹ ਹੁੰਦਾ ਕਿ ਉਹ ਕਾਲਜ ਸ਼ੈਰਡਨ ਦੇ ਨਾਲ ਐਫੀਲੀਏਟਡ ਹੈ। ਸੋ ਜਿਹੜਾ ਵੀ ਇੰਟਰਨੈਸ਼ਨਲ ਸਟੂਡੈਂਟ ਉੱਥੇ ਪੜ੍ਹਨ ਆਉਂਦਾ, ਉਹਨੂੰ ਜਿਹੜਾ ਸਰਟੀਫਿਕੇਟ ਮਿਲਦਾ ਆ ਉਹ ਸ਼ੈਰਡਨ ਕਾਲਜ ਦਾ ਮਿਲਦਾ। ਸੋ ਜਿਹੜੇ ਸਟੂਡੈਂਟ ਇੱਦਾਂ ਪ੍ਰਾਈਵੇਟ ਕਾਲਜਸ ਦੇ ਵਿੱਚ ਐਡਮਿਸ਼ਨ ਲੈ ਕੇ ਇੱਥੇ ਪਹੁੰਚ ਰਹੇ ਨੇ, ਉਹਨਾਂ ਦੇ ਰਹਿਣ ਦਾ ਸਭ ਤੋਂ ਜ਼ਿਆਦਾ ਔਖਾ ਹੋ ਰਿਹਾ, ਕਿਉਂਕਿ ਅਸੀਂ ਦੇਖ ਸਕਦੇ ਹੋ ਪਲਾਜ਼ਿਆਂ ਦੇ ਵਿੱਚ ਹੀ ਇੱਕ ਕਮਰੇ ਦਾ ਜਿਹੜਾ ਕੈਂਪਸ ਉਹਨਾਂ ਨੇ ਖੋਲਿਆ ਹੋਇਆ, ਤੇ ਇਸ ਤੋਂ
ਵੱਧ ਸਟੂਡੈਂਟਸ ਇੱਥੇ 25 30 ਸਟੂਡੈਂਟਸ ਆਉਂਦੇ ਆ, ਉਹਨਾਂ ਦੇ ਰਹਿਣ ਲਈ ਕੋਈ ਥਾਂ ਨਹੀਂ ਹੁੰਦਾ ਹੈਗਾ। ਆਹ ਸਭ ਤੋਂ ਵੱਡੀ ਪ੍ਰੋਬਲਮ ਹੈ। ਠੀਕ ਹੈ, ਤਾਂ ਗੱਲ ਫਿਰ ਸਰਕਾਰ ਤੇ ਆ ਜਾਂਦੀ ਹੈ ਕਿ ਇਹ ਜੀਆਂ ਚੀਜ਼ਾਂ ਅਲਾਉ ਕਿਉਂ ਕੀਤੀਆਂ ਗਈਆਂ ਨੇ। ਫਿਰ ਨੈਕਸਟ ਕਾਲਜ ਤੇ ਆਉਂਦੀ ਹੈ, ਉਹ ਯੂਨੀਵਰਸਿਟੀ ਤੇ ਆਉਂਦੀ ਹੈ ਵੀ ਤੁਸੀਂ ਕਿਸੇ ਨੂੰ ਸਰਟੀਫਿਕੇਟ ਕਿਉਂ ਦਿੰਦੇ ਹੋ ਜਦ ਉਹ ਬੱਚਾ ਤੁਹਾਡੇ ਕੋਲ ਪੜ੍ਹਿਆ ਹੀ ਨਹੀਂ। ਟਾਈ ਅਪ ਨੇ ਇਹਨਾਂ ਦੇ ਆਪਸ ਚ। ਹਾਂ ਯੂ ਰਾਈਟ। ਹਾਂ, ਔਨ ਵਾਟ ਬੇਸਿਸ ਇਹ ਗੱਲ ਕਰਦੇ ਆ? ਇਹ ਵੀ ਸ਼ੋਸ਼ਣ ਹੈ, ਉਹਨਾਂ ਤੋਂ ਨਜਾਇਜ਼ ਪੈਸੇ ਲਏ ਜਾਂਦੇ ਨੇ ਤੇ ਉਹਨਾਂ ਨੂੰ ਪੜ੍ਹਦੇ ਉੱਥੇ ਆ ਕੇ ਪੜ੍ਹਦੇ ਨਹੀਂ ਹੈ, ਪਰ ਸਰਟੀਫਿਕੇਟਸ ਉਹਨਾਂ ਨੂੰ ਇਸ਼ੂ ਕੀਤੇ ਜਾ ਰਹੇ ਨੇ, ਵਿਚ ਇਜ਼ ਨਾਟ ਅ ਰਾਈਟ ਥਿੰਗ ਟੂ ਡੂ। ਸਾਨੂੰ ਇਸ ਮਾਮਲੇ ਦੇ ਵਿੱਚ ਜੇ ਤੱਕ ਅਸੀਂ ਆਵਾਜ਼ ਨਹੀਂ ਚੱਕਾਂਗੇ, ਸਾਡੇ ਲੀਡਰਸ ਤੱਕ, ਸਾਡੇ ਪੋਲੀਟੀਸ਼ੀਅਨ ਤੱਕ ਅਸੀਂ ਆਵਾਜ਼ ਨਹੀਂ ਪਹੁੰਚਾਵਾਂਗੇ ਤਾਂ ਉਹ ਤਾਂ ਗੱਲ ਨਹੀਂ ਹੋਈ। ਦੂਸਰੀ ਗੱਲ ਕੀਤੀ ਹੈ ਟੈਕਸਿਸ ਦੀ। ਯੈਸ, ਟੈਕਸ ਜੀ ਡੈਫਰ ਕੀਤੇ ਗਏ ਨੇ, ਬੰਦ ਨਹੀਂ ਕੀਤੇ ਗਏ, ਘਟਾਏ ਨਹੀਂ ਗਏ ਜੀ। ਦੈਟਸ ਵਾਟ ਬਰੈਂਪਟਨ ਡਿਡ ਸੋ ਫਾਰ ਜੀ। ਬਿਲਕੁਲ ਜੀ, ਇੱਕ ਦਰਸ਼ਕ ਜੁੜ ਗਏ ਨੇ ਹੋਰ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਰੁਪਿੰਦਰ ਬਾਜਵਾ ਬੋਲਦਾ ਜੀ। ਬਹੁਤ ਬਹੁਤ ਸਵਾਗਤ ਹੈ ਬਾਜਵਾ ਸਾਹਿਬ ਪ੍ਰੋਗਰਾਮ 'ਚ। ਕੀ ਹਾਲ ਚਾਲ ਹੈ? ਤੁਸੀਂ ਰੈਗੂਲਰ ਹੋ ਜੀ ਸਾਡੇ, ਥੈਂਕ ਯੂ ਜੀ। ਬਸ ਠੀਕ ਹੈ ਜੀ। ਐਕਚੁਅਲੀ ਜਿਹੜੇ ਸਟੂਡੈਂਟਸ ਦਾ ਪ੍ਰੋਬਲਮ ਹੈ ਨਾ ਜੀ, ਜੋ ਪ੍ਰੋਪਰ ਹੋਸਟਲ ਹੋਣੇ ਚਾਹੀਦੇ ਜਿੱਥੇ ਸਟੂਡੈਂਟ ਰਹਿਣ ਇਕੱਠੇ ਐਂਡ ਦੇ ਕੈਨ ਲਰਨ ਮੋਰ ਬੈਟਰ। ਜਦੋਂ ਫੈਮਿਲੀਜ਼ ਦੇ ਵਿੱਚ ਸਟੂਡੈਂਟ ਰਹਿੰਦੇ ਨੇ, ਸਟੂਡੈਂਟ ਤੇ ਵੀ ਰਿਸਟ੍ਰਿਕਸ਼ਨ ਆ ਤੇ ਬੱਚਿਆਂ ਤੇ ਵੀ ਰਿਸਟ੍ਰਿਕਸ਼ਨ ਆ, ਸੋ ਦੇ ਕੈਨਟ ਗਰੋ। ਆਫ ਕੋਰਸ ਆਪਾਂ ਘਰਾਂ 'ਚ ਆਪਣੇ ਬੱਚੇ ਦੇਖੇ, ਉਹਨਾਂ ਨੂੰ ਥੋੜੀ ਜਿਹੀ ਆਜ਼ਾਦੀ ਨਹੀਂ ਦੋਗੇ, ਠੀਕ ਹੈ, ਹੁੱਲੜਬਾਜੀ ਵੀ ਕਰ ਕੁਝ ਵੀ ਕਰਨਗੇ, ਸੋ ਦੇ ਵਿਲ ਲਰਨ ਆਊਟ ਆਫ ਇਟ। ਉਹ ਫੈਮਿਲੀਜ਼ ਵਾਲੇ ਕਹਿੰਦੇ ਵੀ ਤੁਸੀਂ ਐ ਰਹੋ, ਉਹ ਕਹਿੰਦੇ ਵੀ ਉਹ ਹੁਣ ਯੰਗ ਨੇ, ਸੋ ਹਾਊ ਯੂ ਕੈਨ ਮੈਚ ਆਲ ਦੋਜ਼ ਥਿੰਗਸ। ਸੋ ਫੈਮਿਲੀਜ਼ ਦੇ ਨਾਲ ਸਟੂਡੈਂਟਸ ਨੂੰ ਇਦਾਂ ਰੱਖਣਾ, ਇਹ ਆਈ ਡੋਂਟ ਥਿੰਕ ਜੀ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਸਾਡੇ ਨਾਲ। ਗਵਰਨਮੈਂਟ ਇੰਨੇ ਪੈਸੇ ਲੈਂਦੀ ਹੈ, ਸਭ ਕੁਝ ਕਰਦੀ ਹੈ, ਤੇ ਗਵਰਨਮੈਂਟ ਨੂੰ ਇਹ ਨਹੀਂ ਦਿਖਦਾ ਕਿ ਇਕਨੋਮੀ ਨੂੰ ਲੈਣ ਤੇ ਰੌਲਾ ਲੈਂਦੇ ਪਾਉਂਦੇ ਨੇ ਵੀ ਸਾਡੇ ਕੋਲ ਇਕਨੋਮੀ 'ਚ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਇਹਨਾਂ ਦਾ, ਤੇ ਫੀਸਾਂ ਲੈ ਕੇ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਤੁਸੀਂ ਸੜਕਾਂ ਤੇ ਰੋਲਦੇ ਫਿਰਦੇ ਹੋ। ਸਹੀ ਗੱਲ ਆ ਬਾਜਵਾ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਜੀ, ਇਹ ਇੰਡਸਟਰੀ ਹੈ ਜੀ। ਗਵਰਨਮੈਂਟ ਇਹਨੂੰ ਇੰਡਸਟਰੀ ਮੰਨਦੀ ਹੈ ਔਰ ਇੰਨਾ ਵੱਡਾ ਬਿਜ਼ਨਸ ਹੈ ਜੀ, ਇੰਨਾ ਵੱਡਾ ਕੰਮ ਹੈਗਾ ਜਿਹੜੇ ਫੋਰਨ ਸਟੂਡੈਂਟਸ ਹੈਗੇ ਜੀ। ਫਿਰ ਇੱਕ ਫਾਲਤੂ ਜਿਹਾ ਤੁਸੀਂ ਇੱਕ ਰੱਖਿਆ ਆਈਲੈਟ, ਤੁਸੀਂ ਇਹਦਾ ਸਟੈਂਡਰਡ ਰੱਖਿਆ ਹੋਇਆ, ਮਤਲਬ ਸਟੂਡੈਂਟ ਜਿਹੜਾ ਸੀਰੀਅਸ ਹੋਏ ਉਹਨੂੰ ਹੀ ਲੈ ਕੇ ਆਓ, ਸੋ ਦੈਟ ਉਹ ਕੰਟਰੀਬਿਊਟ ਕਰੇਗਾ, ਜਦੋਂ ਇੱਥੇ ਆ ਕੇ ਪੜ੍ਹੇਗਾ ਚੰਗੀ ਜੌਬ ਕਰੇਗਾ। ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ, ਤੁਸੀਂ ਪ੍ਰੋਗਰਾਮ 'ਚ ਆਪਣੇ ਵਿਚਾਰ ਸਾਂਝੇ ਕੀਤੇ। ਥੈਂਕ ਯੂ ਬਾਜਵਾ ਸਾਹਿਬ। ਸਮੇਂ ਦੀ ਕਮੀ ਹੋਣ ਦੇ ਕਰਕੇ ਸਾਨੂੰ ਥੋੜਾ ਕਾਲ ਕੱਟਣੀ ਪੈ ਰਹੀ ਹੈ ਜੀ ਸਰ। ਆਈ ਐਗਰੀ ਵਿਦ ਯੂ ਜੀ। ਜਿਹੜੀਆਂ ਗੱਲਾਂ ਨੇ ਖਾਸ ਕਰਕੇ ਜਿਹੜਾ ਇੱਥੇ ਆਉਣ ਦੀ ਕੁਆਲੀਫਿਕੇਸ਼ਨ ਹੈ ਉਹ ਜ਼ਰੂਰ ਸੀਰੀਅਸ ਸਟੂਡੈਂਟਸ ਆ ਸਕਣ, ਫਿਰ ਜਿਹੜੀਆਂ ਉਹ ਨਾਲ ਫਿਲਟਰ ਆਊਟ ਹੋ ਜਾਂਦਾ। ਫਿਰ ਜਿਹੜੇ ਕਿ ਹੁਣ ਪ੍ਰੋਬਲਮਸ ਆ ਰਹੀਆਂ ਨੇ, ਜਿਹੜੀ ਛੋਟੀ ਏਜ ਦੇ ਆ ਰਹੇ ਨੇ, ਕਸੂਰ ਉਹਨਾਂ ਦਾ ਵੀ ਹੈ ਨਹੀਂਗਾ, ਪਰਿਵਾਰ ਤੋਂ ਪਰੇ ਨੇ, ਇੱਥੇ ਆ ਗਏ ਨੇ ਤੇ ਖਰਮਸਤੀ ਕਰਨ ਨੂੰ ਜੀ ਕਰਦਾ। ਜੇ ਬੱਚਾ ਥੋੜਾ ਸੀਰੀਅਸ ਆ, ਖਰਮਸਤੀ ਆਪਦੇ ਉੱਥੇ ਕਰੇ ਆਵੇ, ਇੱਥੇ ਸੀਰੀਅਸ ਵਾਸਤੇ ਮੈਟਰ ਆਫ ਦਾ ਸੀਰੀਅਸਨੈਸ ਵਾਸਤੇ ਆਵੇ, ਪੜ੍ਹਨ ਵਾਸਤੇ ਆ ਰਿਹਾ ਤੇ ਪੜ੍ਹੇ। ਬਾਕੀ ਚੀਜ਼ਾਂ ਸਾਰੇ ਕਰਦੇ ਨੇ, ਐਵਰੀਬਾਡੀ ਗੋਨ ਥਰੂ ਸਟੂਡੈਂਟ ਲਾਈਫ, ਸਾਰਿਆਂ ਨੇ ਇਸ ਸਟੇਜ ਵਿੱਚੋਂ ਸਾਰੇ ਲੰਘੇ ਆ, ਹਰੇਕ ਇਹ ਜਿਹਾ ਕੁਝ ਕਰਦਾ ਆ ਰਿਹਾ, ਪਰ ਜਦੋਂ ਲਿਮਿਟ ਤੋਂ ਬਾਹਰ ਚਲੀ ਜਾਂਦੀ ਹੈ ਗੱਲ, ਦੈਨ ਇਟ ਬਿਕਮਸ ਅ ਪ੍ਰੋਬਲਮ। ਜੀ ਬਿਲਕੁਲ ਸਰ, ਸਮਾਂ ਬਹੁਤ ਘੱਟ ਰਹਿ ਗਿਆ। ਮੈਂ ਚਾਹਾਂਗੀ ਜਿੰਨੀਆਂ ਥੋੜੀਆਂ ਬਹੁਤ ਹੋਰ ਖਬਰਾਂ ਆਪਾਂ ਡਿਸਕਸ ਕਰ ਸਕੀਏ। ਸਭ ਤੋਂ ਪਹਿਲਾਂ ਇਹ ਜ਼ਰੂਰ ਕਰਨਾ ਚਾਹਾਂਗੀ ਕਿਉਂਕਿ ਚਰਚ ਦੇ ਕਰਕੇ ਅਸੀਂ ਦੇਖ ਰਹੇ ਹਾਂ ਕਿ ਅਮਰੀਕਾ ਵਿੱਚ ਕਰੋਨਾ ਵਾਇਰਸ ਦੇ ਕੇਸ ਬਹੁਤ ਲਗਾਤਾਰ ਵੱਧ ਰਹੇ ਨੇ। ਚਰਚਿਸ ਹਜੇ ਵੀ ਓਪਨ ਹੈਗੀਆਂ ਨੇ, ਬੰਦ ਨਹੀਂ ਕੀਤੀਆਂ ਜਾ ਰਹੀਆਂ, ਧਾਰਮਿਕ ਸਮਾਗਮ ਹੋ ਰਹੇ ਨੇ ਤੇ ਟਰੰਪ ਸਾਹਿਬ ਨੇ ਇਸ ਨੂੰ ਅਸੈਂਸ਼ੀਅਲ ਕੀਤਾ ਹੋਇਆ। ਹਾਂ ਤਰਨ, ਅਸੈਂਸ਼ੀਅਲ ਸਰਵਿਸ ਹੈ ਚਰਚ। ਦੱਸੋ, ਉਹ ਗੱਲ ਫਿਰ ਮੁੜ ਕੇ ਉੱਥੇ ਆ ਜਾਂਦੀ ਹੈ ਵੀ ਟਰੰਪ ਸਾਹਿਬ ਦੀ ਕੋਸ਼ਿਸ਼ ਹੈ ਛੇਤੀ ਤੋਂ ਛੇਤੀ ਯੂਐਸ ਨੂੰ ਖੋਲ੍ਹਿਆ ਜਾਵੇ, ਰਿਗਾਰਡਲੈਸ ਕਿਤੇ ਨੂੰ ਕਰੋਨਾ ਹੋ ਰਿਹਾ ਨਹੀਂ ਹੋ ਰਿਹਾ, ਮੌਤਾਂ ਹੋ ਰਹੀਆਂ ਨਹੀਂ ਹੋ ਰਹੀਆਂ, ਲੋਕ ਬਿਮਾਰ ਹੋ ਰਹੇ ਆ ਨਹੀਂ ਹੋ ਰਹੇ, ਸਰਟਨ ਹਸਪੀਟਲ ਦੇ ਵਿੱਚ ਇਕਵਿਪਮੈਂਟ ਖਤਮ ਹੋ ਗਿਆ, ਬੈਡਸ ਹੈ ਨਹੀਂ ਗਏ, ਪੀਪੀ ਇਕਵਿਪਮੈਂਟ ਹੈ ਜੀ, ਇਹਦੀ ਸ਼ਾਰਟੇਜ ਆ ਰਹੀ ਹੈ ਯੂਐਸ ਵਿੱਚ। ਖਿਆਲ ਰੱਖੋ ਜੀ, ਉੱਥੇ ਡਾਕਟਰਸ ਨੇ ਇਹ ਗੱਲ ਕਹੀ ਹੈ, ਦੇ ਆਰ ਰੀਯੂਜ਼ਿੰਗ ਜਿਹੜਾ ਇਕਵਿਪਮੈਂਟ ਹੈ ਉਸ ਨੂੰ, ਵਿਚ ਇਜ਼ ਇਟਸ ਅ ਵੈਰੀ ਸੀਰੀਅਸ ਥਿੰਗ। ਜਾਣੀ ਦੀ ਟਰੰਪ ਸਾਹਿਬ ਨੂੰ ਜ਼ਰੂਰ ਠੀਕ ਹੈ, ਇਲੈਕਸ਼ਨ ਲੜਨੀ ਹੈ ਤੁਸੀਂ, ਪੋਲੀਟਿਕਸ ਹੈਗੀ ਹੈ, ਸਭ ਕੁਛ ਹੈਗਾ, ਪਰ ਜੇ ਤੁਸੀਂ ਆਪਦੇ ਆਵਾਮ ਦਾ ਖਿਆਲ ਨਹੀਂ ਰੱਖਦੇ ਤਾਂ ਤੁਹਾਨੂੰ ਉਸ ਆਵਾਮ ਨੂੰ ਰੂਲ ਕਰਨ ਦਾ ਕੋਈ ਹੱਕ ਨਹੀਂ ਹੈ ਜੀ। ਖਬਰ ਹੈ ਆਸਟ੍ਰੇਲੀਆ ਤੋਂ। ਆਸਟ੍ਰੇਲੀਆ ਦੀ ਸਰਕਾਰ ਇੱਕ ਫੈਸਲਾ ਲੈਣ ਦੇ ਇਸ ਵਕਤ ਦੁਚਿੱਤੀ ਵਿੱਚ ਫਸੀ ਹੋਈ ਹੈ ਕਿਉਂਕਿ ਆਸਟ੍ਰੇਲੀਆ ਦੀ 2 ਪ੍ਰੋਵਿੰਸਸ ਵਿੱਚ ਅਸੀਂ ਦੇਖਿਆ ਸਰ ਕਿ ਕਰੋਨਾ ਵਾਇਰਸ ਦੇ ਕਾਫੀ ਮਾਮਲੇ ਲਗਾਤਾਰ ਵੱਧ ਰਹੇ ਨੇ। ਸੋ ਆਸਟ੍ਰੇਲੀਆ ਹੁਣ ਇਹ ਸੋਚ ਰਿਹਾ ਕਿ ਜਿਹੜੇ ਵਿਦੇਸ਼ਾਂ ਵਿੱਚ ਉਹਨਾਂ ਦੇ ਨਾਗਰਿਕ ਫਸੇ ਹੋਏ ਨੇ, ਆਸਟ੍ਰੇਲੀਅਨ ਨਾਗਰਿਕ, ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਜਾਂ ਅਜੇ ਨਾ ਲਿਆਂਦਾ ਜਾਵੇ। ਤਰਨ, they are thinking very seriously, even PRs as well, PRs and citizens of Australia। ਇਹ ਨਿਊਜ਼ ਆਈ ਹੈ ਜੀ ਕਿ ਸੀਰੀਅਸਲੀ ਸਰਕਾਰ ਸੋਚ ਰਹੀ ਹੈ ਕਿ they will put them on hold, ਜਿੱਥੇ ਵੀ ਹੈਗੇ ਆ ਅਜੇ ਉੱਥੇ ਹੀ ਰਹਿਣਾ ਪਵੇਗਾ ਉਹਨਾਂ ਨੂੰ। ਬਾਅਦ ਵਿੱਚ ਸਰਕਾਰ ਅਲਾਉ ਕਰੇਗੀ। ਨਿਊਜ਼ੀਲੈਂਡ ਨੇ ਜੀ ਆਲਰੇਡੀ ਕਰਤਾ ਹੈ ਤਰਨ, ਆਲਰੇਡੀ ਹੈ ਨਿਊਜ਼ੀਲੈਂਡ ਦੇ ਵਿੱਚ। ਤੁਸੀਂ ਜਿਹੜਾ ਉਹਨਾਂ ਨੇ ਆਲਰੇਡੀ ਜਿਹੜੀਆਂ ਫਲਾਈਟਸ ਹੈਗੀਆਂ ਨੇ ਉਹ ਕਰਟੇਲ ਕਰਤੀਆਂ ਨੇ, ਉਹ ਹੁਣ ਆਪਣੀ ਮਰਜ਼ੀ ਨਾਲ ਲੈ ਕੇ ਆਉਣਗੇ, ਔਰ ਕਿਤੇ ਇਹ ਨਾ ਹੋਵੇ ਹੌਲੀ ਹੌਲੀ ਬਾਕੀ ਕੰਟਰੀਜ਼ ਆ ਜਿਹੜੇ ਉਹਨਾਂ ਦੇ ਵਿੱਚ ਵੀ ਕਿਤੇ ਇਹ ਗੱਲ ਨਾ ਹੋਣ ਸ਼ੁਰੂ ਹੋ, ਕਿਉਂਕਿ
ਕੋਵਿਡ-19 ਅਜੇ ਕੰਟਰੋਲ 'ਚ ਨਹੀਂ ਹੈ। ਬਿਲਕੁਲ ਜੀ। ਉਧਰ ਪੀਲੀ ਰੀਜਨ ਦੀ ਗੱਲ ਕਰੀਏ, ਇਸ ਵਕਤ ਅਸੀਂ ਕਹਿ ਰਹੇ ਸੀ ਉਦੋਂ ਵੀ ਖਬਰਾਂ ਕਾਫੀ ਉੱਡ ਰਹੀਆਂ ਸੀ ਕਿ ਪੀਲੀ ਰੀਜਨ ਵਿੱਚ ਇਸ ਵਕਤ ਕਾਫੀ ਹੌਟ ਸਪੌਟ ਬਣਿਆ ਹੋਇਆ ਕਰੋਨਾ ਵਾਇਰਸ ਦਾ। ਹਾਲਾਂਕਿ ਮਾਮਲੇ ਹੁਣ ਬਹੁਤ ਘਟਣੇ ਸ਼ੁਰੂ ਹੋ ਚੁੱਕੇ ਨੇ, ਪਰ ਇਹ ਕਿਹਾ ਗਿਆ ਕਿ ਮਾਸਕ ਹੁਣ ਮੈਂਡੇਟਰੀ ਕਰ ਦਿੱਤਾ ਗਿਆ ਪੀਲੀ ਰੀਜਨ ਵਿੱਚ। ਬਿਲਕੁਲ ਤਰਨ, ਪੀਲੀ ਰੀਜਨ ਦੇ ਵਿੱਚ ਜੀ ਮੈਂਡੇਟਰੀ ਹੈ ਜੀ। ਅੱਜ ਹੋ ਗਿਆ ਜੀ ਇਹ ਮਿਸਵਾਗਾ ਨੇ ਵੀ ਕਰਤਾ ਜੀ, ਤੇ ਬਰੈਂਪਟਨ ਦੇ ਵਿੱਚ ਇਸ ਵੇਲੇ ਹੋ ਰਿਹਾ ਜਾਂ ਹੋ ਜਾਏਗਾ ਜੀ, ਹੋ ਗਿਆ ਹੋਣਾ ਜੀ। ਮਾਸਕ ਮੈਂਡੇਟਰੀ ਹੈ ਜੀ ਜਿੱਥੇ ਵੀ ਤੁਸੀਂ ਅੰਦਰ ਜਾਣਾ। ਇੱਕ ਨਿਊਜ਼ ਆਈ ਸੀ ਤਰਨ ਆਪਣੇ ਖਬਰਾਂ ਤੇ ਆਉਣ ਤੋਂ ਪਹਿਲਾਂ, ਇੱਕ ਜੀ 4 ਕਾਊਂਟਸ ਆਫ ਸੈਕਸ਼ੂਅਲ ਅਸੌਲਟ ਦੇ ਵਿੱਚ ਜੀ ਇੱਕ ਮੇਲ ਨੂੰ ਇੱਥੇ ਚਾਰਜ ਕੀਤਾ ਗਿਆ ਜੀ। ਉਹ ਬਰੈਂਪਟਨ ਦੇ ਵਿੱਚ ਹੈ ਜੀ, ਕੈਨੇਡੀ ਐਂਡ ਸੈਂਡਰਵੁੱਡ ਦੇ ਏਰੀਏ 'ਚ ਇਹ ਘਟਨਾਵਾਂ ਵਾਪਰੀਆਂ ਸੀ ਜੂਨ 24 ਤੇ ਜੁਲਾਈ 25 ਦੇ ਵਿੱਚ। ਸੁਰੇਸ਼ ਕੁਮਾਰ ਰਤਨਾਨੀ ਨੂੰ ਇਸ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ ਜੀ। ਹਲੇ ਬਾਕੀ ਜਿਹੜੀ ਨਿਊਜ਼ ਜਿਵੇਂ ਹੈਗੀ ਅਸੀਂ ਤੁਹਾਨੂੰ ਉਹਦੇ ਨਾਲ ਅਪਡੇਟ ਕਰਾਂਗੇ ਜੀ। ਬਿਲਕੁਲ ਜੀ। ਤੇ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਇਸ ਤੋਂ ਜਾਣ ਤੋਂ ਪਹਿਲਾਂ ਸਰ ਅੱਜ ਕਿਸ ਚੀਜ਼ ਦੇ ਬਾਰੇ ਵਿੱਚ ਤੁਸੀਂ ਸਾਨੂੰ ਜਾਣਕਾਰੀ ਦੇਣ ਚਾਹ ਰਹੇ ਹੋ? ਤਰਨਾ, ਆਪਾਂ ਬਿਲਡਿੰਗ ਦੀ ਗੱਲ ਕਰ ਲੈਂਦੇ ਹਾਂ। ਆਪਣੀ ਪਰਸਨੈਲਿਟੀਜ਼ ਤੇ ਮੈਂ ਆਈ ਲਾਈਕ ਟੂ ਟਾਕ ਔਨ ਪਰਸਨੈਲਿਟੀਜ਼, ਕਿਤੇ ਉਹਨਾਂ ਨੂੰ ਚੰਗਾ ਲੱਗਦਾ ਹੈ, ਆਪਾਂ ਨੂੰ ਪਤਾ ਲੱਗੇ ਵੀ ਸਾਡੇ ਹੀਰੋਜ਼ ਨੇ ਜਿਹੜੇ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਦੇਣ ਦੀ ਕੋਸ਼ਿਸ਼ ਹੁੰਦੀ ਹੈ ਵੀ ਕੁਝ ਨਵੀਂ ਜਾਣਕਾਰੀ ਦਿੱਤੀ ਜਾਵੇ। ਇਹ ਬਿਲਡਿੰਗ ਹੈ ਜੀ, ਹੌਲੀ ਹੌਲੀ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਤੁਹਾਨੂੰ ਲਿੰਕ, ਤੁਹਾਨੂੰ ਕਲੂ ਦੇਵਾਂ ਤੇ ਤੁਸੀਂ ਬੁੱਝੋ ਤਾਂ ਚੰਗਾ ਲੱਗਦਾ ਹੈ ਜੀ। ਇਹ ਟਾਵਰ ਹੈ ਜੀ, ਇਟਲੀ 'ਚ ਹੈ ਜੀ। ਓਕੇ। ਇਹਨੂੰ ਬਣਾਉਣ ਨੂੰ 199 ਸਾਲ ਲੱਗਿਆ ਤਰਨ। ਓਕੇ। 199 ਸਾਲ, ਆਲਮੋਸਟ 200 ਸਾਲ। ਹਾਂਜੀ। ਇਹਦੀ ਫਾਊਂਡੇਸ਼ਨ 1173 ਵਿੱਚ ਰੱਖੀ ਗਈ ਸੀ ਤੇ 1178 ਦੇ ਵਿੱਚ ਬੰਦ ਕਰ ਦਿੱਤੀ ਗਈ ਜੀ, ਕਿਉਂਕਿ ਇੱਕ ਪਾਸੇ ਨੂੰ ਟੇਢਾ ਹੋਣ ਲੱਗ ਗਿਆ ਸੀਗਾ। ਨੇੜੇ ਤੇੜੇ ਚੱਲਿਆ ਮੈਂ ਹੁਣ ਤੁਹਾਨੂੰ। ਉਹ ਇਸ ਕਰਕੇ ਸੀਗਾ ਜੀ, ਜਿਹੜੀ ਇਹਦੀ ਨਿਉ ਸੀਗੀ 3 ਮੀਟਰ ਦੀ ਵੀ ਸੀਗੀ, ਤੇ ਜਿਹੜੀ ਧਰਤੀ ਹੈ ਉਹ ਭਾਰ ਨਹੀਂ ਚੱਲਿਆ। ਫਿਰ ਜਦੋਂ ਬਾਅਦ ਚ ਸੁਣ ਲੱਗਿਆ ਤਾਂ ਕਿਉਂਕਿ ਟੇਢਾ ਸੀਗਾ, ਇੱਕ ਸਾਈਡ ਦੇ ਉੱਤੋਂ ਦੇ ਜਿਹੜੇ ਕਮਰੇ ਆ ਉਹ ਥੋੜੇ ਜਿਹੇ ਵੱਡੇ ਕਰਨ ਲੱਗ ਪਏ ਵੀ ਲੈਵਲ ਬਰਾਬਰ ਆ ਜਾਵੇ, ਪਰ ਫਿਰ ਵੀ ਉਹ ਟੇਢੇ ਦਾ ਟੇਢਾ ਰਿਹਾ ਜੀ। ਉਹਨੂੰ ਵਿਚਾਲੇ ਜੇ ਜ਼ੋਰ ਇਹ ਕੋਸ਼ਿਸ਼ ਕੀਤੀ ਗਈ ਸੀ ਕਿਤੇ ਡਿੱਗ ਨਾ ਪਵੇ, ਉਹਨੂੰ ਤਾਰਾਂ ਦੇ ਨਾਲ ਫੜ ਕੇ ਕੱਸਿਆ ਵੀ ਗਿਆ ਜੀ। ਉਹਦੇ ਉੱਤੇ 7 ਘੰਟੀਆਂ ਲੱਗੀਆਂ ਹੋਈਆਂ ਨੇ ਜੀ। 7 ਘੰਟੀਆਂ ਦਾ ਮਤਲਬ ਤਾਂ ਜੀ ਕਿ ਸੁਰਾਂ 7 ਹੁੰਦੀਆਂ ਨੇ, ਉਹ ਵੱਖਰੀ ਵੱਖਰੀ ਆਵਾਜ਼ ਕੱਢਦੀਆਂ ਨੇ ਜੀ। ਤੇ ਇਹ ਲਓ ਜੀ, ਆ ਗਿਆ ਜੀ ਸੁਦੇਸ਼ ਵਰਮਾ ਜੀ ਕਹਿ ਰਹੇ ਨੇ ਪੀਸਾ ਟਾਵਰ। ਬਿਲਕੁਲ ਜੀ, ਲੀਨਿੰਗ ਟਾਵਰ ਆਫ ਪੀਸਾ। ਇਹ ਪੀਸਾ ਸ਼ਹਿਰ ਦੇ ਵਿੱਚ ਹੈ ਜੀ, ਉੱਥੋਂ ਦੀ ਤੀਜੀ ਪੁਰਾਣੀ ਬਿਲਡਿੰਗ ਹੈ ਜੀ ਉਸ ਸ਼ਹਿਰ ਦੀ, ਔਰ ਬਹੁਤ ਲੋਕ ਇਹਨੂੰ ਦੇਖਣ ਜਾਂਦੇ ਨੇ ਜੀ। ਬਹੁਤ ਸੋਹਣਾ ਆਰਕੀਟੈਕਟ ਹੈ, ਕਿਤੇ ਸਮਾਂ ਲੱਗਿਆ ਤਾਂ ਜ਼ਰੂਰ ਦੇਖ ਕੇ ਆਓ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਸਰ ਜਾਣਕਾਰੀ ਦੇਣ ਲਈ। ਅੱਜ ਇੰਨਾ ਹੀ ਕਾਫੀ ਜੀ, ਕੱਲ ਨੂੰ ਫੇਰ ਮਿਲਾਂਗੇ। ਜਿੰਨੀਆਂ ਤੁਹਾਡੀਆਂ ਕਾਲਾਂ ਆਈਆਂ ਜੀ, ਥੈਂਕ ਯੂ, ਸੋ ਨਾਈਸ ਆਫ ਯੂ। ਤੁਹਾਡੇ ਕਮੈਂਟਸ ਆਉਂਦੇ ਆ ਜੀ, ਈਵਨ ਬੈਟਰ ਜੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਦੋਨੋਂ ਜਾਣੇ ਤੁਹਾਡੀਆਂ ਗੱਲਾਂ ਦਾ ਜਵਾਬ ਜ਼ਰੂਰ ਦਈਏ, ਕਿਤੇ ਰਹਿ ਜਾਂਦੀ ਹੈ ਤਾਂ ਅਸੀਂ ਮੁਆਫੀ ਚਾਹੁੰਦੇ ਹਾਂ। ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਜੁੜਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਬਿਲਕੁਲ ਜੀ, ਥੈਂਕ ਯੂ ਸੋ ਮਚ। ਤੇ ਇਸ ਵਕਤ ਗੁਰਜੀਤ ਗਿੱਲ ਤੇ ਸੋਨੀ ਚੀਮਾ ਜੀ ਨੇ ਵੀ ਸਾਡੇ ਸਵਾਲ ਦਾ ਜਵਾਬ ਤੁਹਾਡਾ ਦੇ ਦਿੱਤਾ ਪੀਸਾ ਟਾਵਰ ਦਾ। ਆਪਣੇ ਦਰਸ਼ਕਾਂ ਨੂੰ ਦੱਸ ਦਈਏ, ਕੁਝ ਫਲਾਈਟਸ ਦੇ ਬਾਰੇ ਵਿੱਚ ਸਾਨੂੰ ਕੁਝ ਦਰਸ਼ਕ ਕਰ ਰਹੇ ਨੇ ਕਿ ਅਜੇ ਉੱਥੇ ਫਲਾਈਟਸ ਦੇ ਬਾਰੇ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਮਿਲ ਰਹੀ ਵੈਬਸਾਈਟ ਤੇ ਜਾ ਕੇ। ਥੋੜਾ ਜਿਹਾ ਸਬਰ ਕਰੋ, ਅੱਜ ਦਾ ਦਿਨ ਸ਼ਾਇਦ ਹੋ ਸਕਦਾ ਹੈ ਕਿ ਕੱਲ ਤੋਂ ਤੁਹਾਨੂੰ ਦਿਖਣੀਆਂ ਸ਼ੁਰੂ ਹੋ ਜਾਣ, ਕਿਉਂਕਿ ਕੋਈ ਵੀ ਫਰਮਾਨ ਹੁੰਦਾ 12 ਵਜੇ ਤੋਂ ਬਾਅਦ ਲਾਗੂ ਹੁੰਦਾ ਆ। ਸੋ ਅੱਜ ਦੇ ਦਿਨ ਦੀ ਤੁਸੀਂ ਵੇਟ ਕਰੋ, ਹੋ ਸਕਦਾ ਹੈ ਕਿ ਕੱਲ ਨੂੰ ਤੁਹਾਨੂੰ ਜਿਹੜੀਆਂ ਫਲਾਈਟਸ ਦੇ ਬਾਰੇ ਵਿੱਚ ਡਿਟੇਲ ਉੱਥੇ ਦਿਖ ਜਾਵੇ। ਜੇ ਨਹੀਂ ਤੁਹਾਨੂੰ ਪਤਾ ਲੱਗ ਰਿਹਾ ਤਾਂ ਤੁਸੀਂ ਸਾਨੂੰ ਦੁਬਾਰਾ ਕਮੈਂਟ ਕਰ ਸਕਦੇ ਹੋ, ਅਸੀਂ ਕੋਸ਼ਿਸ਼ ਕਰਾਂਗੇ ਦੁਬਾਰਾ ਅਸੀਂ ਸੋਨੀਆ ਸਿੱਧੂ ਜੀ ਨਾਲ ਗੱਲਬਾਤ ਕਰਕੇ ਤੇ ਉਹਦੇ ਬਾਰੇ ਵਿੱਚ ਪੂਰੀ ਡਿਟੇਲ ਦਿੱਤੀ ਜਾ ਸਕੇ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।